मैं तो इधर लग गया गोरकी साहब, बहुत संगत रह जाती है, लाइन च लग जाते बेचारे, देख लो कोई एडमिट नहीं हो पा रहा। मैं दूसरे फोन ते रिकॉर्डिंग सैट करन लग जाना, इधर सारे इधर जमा हो जाते। ਉਹ ਨਿੱਜਰ ਸਾਹਿਬ ਉਹ ਵੀ ਜੋ ਉਹ ਵੱਡੇ ਤੁਹਾਡੇ ਪੇਸ਼ੈਂਟ ਦਾ ਇਮਤਿਹਾਨ ਲੈਂਦੇ ਆ। ਮੈਂ ਨਾ ਕੱਲ ਮੇਰੇ ਨਾਲ ਛੋਟਾ ਵੱਡਾ ਭਰਾ ਤੇ ਵੈਸੇ ਵਿਚਾਰ ਚੱਲਣ ਦੀ ਉਹਦੇ ਨਾਲ ਹੀ। ਹਾਂਜੀ ਹਾਂਜੀ। ਉਹ ਮਤਲਬ ਵੈਸੇ ਜਨਰਲੀ ਗੱਲ ਸੀ, ਮਾਮੂਲੀ ਜਿਹੀ ਗੱਲ ਹੀ ਚੱਲੀ। ਉਹਨਾਂ ਨੂੰ ਥੋੜੀ ਜਿਹੀ ਗੱਲ ਸੁਣ ਕੇ ਤੇ ਇੱਕਦਮ ਨਾ ਥੋੜੇ ਕਾਲੇ ਪੈ ਗਏ। ਤੇ ਮੈਂ ਉਹਨੂੰ ਸ਼ਾਹ ਨੂੰ ਕਿਹਾ ਕਿ ਮੈਂ ਸ਼ਾਹ ਦੇਖ ਆ ਤੇਰੇ ਲਈ ਇਹ ਮਹਿਸੂਸ ਹੋ ਰਿਹਾ ਵਾ ਕਿ ਇਹ ਚੀਜ਼ਾਂ ਤੇਰੇ ਲਈ ਬਿਲਕੁਲ ਸਹੀ ਨਹੀਂ ਹੈ, ਕਿਉਂਕਿ ਹੋ ਸਕਦਾ ਤੁਹਾਡਾ ਇੰਟਰਸਟ ਕਿਸੇ ਹੋਰ ਚੀਜ਼ 'ਚ ਹੋਵੇ, ਪਰ ਅਗਲੇ ਲਈ ਦੂਜਾ ਜਿਹੜਾ ਬੰਦਾ ਗੱਲ ਕਰ ਰਿਹਾ ਵਾ ਤੇ ਉਹਦਾ ਇੰਟਰਸਟ ਉਹਦਾ ਪੂਰਾ ਵਾ। ਇਹ ਆਪਾਂ ਜਦੋਂ ਆਪਾਂ ਦੂਜੇ ਨੂੰ ਆਪਣੀ ਤਕਲੀਫ ਜੋਕਦੇ ਆ ਤੇ ਉਹ ਇੱਕ ਜਸਟਿਸ ਨਹੀਂ ਹੈ, ਉਹ ਕੋਈ ਇਨਸਾਫ ਨਹੀਂ ਹੈਗਾ। ਤੇ ਉਹ ਮੈਂ ਇਹ ਪਤਾ ਕਹਿੰਦਾ ਏਦਾਂ ਕਿੱਦਾਂ ਵਾ, ਉਹ ਗੱਲਾਂ ਕੰਮ ਦੀ ਨਹੀਂ ਹੈਗੀਆਂ। ਮੈਂ ਵੇਖੋ ਭਾਜੀ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ, ਜਿਹੜੀ ਮੈਨੂੰ ਪਸੰਦ ਹੈ, ਕੀ ਤੁਹਾਨੂੰ ਪਸੰਦ ਹੈ? ਤੁਹਾਨੂੰ ਸਬਜ਼ੀ ਮੇਰੇ ਅੱਗੇ ਪਸੰਦ ਹੈ? ਇਹਦੇ ਤੇ ਹੈ ਫਰਕ ਹੈਗਾ। ਮੈਂ ਜਿਹੜੇ ਕੱਪੜੇ ਰੰਗ ਦੇ ਮੈਨੂੰ ਪਸੰਦ ਆ, ਕੀ ਤੁਹਾਨੂੰ ਉਹ ਕੱਪੜੇ ਓਦਾਂ ਦੇ ਚੰਗੇ ਲੱਗਣਗੇ? ਕਹਿੰਦਾ ਇਹ ਵੀ ਫਰਕ ਹੈ। ਮੈਂ ਜਦੋਂ ਆਪਾਂ ਇੰਨੀਆਂ ਗੱਲਾਂ 'ਚ ਆਪਾਂ ਤੁਹਾਡੇ 'ਚ ਮੇਰੇ 'ਚ ਮਤਭੇਦ ਹੈਗੇ ਆ, ਤੇ ਤੁਸੀਂ ਇਹ ਜਿਸ ਤਰ੍ਹਾਂ ਸੋਚੋ ਇੱਥੋਂ ਸਾਡੇ ਇੰਟਰਸਟ ਦੇ ਲਈ ਟੌਪਿਕ ਜਿਹੜੇ ਹੁੰਦੇ ਨੇ, ਕਈ ਗੱਲ ਦੇ ਆਪਾਂ ਟੌਪਿਕ ਤੇ ਡਿਸਕਸ ਕਰਦੇ ਹਾਂ, ਅਗਲੇ ਲਈ ਉਹ ਬਹੁਤ ਇੰਟਰਸਟਿੰਗ ਹੋਣਗੇ। ਬਿਲਕੁਲ, ਕੋਈ ਕਿਸੇ ਚੀਜ਼ ਦਾ ਗਾਹਕ ਹੈ, ਕੋਈ ਕਿਸੇ ਚੀਜ਼ ਦਾ ਗਾਹਕ ਹੈਗਾ। ਹਾਂ, ਮੈਂ ਉਹਦੇ ਲਈ ਉਹੀ ਚੀਜ਼ ਬੜੀ ਉਹਦੇ ਲਈ ਬਹੁਤ ਵੱਡੀ ਆ ਤੇ ਉਹ ਉਹਨੂੰ ਲਾਈਕ ਕਰਦਾ। ਮੈਂ ਇਹ ਨਹੀਂ ਆ ਹੁਣ ਅਸੀਂ ਕਹੀ ਜਾਈਏ ਭਾਈ ਦੇਸੀ ਘਿਓ ਖਾਓ, ਅਗਰ ਇਹਨੂੰ ਕਿਤੇ ਸਰੋਂ ਦਾ ਤੇਲ ਹੀ ਨਾ ਪਸੰਦ ਹੋਵੇ ਤੇ ਅਸੀਂ ਕਹਿੰਦੇ ਵੀ ਦੇਸੀ ਘਿਓ 'ਚ ਜਿਹੜੀ ਪਾਵਰ। ਹੁਣ ਕੋਈ ਹੋਰ ਆ ਜਾਏ ਤੇ ਉਹ ਕਵੇ ਜੀ ਬਦਾਮ ਰੋਗਨ, ਤੇ ਬਦਾਮ ਰੋਗਨ ਮਤਲਬ ਬੜਾ ਵਧੀਆ ਹੈਗਾ, ਉਹ ਖਾਓ। ਤੇ ਉਹ ਗੱਲ ਤੇ ਇਹ ਕਿ ਹਰ ਇੱਕ ਆਪਣੀ ਦੀ ਬੰਦੇ ਦੀ ਚੁਆਇਸ ਆ, ਤੇ ਇਹਦੇ ਕਰਕੇ ਤੇ ਜੀਵਨ ਦੇ ਵਿੱਚ ਇੱਕ ਨਜ਼ਾਰਾ ਹੈ। ਹੁਣ ਵੇਖੋ ਇੱਕ ਘਰ ਦੇ ਵਿੱਚ 4-5 ਜੀਅ ਬੈਠੇ ਨੇ, ਉਹਨਾਂ ਦੀ ਡਿਮਾਂਡ ਵੱਖੋ ਵੱਖ ਆ, ਉਹਨਾਂ ਦੀ ਸੋਚ ਵੱਖਰੀ ਆ। ਔਰ ਉੱਥੇ ਮੈਂ ਫਿਰ ਇਹਨਾਂ ਨੂੰ ਇਹ ਗੱਲ ਸਮਝਾਈ, ਮੈਂ ਹੁਣ ਇੱਥੇ ਪ੍ਰੋਬਲਮ ਪਤਾ ਕੀ ਹੈਗੀ ਆ, ਮੈਂ ਤੁਹਾਡੇ 'ਚ ਪੇਸ਼ੈਂਸ ਦੀ ਕਮੀ ਆ, ਬਰਦਾਸ਼ਤ ਕਰਨ ਦੀ ਸੱਚੀ ਕਮੀ ਆ। ਮੈਂ ਹੁਣ ਆਹ ਇੱਕ ਗਲਾਸ ਆ, ਮੈਂ ਉਧਰ ਆਪਾਂ ਪਹਿਲਾਂ ਵੀ ਕੀਤੀ ਸੀ ਨਾ ਗੱਲ ਇੱਕ ਦਿਨ, ਕਿ ਇੱਕ ਬੰਦਾ ਜਿਹੜਾ ਹੁੰਦਾ ਵਾ ਆਪਣੀ ਕਪੈਸਿਟੀ ਬਿਲਡ ਕਰ ਲੈਂਦਾ, ਇੱਕ ਬੰਦਾ ਕੋਲ ਕਪੈਸਿਟੀ ਬਿਲਡ ਨਹੀਂ ਹੁੰਦੀ। ਉਹ ਜਿਹੜੀ ਹੁਣ ਜਿੱਦਾਂ ਜਿੰਮ 'ਚ ਬੰਦਾ ਚੱਲ ਜਾਂਦਾ, ਵੇਖੋ ਕਿੰਨਾ ਵਜਨ ਚੁੱਕ ਲੈਂਦਾ, ਤੇ ਇੱਕ ਬੰਦਾ ਜਿਹੜਾ ਹੁੰਦਾ ਸਧਾਰਨ ਹੀ ਹੁੰਦਾ ਵਾ, ਔਰ ਕੋਈ ਆਪਣਾ ਸਰੀਰ ਲੈ ਕੇ ਤੁਰਨਾ ਔਖਾ ਹੁੰਦਾ ਹੈ, ਤੇ ਬੰਦਾ ਸਰੀਰ ਤੇ ਉਹੀ ਆ। ਬਿਲਕੁਲ। ਤੇ ਇਸੇ ਤਰ੍ਹਾਂ ਮੈਂ ਕਿਹਾ ਤੁਹਾਡੇ 'ਚ ਵੀ ਬਰਦਾਸ਼ਤ ਕਰਨ ਦੀ ਸ਼ਕਤੀ ਜਿਹੜੀ ਆ ਉਹ ਘੱਟ ਆ, ਜਿੱਦਾਂ ਨੋਰਮਲ ਬੰਦੇ 'ਚ ਹੋਣੀ ਚਾਹੀਦੀ ਆ। ਮੈਂ ਕਿਹਾ ਜੇ ਇਹ ਤੁਹਾਡੇ 'ਚ ਘੱਟ ਆ ਨਾ, ਇਹਦੇ ਕਰਕੇ ਪਤਾ ਕੀ ਪ੍ਰੋਬਲਮ ਹੋਊਗੀ, ਤੁਹਾਡੇ ਅੰਦਰ ਅਸ਼ਾਂਤੀ ਜ਼ਿਆਦਾ ਰਹੂਗੀ। ਮੈਂ ਕਿਹਾ ਜਿੱਦਾਂ ਇੱਕ ਬਰਤਨ ਹੈ, ਉਹਦੀ ਕਪੈਸਿਟੀ ਆ 15-20 ਲੀਟਰ ਪਾਣੀ ਦੀ, ਉਹ 'ਚ 2-4 ਲੀਟਰ 5 ਲੀਟਰ ਪਊ, 10 ਲੀਟਰ ਪਊ, ਉਹਨੂੰ ਕੋਈ ਫਰਕ ਨਹੀਂ ਪੈਣਾ। ਹੁਣ ਮੈਂ ਤੁਹਾਡਾ ਬਰਤਨ ਆ ਛੋਟਾ, ਤੁਸੀਂ ਥੋੜਾ ਜਿਹਾ ਪਾਣੀ ਭਰਿਆ ਤੇ ਨਾਲ ਹੀ ਉੱਛਲ ਡਹਿ ਪੈਂਦਾ। ਤੇ ਸਭ ਹੈ ਜੇ ਇਹ ਕੋਈ ਔਖਾ ਕੰਮ ਨਹੀਂ ਹੈਗਾ। ਵੈਸੇ ਮੈਂ ਜਸਟ ਤੁਹਾਡੇ ਨੂੰ ਦੱਸਣਾ ਚਾਹੁੰਦਾ ਕਿ ਇੱਕ ਆਪਾਂ ਇਹ ਚੀਜ਼ ਆਪਾਂ ਕੰਮ ਕਰ ਸਕਦੇ ਹਾਂ ਥੋੜਾ ਜਿਹਾ। ਮਾਲਕ ਇਹੀ ਤਾਂ ਕਹਿੰਦਾ ਗੋਰਕੀ ਸਾਹਿਬ ਵੀ ਸਾਰਿਆਂ ਦੇ ਵਿੱਚ ਅਲੱਗ-ਅਲੱਗ ਸਿਸਟਮ ਲੱਗੇ ਹੋਏ ਆ, ਅਲੱਗ-ਅਲੱਗ ਸੋਚ ਆ ਸਾਰਿਆਂ ਦੀ, ਤੂੰ ਸਾਰਿਆਂ ਦੇ ਨਾਲ ਜਿਹੜਾ ਹੈਗਾ ਐਡਜਸਟਮੈਂਟ ਕਰਨੀ ਹੈ, ਬਸ ਇੱਥੇ ਹੈਗੀ। ਹਾਂ, ਉਹਦੇ ਵਿੱਚ ਜੇ ਤੂੰ ਉਹਨੂੰ ਉਹ ਇੱਕ ਮੁੱਢ ਆ। ਹੁਣ ਮੰਨ ਲਓ, ਹੁਣ ਮੇਰੀ ਮਾਤਾ ਹੀ ਲਾ ਲਓ। ਹਾਂਜੀ। ਹੁਣ ਮੇਰੀ ਮਾਤਾ ਦੀ ਚਲੋ 70-75 ਸਾਲ ਉਮਰ ਆ ਨਾ, ਹੁਣ ਐਡਾ ਵੱਡਾ ਰੁੱਖ ਆ, ਮੈਂ ਨਾਲ ਦੀ ਨੂੰ ਵੀ ਕਹਿੰਦਾ, ਮੈਂ ਗੁਰਬੀਰ ਗੱਲ ਸੁਣ, ਮੈਂ ਤੈਨੂੰ ਤੇ ਮੈਂ ਸਮਝਾ ਸਕਦਾ, ਤੂੰ ਮੇਰੀ ਗੱਲ ਦਾ ਗੁੱਸਾ ਨਹੀਂ ਮੰਨਣਾ, ਪਰ ਮੈਂ ਮੰਮੀ ਨੂੰ ਗੱਲ ਕਹੀ ਤੇ ਰੌਲਾ ਪੈ ਜਾਣਾ। ਕਿਉਂਕਿ ਬਜ਼ੁਰਗ ਹੋ ਗਏ ਨੇ, ਉਹਨਾਂ ਨੇ ਉਸ ਚੀਜ਼ ਨੂੰ ਐਕਸੈਪਟ ਕਰਨ ਤੋਂ ਪਹਿਲਾਂ, ਕਿਉਂਕਿ ਉਮਰ ਦਾ ਇੰਨਾ ਕੁਝ ਡਾਟਾ ਉਹਨਾਂ ਦੇ ਅੰਦਰ ਆ, ਔਰ ਉਹ ਚੀਜ਼ ਤੇ ਉਹਨਾਂ ਉਹਦੇ ਥਰੂ ਹੀ ਕੱਢ ਕੇ ਪਹਿਲਾਂ ਲਿਆਉਣੀ ਹੈ, ਇਹਦੀ ਨੇ ਚੱਕਰ ਉਹਨੂੰ ਵੇਚਣਾ ਨਾ। ਬਿਲਕੁਲ। ਤੇ ਇਹ ਮੈਂ ਇਹ ਉੱਥੋਂ ਤੇ ਐਕਸਪੈਕਟ ਕਰਨਾ ਹੋ ਸਕਦਾ ਕਿ ਮੈਨੂੰ ਥੋੜੀ ਮੁਸ਼ਕਲ ਆਵੇ, ਕਿ ਮੈਂ ਤੁਸੀਂ ਥੋੜੇ ਜਿਹੇ ਜਾਂਗੇ ਜੋ ਤੁਸੀਂ ਇਸ ਚੀਜ਼ ਨੂੰ ਜ਼ਿਆਦਾ ਸਮਝ ਸਕਦੇ। ਤੇ ਕਹਿਣ ਤੋਂ ਭਾਵ ਇਹੋ ਹੀ ਹੈ ਨਿੱਜਰ ਸਾਹਿਬ, ਹੁਣ ਜਿੱਦਾਂ ਹੁਣ ਜੇ ਸਹੀ ਤਰੀਕੇ ਨਾਲ ਜਿੱਦਾਂ ਆਪਾਂ ਨੂੰ ਬਾਣੀ ਜੋ ਸਿਖਾ ਰਹੀ ਆ, ਬਾਣੀ ਤੇ ਇਹ ਕਹਿੰਦੀ ਆ ਕਿ ਤੇਰੀ ਜ਼ਿੰਦਗੀ ਦੇ ਵਿੱਚ ਅੱਜ ਜੋ ਤੂੰ ਸਵੇਰ ਤੋਂ ਜੋ ਵੀ ਕੀਤਾ ਮੰਨ ਲਾ ਸ਼ਾਮ ਤੱਕ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕੰਮ ਕੀਤਾ ਹੈ, ਤੂੰ ਰਾਤ ਨੂੰ ਸੌਣ ਤੋਂ ਪਹਿਲਾਂ 2 ਮਿੰਟ ਬਸ 2 ਮਿੰਟ ਉਹਨੂੰ ਵੇਖਣਾ ਜ਼ਰੂਰ ਹੈ। ਕਿੱਥੇ ਰੌਲਾ ਪਿਆ ਹੈ,
ਉਹ ਰੌਲਾ ਪਿਆ, ਕਿਉਂ ਪਿਆ ਔਰ ਕੀ ਕਾਰਨ ਸਨ, ਬਸ ਉਹ ਇਹਨਾਂ ਨੋਟਿਸ ਕਰਨਾ। ਤੇ ਜੇ ਇੰਨਾ ਕੰਮ ਕਰ ਦੇਗਾ ਤੇ ਨਿੱਜਰ ਸਾਹਿਬ 95% ਕੰਮ ਹੋ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਅਗਲਾ ਸ਼ਬਦ ਵੀ ਇਹੀ ਕੁਛ ਕਹਿ ਰਿਹਾ ਹੈ, ਅਗਲਾ ਸ਼ਬਦ ਇਹੀ ਕੁਛ ਕਹਿ ਰਿਹਾ, ਕਬੀਰ ਜੀ ਇਹੀ ਗੱਲ ਕਹਿਣਗੇ। ਅੱਛਾ, ਹੁਣ 5% ਜਿਹੜਾ ਬਾਕੀ ਰਹਿ ਗਿਆ ਨਾ, ਜੇ ਤੁਸੀਂ ਉਹ ਕਰ ਦੋਗੇ ਤੇ ਰੱਬ ਤੁਹਾਡਾ ਹੋ ਜਾਊ। ਬਿਲਕੁਲ, ਉਹ ਜਿਹੜਾ ਨੁਕਤ ਨਿਕਲਿਆ ਵਾ ਉਹਨੂੰ ਫੇਰ ਸਿਚੁਏਸ਼ਨ ਫੇਰ ਪੈਦਾ ਹੋਣੀ ਹੈ, ਸਿਚੁਏਸ਼ਨ ਫੇਰ ਹੋਣੀ ਆ, ਉਹ ਰਿਪੀਟ ਹੋਣਾ। ਉਸ ਟਾਈਮ ਤੇ ਜਿਹੜਾ 1% ਤੁਹਾਡੇ ਵੱਲੋਂ ਕੰਮ ਹੈਗਾ ਵਾ, ਤੁਸੀਂ ਨਾ ਉੱਥੇ ਡਿਵੈਲਪਮੈਂਟ ਕਰ ਲਓ, ਥੋੜਾ ਜਿਹਾ ਕੁਛ ਕਰੋ। ਕਿਉਂਕਿ ਸਾਡੇ ਕੋਲ ਦੇਖੋ, ਇੱਕ ਰੋਟੀ ਬਣਾਉਣ ਦੇ ਲਈ ਜੇਕਰ ਸਾਡੇ ਕੋਲ ਇੰਨਾ ਸਮਾਂ ਹੈਗਾ, ਅਸੀਂ ਪੇੜੇ ਨੂੰ ਛੋਟਾ ਵੱਡਾ ਪਰੌਂਠਾ ਬਣਾ ਸਕਦੇ ਹਾਂ, ਨਿੱਜਰ ਸਾਹਿਬ ਘੁੰਮਣ ਵਾਲੀ ਰੋਟੀ ਬਣਾ ਸਕਦੇ ਹਾਂ, ਸਾਦੀ ਰੋਟੀ ਬਣਾ ਸਕਦੇ ਹਾਂ, ਅਸੀਂ ਤੰਦੂਰੀ ਰੋਟੀ ਬਣਾ ਸਕਦੇ ਹਾਂ, ਕਿਉਂਕਿ ਸਾਡੇ ਕੋਲ ਆਪਸ਼ਨ ਹੈਗਾ। ਇਸੇ ਤਰ੍ਹਾਂ ਨਿੱਜਰ ਸਾਹਿਬ ਜਦੋਂ ਬਾਰ-ਬਾਰ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਜੀਵਨ ਦੇ ਵਿੱਚ ਫਿਰ ਉਹ ਸਕਿੱਲ ਆ ਜਾਂਦਾ ਬੰਦੇ ਕੋਲ। ਥੋੜਾ ਜਿਹਾ ਬਰਤਨ ਵੱਡਾ ਹੋ ਜਾਊਗਾ, ਫਿਰ ਤੁਹਾਨੂੰ 2-4 ਲੀਟਰ ਪਾਣੀ ਡਿਸਟਰਬ ਨਹੀਂ ਕਰ ਸਕਦਾ। ਤੁਹਾਡੇ ਮਨ ਦੀ ਜਿਹੜੀ ਪਹਿਲੀ ਗੱਲ ਤੇ ਵੈਸੇ ਇਹ ਸ਼ੁਰੂ ਦੀ ਮੈਂ ਗੱਲ ਕਰਦਾ ਵਾਂ, ਅੱਗੇ ਤੇ ਲੋੜ ਹੀ ਨਹੀਂ ਪੈਣੀ। ਅੱਗੇ ਜਦੋਂ ਤੁਹਾਡੀ ਅਵਸਥਾ ਚੜ ਗਈ ਨਾ ਥੋੜੀ ਜੀ, ਫਿਰ ਤੇ ਦੁਨੀਆ ਦਾ ਕੋਈ ਤੂਫਾਨ ਤੁਹਾਡੇ ਅੰਦਰ ਕੰਪਨੀ ਪੈਦਾ ਕਰ ਸਕਦਾ। ਬਿਲਕੁਲ, ਉਹ ਇਹ ਤੇ ਗਰੰਟੀ ਹੈ, ਇਹ ਪੱਥਰ ਤੇ ਲਿਖੀ ਹੋਈ ਲੱਗੀ ਰਹੇ। ਹੁਣ ਕੱਲ ਦੀ ਇੱਕ ਮੈਨੂੰ ਉਹਨਾਂ ਮਨਜੀਤ ਸਿੰਘ ਜਿਹੜੇ ਮਲੇਸ਼ੀਆ ਵਾਲੇ ਮੈਨੂੰ ਕਹਿੰਦੇ ਸੀ ਕਿ ਵੀਰ ਜੀ ਇਹ ਗੱਲਾਂ ਸੁਣੀਆਂ, ਕ੍ਰੋਧ ਮਰ ਜਾਂਦਾ, ਕਾਮ ਮਰ ਜਾਂਦਾ, ਗੱਲਾਂ ਸੁਣੀਆਂ ਸੀ, ਲੋਭ ਮਰ ਜਾਂਦਾ, ਮੋਹ ਮਰ ਜਾਂਦਾ। ਤੇ ਉਹਨਾਂ ਦੀ ਉਮਰ ਕਾਫੀ ਹੈ, ਥੋੜਾ ਜਿਹਾ ਮੈਂ ਸਾਡੇ ਕਾਫੀ ਏਜਦੇ ਨੇ। ਉਹ ਕਹਿੰਦੇ ਕਿ ਹੁਣ ਜ਼ਿੰਦਗੀ ਚ ਆ ਰਿਹਾ ਹੈ। ਬਿਲਕੁਲ ਆ ਰਿਹਾ ਜੀ ਗੋਰਖੀ ਸਾਹਿਬ, ਬਿਲਕੁਲ। ਅਸੀਂ ਤਾਂ ਬਿਲਕੁਲ ਇਹ ਚੀਜ਼ ਤੋਂ ਇਨਕਾਰ ਹੋ ਹੀ ਨਹੀਂ ਸਕਦੇ, ਪ੍ਰੈਕਟੀਕਲ ਹੈ, ਪ੍ਰੈਕਟੀਕਲ ਹੋ ਰਿਹਾ ਹੈ। ਆਹੋ, ਉਹ ਕਹਿੰਦੇ ਗੱਲਾਂ ਸੁਣੀਆਂ ਸੀ, ਬਿਲਕੁਲ। ਕ੍ਰੋਧ ਮਰ ਜਾਂਦਾ ਹੈ ਜੀ, ਕਾਮ ਮਰ ਜਾਂਦਾ ਹੈ, ਲੋਭ ਮਰ ਜਾਂਦਾ ਹੈ, ਮੋਹ ਮਰ ਜਾਂਦਾ ਹੈ, ਹੰਕਾਰ ਮਰ ਜਾਂਦਾ ਹੈ, ਪਰ ਉਹ ਗੱਲਾਂ ਨਹੀਂ ਸੁਣੀਆਂ, ਉਹ ਜ਼ਿੰਦਗੀ ਚ ਹੋ ਰਿਹਾ। ਬਿਲਕੁਲ ਹੋ ਰਿਹਾ। ਇੰਨਾ ਵਿਵੇਕ ਆ ਰਿਹਾ। ਹੁਣ ਤੁਸੀਂ ਦੱਸੋ ਨਿੱਜਰ ਸਾਹਿਬ, ਉਹ ਇਹਨੂੰ ਜਿਹੜਾ ਕਹਿੰਦਾ ਗੁੰਗਾ ਖਾ ਕੇ ਤੇ ਕੀ ਦੱਸੇ ਹੁਣ? ਇਹੋ ਹੀ ਕਹਿ ਸਕਦਾ ਕਿ ਮਿੱਠਾ ਵਾ, ਇਸ ਤੋਂ ਵੱਧ ਨਹੀਂ ਕਰ ਸਕਦਾ। ਬਸ ਬਿਲਕੁਲ, ਜ਼ਿਆਦਾ ਚੀਜ਼ਾਂ ਮਰ ਰਹੀਆਂ ਆ, ਕੰਟਰੋਲ ਆ ਰਿਹਾ ਇਹਨਾਂ ਦੇ ਉੱਤੇ। ਤੇ ਆਹੀ ਚੀਜ਼ ਤਾਂ, ਇਹੀ ਤਾਂ ਜਿਹੜੇ ਪੱਥਰ ਹੈਗੇ, ਜਿਹੜੇ ਝਰਨਾ, ਜਿਹੜਾ ਅੰਮ੍ਰਿਤ ਦਾ ਝਰਨਾ ਬਲੌਕ ਕਰਕੇ ਬੈਠੇ ਹੋਏ। ਆਹੋ, ਤੇ ਜਦੋਂ ਇਹ ਪੁੱਠੇ 2-4 ਖੰਭ ਜੇ ਤੇ ਸਿੱਧਾ ਖੋਰੂ ਪੈਂਦਾ ਜੀਵਨ, ਇੱਕਦਮ ਉਚਾਈ ਆਉਣੀ। ਔਰ ਜ਼ਿੰਦਗੀ ਵਿਜ਼ਨ ਸੀ, ਜਦ ਤੱਕ ਨਿੱਜਰ ਸਾਹਿਬ ਸਾਡੀ ਜ਼ਿੰਦਗੀ ਜਿੰਦੇ ਨਾ ਕਲੈਰਿਟੀ ਨਹੀਂ ਆਉਂਦੀ। ਬਿਲਕੁਲ, ਔਰ ਕਲੈਰਿਟੀ ਇਹਨਾਂ ਦੇ ਨਾਲ ਹੀ ਆਉਣੀ ਹੈ ਜਦੋਂ ਇਹ 2-4 ਹਿੱਲ ਗਏ ਨਾ, ਥੋੜੇ। ਮੈਂ ਨਹੀਂ ਕਹਿੰਦਾ ਜ਼ਿਆਦਾ 100% ਤੇ ਚਲੋ ਤੇ ਪ੍ਰਮਾਤਮਾ ਨਹੀਂ ਕਰਨੇ ਆ, ਪਰ ਉਹ ਪਤਾ ਕੀ ਹੈ, ਪ੍ਰਮਾਤਮਾ ਵੀ ਚਾਹੁੰਦਾ ਥੋੜਾ ਤੂੰ ਹੀ ਜ਼ੋਰ ਲਾ, ਥੋੜਾ ਮੈਂ ਵੀ ਲਾਉਣਾ, ਕਿਉਂਕਿ ਉਹ ਵੀ ਚਾਹੁੰਦਾ ਨਹੀਂ ਕਿ 100% ਮੈਂ ਕੰਮ ਕਰਾਂ, ਕਿਉਂਕਿ ਗੇਮ ਉਹਨੇ ਪਾਈ ਹੈ ਨਾ, ਅਗਲਾ ਤੇ ਉਹ ਵੀ ਸੱਚਾ। ਨਹੀਂ ਕਹਿੰਦੇ ਤੂੰ ਜਿਹੜਾ ਹੈਗਾ ਇਸ ਪਾਸੇ ਮੈਨੂੰ ਸੱਚਾਈ ਦਿਖਾ, ਬਿਲਕੁਲ ਤੂੰ ਇਮਾਨਦਾਰੀ ਦੇ ਨਾਲ ਤੂੰ ਚੱਲ, ਭਾਵੇਂ ਤੂੰ ਜਿਹੜਾ ਚਿੜੀ ਦੀ ਚੁੰਝ ਜਿੰਨਾ ਹੀ ਜਿਹੜਾ ਸਮੁੰਦਰ ਚੋਂ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ, ਪਰ ਚਿੜੀ ਦੀ ਚੁੰਝ ਵਾਂਗੂ ਚਿੜੀ ਦੇ ਚੁੰਝ ਦੇ ਵਿੱਚ ਲੈ ਕੇ ਆ ਪਾਈ। ਬਸ ਮੈਂ ਵੇਖਣਾ ਚਾਹੁੰਦਾ। ਜਾਨੀ ਜਾਣ ਹੈ, ਉਹਨੂੰ ਵੀ ਪਤਾ ਕਿ ਚਰਨਜੀਤ ਨੇ ਕਾਮਯਾਬ ਹੋਣਾ ਜਾਂ ਨਹੀਂ ਹੋਣਾ, ਉਹ ਗੱਲ ਵੱਖਰੀ ਆ। ਉਹ ਕਹਿੰਦਾ ਚਰਨਜੀਤ ਹੱਥ ਤੇ ਮਾਰੇ ਚਿੱਕੜ ਚੋਂ, ਮੈਂ ਨਿਕਲਣਾ ਚਾਹੁੰਦਾ। ਹੁਣ ਚਰਨਜੀਤ ਕਹਿੰਦਾ ਲੰਮੇ ਪਿਆ ਹੋਵੇ ਉੱਥੇ, ਕੋਲਡ ਡਰਿੰਕ ਪੀਣ ਦਿਆ ਹੋਵੇ, ਜੂਸ ਪੀਣ ਦਿਆ ਹੋਵੇ, ਤੇ ਚਰਨਜੀਤ ਕਹੇ ਕਿ ਬਾਬਾ ਜੀ ਠੀਕ ਹੈ, ਤੇ ਫਿਰ ਮੈਂ ਤੇ ਕਿੱਥੇ ਜ਼ੋਰ ਲਾਵਾਂ। ਹੁਣ ਚਰਨਜੀਤ ਪਤਾ ਲੱਗੇ ਨਾ ਕਿ ਮੈਂ ਨਿਕਲਣਾ ਚਾਹੁੰਦਾ, ਹਨਾ? ਠੀਕ ਹੈ ਨਿੱਜਰ ਸਾਹਿਬ, ਆ ਜਾਈਏ ਕਥਾ ਤੇ ਆ ਜਾਈਏ। ਬਿਲਕੁਲ, ਬਸ ਇਹ 90% 95% ਤਾਂ ਸਾਰਿਆਂ ਦੇ ਵਿੱਚ ਪਰਮਾਤਮਾ ਜੇ ਦਿਸਣ ਲੱਗ ਗਿਆ ਤੇ ਬਸ 95% ਕੰਮ ਹੋ ਗਿਆ। 5% ਹੈਗਾ ਵੀ ਤੁਸੀਂ ਜਾ ਕੇ ਜਿਹੜਾ ਹੈਗਾ ਨਾ ਭਾਈ ਉਹਦੇ ਕੋਲ ਮੰਗਤੇ ਬਣ ਕੇ ਜਿਹੜਾ ਹੈ ਉਹਦੇ ਦਰ ਦੇ ਉੱਤੇ ਬਹਿ ਜਾਓ, ਬੈਠਣਾ ਹੀ ਆ ਬਸ। ਉਹਨੂੰ ਪਤਾ ਲੱਗੇ ਵੀ ਮੇਰੇ ਕੋਈ ਮੰਗਤਾ ਆ ਗਿਆ ਮੇਰੇ ਕੋਲ ਕੋਈ, ਬਸ ਚੁੱਪ ਕਰਕੇ ਬਹਿ ਜਾਓ, ਆਪਣਾ ਸਾਰਾ ਕੁਝ ਬੰਦ ਕਰ ਦਿਓ, ਆਪਣੇ ਚੱਪੂ ਜਿਹੜੇ ਹਿਲਾਉਣੇ ਬੰਦ ਕਰ ਦਿਓ ਸਾਰੇ ਕੁਝ, ਬਸ ਇਹ ਅੱਖਾਂ ਬੰਦ ਕਰਕੇ। ਤੇ ਇਹਨੂੰ ਕਹਿੰਦੇ ਧਿਆਨ ਸਿਮਰਨ ਪਾਏ, ਬਸ ਫਿਰ ਸਾਰਾ ਹੋ ਜਾਊਗਾ ਕੰਮ। ਹੁਣ ਆਪਾਂ ਹਾਂਜੀ ਕਬੀਰ ਸਾਹਿਬ ਜਿਹੜੇ ਹੈਗੇ ਹੁਣ 324 ਅੰਗ ਦੇ ਉੱਤੇ ਇਹਨਾਂ ਦਾ ਤੀਸਰਾ ਸ਼ਬਦ ਹੈਗਾ ਕਬੀਰ ਜੀ ਦਾ, 4 ਬੰਦਾਂ ਦਾ ਸ਼ਬਦ ਆ। ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗੈਂ ਕਾਹੇ ਦੁੱਖ ਮਾਨਿਆ। ਕਹਿੰਦੇ ਜਦ ਹੁਣ ਮੈਂ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਜਾਣਿਆ, ਸਾਰਿਆਂ ਦੇ ਵਿੱਚ ਮੈਂ ਇੱਕ ਨੂੰ ਦੇਖ ਰਿਹਾ ਹਾਂ, ਸਾਰਿਆਂ ਦੇ ਵਿੱਚ ਮੈਂ ਇੱਕ ਪਰਮਾਤਮਾ ਵਾਂਗੂ ਸਾਰਿਆਂ ਦਾ ਰਿਸਪੈਕਟ ਕਰ ਰਿਹਾ ਹਾਂ, ਸਾਰਿਆਂ ਦਾ ਨਾਲ ਇੱਕ ਵਰਤਾਓ ਕਰ ਰਿਹਾ ਹਾਂ,
ਕਹਿੰਦੇ ਲੋਕੀ ਕਹਿੰਦੇ ਆ ਕਬੀਰ ਜਿਹੜਾ ਹੈਗਾ ਪਾਗਲ ਹੋ ਗਿਆ। ਕਹਿੰਦੇ ਲੋਕਾਂ ਨੂੰ ਪਤਾ ਨਹੀਂ ਕਿਉਂ ਦੁੱਖ ਲੱਗ ਰਿਹਾ ਹੈ ਭਾਈ। ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੈਂ ਕਾਹੇ ਦੁੱਖ ਮਾਨਿਆ। ਕਹਿੰਦੇ ਉਹਨਾਂ ਨੂੰ ਕਿਉਂ ਤਕਲੀਫ ਹੋ ਰਹੀ ਆ। ਹਮ ਅਪਤੈ ਆਪਣੀ ਪਤ ਖੋਈ। ਕਹਿੰਦੇ ਮੈਂ ਆਪਣੀ ਮਰਜ਼ੀ ਦੇ ਨਾਲ ਜਿਸ ਰਸਤੇ ਤੇ ਆਇਆ ਹਾਂ, ਮੈਂ ਆਪਣੇ ਆਪ ਜੇ ਕਹਿੰਦੇ ਆ ਨਾ ਵੀ ਮੈਂ ਇਹ ਤਾਂ ਇਹਨੇ ਤਾਂ ਆਪਣੀ ਇੱਜ਼ਤ ਗਵਾ ਲਈ ਆ, ਇਹਨੂੰ ਤਾਂ ਕਿਸੇ ਦੀ ਕੋਈ ਗੱਲ ਮਹਿਸੂਸ ਹੀ ਨਹੀਂ ਹੁੰਦੀ, ਇਹ ਤਾਂ ਬਸ ਹੱਸਦਾ ਹੀ ਮੁਸਕਰਾਉਂਦਾ, ਹੱਸਦਾ ਹੀ ਇਹਦੇ ਖੇੜੇ 'ਚ ਹੀ ਰਹਿੰਦਾ ਹਰ ਟਾਈਮ। ਕਹਿੰਦੇ ਮੈਂ ਆਪਣੀ ਇੱਜ਼ਤ ਗਵਾਈ ਆ ਨਾ, ਮੈਂ ਆਪਣੇ ਆਪ ਆਪਣੀ ਇੱਜ਼ਤ ਗਵਾਈ ਆ। ਹਮ ਅਪਤੈ ਮਤਲਬ ਸੈਲਫ, ਮੈਂ ਆਪਣੇ ਆਪ ਆਪਣੀ ਪਤ ਖੋਈ। ਹਮਰੇ ਖੋਜ ਪਰੋ ਮਤ ਕੋਈ ਰਹਾਓ। ਕਹਿੰਦੇ ਮੇਰੇ ਸਟੈਪ ਉਹਨਾਂ ਦੇ ਉੱਤੇ ਕੋਈ ਨਾ ਆਏ, ਮੇਰੇ ਵਾਂਗੂ ਮੈਨੂੰ ਕੋਈ ਫਾਲੋ ਨਾ ਕਰੇ। ਖੋਜ ਦਾ ਮਤਲਬ ਫਾਲੋ ਕਰਨਾ। ਕਹਿੰਦੇ ਮੈਂ ਆਪਣੀ ਪਤ ਆਪੇ ਖੋਈ ਆ ਭਾਈ, ਮੈਨੂੰ ਕੋਈ ਫਾਲੋ ਨਾ ਕਰੇ। ਤੁਹਾਡੇ ਚੋਂ ਤੁਸੀਂ ਕਹਿੰਦੇ ਹੋ ਨਾ ਮੈਂ ਜਿਹੜਾ ਹੈਗਾ ਮੂਰਖ ਹੈਗਾ ਤੇ ਮੈਂ ਜਿਹੜਾ ਹੈਗਾ ਤੁਹਾਨੂੰ ਪ੍ਰੋਬਲਮ ਆ ਰਹੀ ਹੈ। ਕਹਿੰਦੇ ਫਿਰ ਮੈਨੂੰ ਨਾ ਫਾਲੋ ਕਰੋ ਭਾਈ। ਹਮਰੇ ਖੋਜ ਪਰੋ ਮਤ ਕੋਈ, ਮਤ ਮਤਲਬ ਨਹੀਂ, ਕੋਈ ਨਾ ਪਾਓ, ਮੈਨੂੰ ਕੋਈ ਫਾਲੋ ਨਾ ਕਰੋ ਰਹਾਓ। ਜਬ ਹਮ ਮੰਦੇ ਮਨ ਮਾਹੀ। ਕਹਿੰਦੇ ਮੈਂ ਮੰਨਦਾ ਹੈਗਾ ਨਾ, ਮੈਂ ਆਪਣੇ ਮਨ 'ਚ ਹੀ ਮੰਨਦਾ ਹੈਗਾ, ਤੁਹਾਨੂੰ ਤਾਂ ਨਹੀਂ ਕੋਈ ਤਕਲੀਫ ਦੇ ਰਿਹਾ। ਮੈਂ ਸਾਂਝ ਪਾਤ ਕਾਹੂ ਸਿਓ ਨਹੀਂ। ਮੈਂ ਕਿਸੇ ਦੇ ਨਾਲ ਜਿਹੜਾ ਹੈਗਾ ਕਿਸੇ ਦੇ ਨਾਲ ਮੈਂ ਜਿਹੜਾ ਹੈ ਕੋਈ ਖੁੱਬਦਾ ਹੀ ਨਹੀਂ ਹੈ। ਮੈਂ ਤਾਂ ਆਪਣੇ ਵਿੱਚ ਮਸਤ ਹੈਗਾ ਆ। ਜੇ ਤੁਸੀਂ ਕਹਿ ਰਹੇ ਹੋ ਮੰਨਦਾ ਹੈਗਾ, ਇਹ ਜਿਹੜਾ ਹੈਗਾ ਇਹ ਗਿਆ ਗੁਜ਼ਰਿਆ ਬੰਦਾ ਹੈਗਾ, ਤੇ ਮੇਰੀ ਮੈਂ ਕਿਹਦੇ ਨਾਲ ਸਾਂਝ ਪਾਤ ਕਰ ਰਿਹਾ ਆ। ਮੈਂ ਤਾਂ ਬਿਲਕੁਲ ਖੁਸ਼ ਹਾਂ, ਹਰੇਕ ਦੇ ਨਾਲ ਖੁਸ਼ ਹਾਂ, ਮੈਂ ਆਪਣੇ 'ਚ ਮਸਤ ਹੈਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ, ਇਹ ਤੇ ਕਬੀਰ ਜੀ ਬੜਾ ਖੁੱਲ ਕੇ ਤੇ ਬੜਾ ਸਾਨੂੰ ਚੰਗੀ ਤਰ੍ਹਾਂ ਸਮਝਾ ਰਹੇ ਨੇ। ਉਹ ਕੀ ਸਮਝਾਉਣਾ ਚਾਹੁੰਦੇ ਨੇ, ਆਪਾਂ ਇਹਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਾਂ। ਨੀਚੇ ਸਭ ਪਹਿਲੇ ਤੋਂ ਬੋਲੋ ਆਪ। ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੈਂ ਕਾਹੇ ਦੁੱਖ ਮਾਨਿਆ। ਸਾਰਿਆਂ ਦੇ ਵਿੱਚ ਇੱਕ ਦੇਖਿਆ। ਹਾਂਜੀ, ਤੇ ਲੋਕਾਂ ਨੂੰ ਕਿਉਂ ਪ੍ਰੋਬਲਮ ਆ ਗਈ? ਕਹਿੰਦੇ ਲੋਕੀ ਕਿਉਂ ਦੁਖੀ ਹੋ ਗਏ ਇਸ ਤੋਂ? ਹਾਂ, ਇੱਥੇ ਸਾਧ ਸੰਗਤ ਜੀ ਉਹ ਪਤਾ ਕੀ ਕਹਿਣਾ ਚਾਹੁੰਦੇ, ਇੱਕ ਜਸਟ ਆਪ ਥੋੜਾ ਜਿਹਾ ਧਿਆਨ ਦੇ ਨਾਲ ਵਿਚਾਰ ਕਰੋਗੇ, ਇਹ ਗੱਲ ਇੱਕ ਸੈਕਿੰਡ 'ਚ ਖੁੱਲ ਜੇਗੀ। ਦੇਖੋ ਆਹ ਹੈਗਾ ਨਾ ਸ਼ੂਦਰ, ਵੈਸ਼, ਬ੍ਰਾਹਮਣ, ਤੇ ਇਹ ਬੰਦੇ ਹੋਰ ਕਿਹੜਾ ਵਾ? ਹਾਂ, ਸ਼ੂਦਰ, ਵੈਸ਼, ਬ੍ਰਾਹਮਣ ਤੇ ਜਿਹੜਾ ਛਤਰੀ ਹੈ ਨਾ। ਹੁਣ ਦੇਖੋ ਇਹ ਆ ਜਿਹੜੀਆਂ ਮੈਂ ਵੇਖਦਾ ਪਿਆ ਵਾਂ, ਜਿਹੜਾ ਅੱਜ ਪੰਜਾਬ ਦੇ ਵਿੱਚ ਆਪਣੇ ਜਾਂ ਹਿੰਦੁਸਤਾਨ 'ਚ ਲਾ ਲਈਏ ਆਲੀਆਂ ਜਾਤਾਂ ਬਣੀਆਂ, ਐਕਚੁਅਲੀ ਇਹ ਗਲਤ ਨੇ, ਇਹ ਪ੍ਰੈਕਟੀਕਲ ਸਹੀ ਨਹੀਂ ਹੈ। ਹੁਣ ਦੇਖੋ ਇੱਕ ਬੰਦਾ ਸਕਿੱਲ ਆ, ਹੁਣ ਆਪਣੇ ਬੰਦੇ ਸਾਰੇ ਬਾਹਰ ਜਾ ਕੇ ਜੱਟਾਂ ਦੇ ਲਾ ਲਓ, ਜੋ ਵੀ ਲਾ ਲਓ, ਸਾਂਸੀਆਂ ਦੇ, ਮਰਾਸੀਆਂ ਦੇ, ਜੋ ਵੀ ਆ, ਉੱਥੇ ਕਾਰਪੈਂਟਰ ਦਾ ਕੰਮ ਕਰਦੇ ਆ, ਪਲੰਬਰ ਦਾ ਕੰਮ ਕਰਦੇ ਆ, ਚਾਹੇ ਉਹ ਸ਼ੂਜ਼ ਦੀ ਕੰਪਨੀ 'ਚ ਕੰਮ ਕਰਦੇ ਆ, ਚਾਹੇ ਉਹ ਬੁੱਚੜਖਾਨੇ 'ਚ ਕੰਮ ਕਰਦੇ ਆ, ਚਾਹੇ ਉਹ ਭੇਡਾਂ ਦੇ ਤਬੇਲੇ 'ਚ ਕੰਮ ਕਰਦੇ ਆ। ਪਰ ਉੱਥੇ ਜਾ ਕੇ ਆਪਾਂ ਇਹਨੂੰ ਸਕਿੱਲ ਕਹਿੰਦੇ ਆ, ਇੱਕ ਸਕਿੱਲ ਆ, ਇੱਕ ਕਿੱਤਾ ਹੈ। ਪਰ ਇੱਥੇ ਪੰਜਾਬ ਦੇ ਵਿੱਚ ਕੀ ਹੋਇਆ ਵਾ ਕਿ ਜੇ ਕਿਸੇ ਨੇ ਜੁੱਤੀਆਂ ਦਾ, ਗੰਢਾਂ ਦਾ ਕੰਮ ਕੀਤਾ, ਉਹਦਾ ਸਕਿੱਲ ਸੀ, ਪਰ ਆਪਾਂ ਨੂੰ ਕਹਿੰਦਾ ਮੋਚੀ ਹੈ। ਇਹਨੇ ਕਿਹਾ ਸਾਹਿਬ ਇੱਥੇ ਤੇ ਗੜਬੜ ਹੋਈ ਨਾ, ਕਿੱਦਾਂ ਵੇਖੋ ਗੜਬੜ ਹੋ ਗਈ। ਜੇ ਕਾਰਪੈਂਟਰ ਦਾ ਕਿਸੇ ਨੇ ਕੰਮ ਕਰਦਾ, ਉਹਦੀ ਜਾਤ ਨਹੀਂ ਹੈ ਕਾਰਪੈਂਟਰ, ਉਹ ਕਾਰਪੈਂਟਰ ਉਹਦਾ ਸਕਿੱਲ ਹੈ। ਬਿਲਕੁਲ, ਬਹੁਤ ਵਧੀਆ। ਔਰ ਆਪਾਂ ਕਹਿਤਾ ਜੀ ਇਹ ਤਰਖਾਣ ਹੁੰਦੇ ਆ। ਅੱਛਾ ਜੀ, ਮੇਰੇ ਵਰਗਾ ਜੀ ਉੱਥੇ ਜੀ ਉਹ ਕਸਾਈ ਖਾਨੇ 'ਚ ਉਹਦੇ ਮੱਝਾਂ ਮੁੱਝਾਂ ਵੱਢਣ ਦਾ ਕੰਮ ਕਰਦਾ, ਤੇ ਅਸੀਂ ਉਹਨੂੰ ਕੀ ਬਣਾਤਾ ਉਹਦਾ ਨਾਂ ਚ, ਉਹਦੇ ਕਹਿੰਦੇ ਜੀ ਇਹਦੀ ਫਲਾਨੀ ਕਸਾਈ ਹੈ, ਇਹਨਾਂ ਦੇ ਇੱਥੇ ਮੀਟ ਮੂਟ ਦਾ ਕੰਮ ਖੋਲਦਾ, ਇਹਨਾਂ ਦਾ ਕੰਮ ਉਹ ਹੋਊਗੀ ਉਹਨਾਂ ਦੀ ਜਾਤ। ਪਰ ਮੈਂ ਗੱਲ ਕਰਦਾ ਕਿ ਸੋਨੇ ਦਾ ਕੰਮ ਕਰਦਾ, ਉਹ ਸੋਨੇ ਦਾ ਕੰਮ ਹੈ ਉਹਦਾ, ਉਹਦੇ ਨਾਲ ਜਾਤ ਦਾ ਕੋਈ ਕਨੈਕਸ਼ਨ ਨਹੀਂ। ਹਾਂਜੀ, ਇਹ ਸੁਨਿਆਰਾ ਖਾਸ ਹੈਗੀ। ਆਪ ਜਸਟ ਦੇਖੋ, ਇਹ ਇੱਕ ਜਸਟ ਇੱਕ ਸਕਿੱਲ ਨੂੰ ਹੀ ਜਾਤਾਂ ਬਣਾ ਦਿੱਤੀਆਂ। ਬਿਲਕੁਲ, ਜਾਤ ਤਾਂ ਹੈ ਹੀ ਨਹੀਂ ਇਹਨੇ ਜੈਸਾ ਕੋਈ। ਹਾਂ, ਦੇਖੋ ਹੁਣ ਜਿਹੜੇ ਹੈਗੇ ਜੱਟ ਕਹਿੰਦੇ ਅਸੀਂ ਤਰਖਾਣਾ 'ਚ ਵਿਆਹ ਨਹੀਂ ਕਰਦੇ, ਅਸੀਂ ਇਹਨਾਂ 'ਚ ਵਿਆਹ ਨਹੀਂ ਕਰਦੇ, ਉਹ ਕਹਿੰਦੇ ਅਸੀਂ ਨਹੀਂ ਇਹਨਾਂ 'ਚ ਕਰਦੇ। ਬਸ ਆਹੀ ਕੁਛ ਚੱਲ ਰਿਹਾ ਸਾਰਾ ਕੁਛ। ਆਹ ਤੇ ਗੱਲ ਹੈ ਨਹੀਂ, ਜਿਸ ਕੁਛ ਵੀ ਨਹੀਂ। ਹੁਣ ਬਾਹਰ ਜਦੋਂ ਹੁਣ ਆਪਣੇ ਮੁੰਡੇ ਜਿੰਨੇ ਵੀ ਕੰਮ ਕਰਦੇ ਆ, ਤੇ ਕੀ ਉਹ ਜਿਹੜਾ ਕੰਮ ਕਰਦੇ ਆ ਉਹਦਾ ਮਤਲਬ ਇਹੋ ਹੀ ਉਹਨਾਂ ਦੀ ਉਹ ਜੇ ਕਾਰਪੈਂਟਰ ਦਾ ਕੰਮ ਕਰਦੇ ਉਹ ਤਰਖਾਣ ਹੋ ਗਏ। ਫਿਰ ਜੇ ਉਹ ਸੁਨਹਿਰੇ ਦਾ ਕੰਮ ਕਰਨਗੇ ਤੇ ਫਿਰ ਕੀ ਉਹ ਸੁਨਹਿਰੇ ਹੋ ਜਾਣਗੇ। ਪਰ ਉੱਥੇ ਨਹੀਂ ਆਪਾਂ ਚੀਜ਼ ਨੂੰ ਇੰਪਲੀਮੈਂਟ ਕਰਦੇ। ਪਰ ਆਪਾਂ ਜਦੋਂ ਇੰਡੀਆ 'ਚ ਆ ਜਾਂਦੇ ਹਾਂ ਤੇ ਇਹ ਚੀਜ਼ਾਂ ਦੇ ਨਾਲ ਨੁਕਸਾਨ ਕਿੰਨਾ ਹੋ ਗਿਆ, ਪਤਾ ਕਿੰਨਾ ਨੁਕਸਾਨ ਹੋਇਆ। ਡਿਵੈਲਪਮੈਂਟ ਸਾਰੀ ਇਹਦੇ ਸਿਰ ਤੇ ਰੁਕੀ। ਬਿਲਕੁਲ।
ਆ ਜਿਹੜੇ SC BC ਜਿਹੜੀਆਂ ਗੌਰਮੈਂਟ ਨੇ ਲਾਈਆਂ ਵਾ, ਇਹ ਇੱਕ ਮਾੜੀ ਚੀਜ਼ ਹੈ। ਬਿਲਕੁਲ। ਇਹਦੇ ਨਾਲ ਇਹ ਨਹੀਂ ਕੋਈ ਚਲੋ ਕਿਸੇ ਨੂੰ ਨੌਕਰੀ ਮਿਲੇ ਨਾ ਮਿਲੇ, ਪਰ ਇਹਦੇ ਨਾਲ ਕੀ ਬੰਦੇ ਦੇ ਅੰਦਰ ਹੀਨ ਭਾਵਨਾ ਆ ਜਾਂਦੀ। ਨਹੀਂ, ਜੇ ਦੇਣਾ ਹੈ ਉਹਨਾਂ ਨੂੰ ਤੇ ਗੋਰਖੀ ਸਾਹਿਬ, ਜੇ ਉਹਨਾਂ ਨੇ ਜਿਹੜੀ ਉਹਨਾਂ ਨੇ ਲਾਉਣੀ ਹੈਗੀ ਆ ਥੋੜੀ ਬਹੁਤ ਕੰਸੈਸ਼ਨ ਦੇਣੀ ਹੈ ਤੇ ਗਰੀਬ ਨੂੰ ਦੇਣਾ, ਜਿਹੜਾ ਵਿਚਾਰਾ ਰੋਟੀ ਖਾਣ ਤੋਂ ਮੁਹਤਾਜ ਹੋ ਰਿਹਾ ਉਹਨੂੰ ਦੇਣ, ਭਾਵੇਂ ਜੱਟ ਹੋਏ ਭਾਵੇਂ ਕੋਈ ਜਿਹੜਾ ਮਰਜ਼ੀ ਜਾਤ ਦਾ ਹੋਏ, ਭਾਵੇਂ ਬ੍ਰਾਹਮਣ ਹੋਏ। ਇਹ ਪਤਾ ਨਿੱਜਰ ਸਾਹਿਬ, ਹੁਣ ਇੱਥੇ ਤੇ ਇਹਨਾਂ ਨੂੰ ਇੱਥੇ ਤੇ ਗੌਰਮੈਂਟ ਇੱਥੇ ਜਿੱਥੇ ਗਲਤੀ ਹੋ ਗਈ ਆ ਕਿ ਗੌਰਮੈਂਟ ਨੇ ਅਸਲ ਤੇ ਗਰੀਬ ਨੂੰ ਹੀ ਚੁੱਕਣਾ, ਪਰ ਗਰੀਬ ਦਾ ਮਤਲਬ ਇਹ ਪਤਾ ਕਿਹੜੇ ਗਰੀਬ ਆ ਗਏ ਨੇ ਵਿੱਚ, ਜਿਹੜਾ ਪਿਓ ਵੀ ਡਾਕਟਰ ਆ, ਬਸ ਮਾਂ ਵੀ ਪ੍ਰੋਫੈਸਰ ਲੱਗੀ ਆ, ਤੇ ਉਹ ਚਾਹੁੰਦੀ ਕਿ ਮੇਰਾ ਮੁੰਡਾ ਵੀ ਪ੍ਰੋਫੈਸਰ ਲੱਗ ਜਾਓ। ਉਹਨੂੰ ਰਿਜ਼ਰਵੇਸ਼ਨ ਤਾਂ ਹੈ ਹੀ ਹੈ, ਭਾਵੇਂ ਉਹ ਤਾਂ ਭਾਵੇਂ ਜਿਹੜਾ ਹੈਗਾ ਮਿਨਿਸਟਰ ਵੀ ਬਣ ਜੇ, ਗੋਰਖੀ ਸਾਹਿਬ ਮਿਨਿਸਟਰ ਬਣ ਜੇ ਸ਼ਡਿਊਲ ਕਾਸਟ ਦਾ ਬੰਦਾ, ਉਹਦੇ ਬੱਚਿਆਂ ਨੂੰ ਫਿਰ ਰਿਜ਼ਰਵੇਸ਼ਨ ਹੈਗੀ ਹੈ। ਇਹ ਵੇਖੋ ਕਿੰਨੀ ਵੱਡੀ ਬੇਵਕੂਫੀ ਆ। ਇਹਨਾਂ ਚ ਇੰਨੀ ਕਰਤੂਤ ਨਹੀਂ ਹੈਗੀ ਕਿ ਬਈ ਇੱਕ ਬੰਦਾ ਸਰਕਾਰੀ ਜੌਬ ਕਰ ਰਿਹਾ। ਤੁਹਾਡੀ ਆਵਾਜ਼ ਬੰਦ ਹੋ ਗਈ। ਆ ਗਈ ਉਹ ਨਹੀਂ, ਵਿੱਚ ਨਾ ਫੋਨ ਆ ਗਿਆ। ਹਾਂਜੀ। ਜਦੋਂ ਇੱਕ ਬੰਦੇ ਨੂੰ ਨੌਕਰੀ ਮਿਲ ਗਈ ਉਸ ਤੋਂ ਬਾਅਦ ਉਹਦਾ ਕੋਟਾ ਖਤਮ ਕਰ, ਸਿੰਪਲ ਜੀ ਗੱਲ। ਉਹ ਬੰਦੇ ਕੋਲ ਇਨਫ ਮਨੀ ਆ, ਉਹਦੇ ਬੱਚੇ ਜਿਹੜੇ ਪੈਰ ਤੇ ਸਟੈਂਡ ਹੋ ਜਾਣਗੇ, ਘਰ-ਬਾਰ ਹੈਗੇ ਆ, ਉਹਨੂੰ ਤੇ ਲੋੜ ਹੀ ਨਹੀਂ। ਜੇ ਦੇਣਾ ਤੇ ਉਹਨੂੰ ਦੋ ਕਿ ਸੱਚੀ ਜਿਹੜਾ ਬੰਦਾ ਬਿਲਕੁਲ ਹੀ ਪੂਰਾ ਹੈਗਾ ਵਾ, ਉਹਨਾਂ ਨੂੰ ਆਪਾਂ ਹੈਲਪ ਕਰਨੀ ਚਾਹੀਦੀ। ਚਲੋ ਠੀਕ ਹੈ, ਇਹ ਵੀ ਟੌਪਿਕ ਸੀ। ਸੋ ਸਾਧ ਸੰਗਤ ਜੀ, ਜਾਤਾਂ ਕੁਛ ਨਹੀਂ ਹੁੰਦੀਆਂ, ਇਹ ਬੰਦੇ ਦੀ ਸੋਚ ਹੁੰਦੀ ਆ, ਤੇ ਇਹ ਇੱਕ ਕੇਵਲ ਸਕਿੱਲ ਸੀ ਕਿ ਜੋ ਆਪਾਂ ਹੁਣ ਘਰ 'ਚ ਕਿਸੇ ਨੂੰ ਪਿੰਡ 'ਚ 10-12 ਬੰਦੇ, ਤੁਹਾਨੂੰ ਸ਼ਾਇਦ ਯਾਦ ਹੋਵੇ ਇਹ ਜਦੋਂ ਅੰਮ੍ਰਿਤਸਰ ਧਰਤੀ ਵਸਾਈ ਗਈ ਸੀ, ਉਦੋਂ ਨਿੱਜਰ ਸਾਹਿਬ ਤੁਸੀਂ ਵੀ ਮੈਨੂੰ ਕਿਹਾ ਸੀ ਪਤਾ ਨਹੀਂ ਕਿੰਨੀ ਕਿਸਮ ਦੇ 36 ਕਿਸਮ ਦੇ ਇੱਥੇ ਲੋਕ ਲਿਆਂਦੇ ਸੀ, ਉਹਨਾਂ ਦਾ ਅਲੱਗ ਉਹਨਾਂ ਦਾ ਪ੍ਰੋਫੈਸ਼ਨ ਸੀ, ਤਾਂ ਜੋ ਉਸ ਸਿਟੀ ਨੂੰ ਬਿਲਡ ਕਰਨ ਦੇ ਵਿੱਚ ਹੈਲਪ ਕਰਨ, ਲੋਕਾਂ ਦੀ ਜ਼ਿੰਦਗੀ ਨੂੰ ਈਜ਼ੀ ਕਰਨ। ਕਿਉਂਕਿ ਹੁਣ ਕਾਰਪੈਂਟਰ ਦਾ ਕੰਮ ਹੈ ਤੇ ਕਾਰਪੈਂਟਰ ਨੇ ਕਰਨਾ ਨਾ, ਬਿਲਕੁਲ ਕੰਮ ਹੁੰਦਾ। ਨਗਰੀ ਵਸਾਈ ਸੀ, ਸਾਰੇ ਜਿਹੜੇ ਲੈ ਕੇ ਆਏ ਸੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਤੇ ਉਹ ਇੱਕ ਸਕਿੱਲ ਸੀ, ਨਾ ਕਿ ਉਹਨਾਂ ਦੀ ਜਾਤ ਸੀ। ਪਰ ਆਪਾਂ ਕੀ ਕਰਦਾ ਹੈ, ਆਪਾਂ ਇੰਨੇ ਨਲਾਇਕ ਹੀ ਕਹਿ ਸਕਦਾ, ਆਪਾਂ ਉਹਨਾਂ ਨੂੰ ਉਹਨਾਂ ਦੇ ਨਾਂ ਉਲਟੇ ਪਾ ਇਹ ਨਹੀਂ, ਇਹ ਸਹੀ ਨਹੀਂ। ਉਹਦੇ ਨਾਲ ਕੀ ਹੁੰਦਾ ਕਿ ਉਹ ਕਾਫੀ ਗੜਬੜ ਹੋ ਜਾਂਦੀ ਆ, ਔਰ ਉਹਦੇ ਨਾਲ ਸਮਾਜ ਦੇ ਵਿੱਚ ਨਾ ਇੱਕ ਬੜੀ ਘਟੀਆ ਜਿਹੀ ਕਿਸਮ ਦੀ ਸੋਚ ਪੈਦਾ ਹੋ ਜਾਂਦੀ ਆ। ਔਰ ਜਦੋਂ ਆਪਾਂ ਨੂੰ ਕੋਈ ਲੇਬਲ ਕਰ ਦਿੰਦੇ ਆ, ਇਹ ਲੇਬਲ ਤੇ ਹੁਣ ਵੇਖੋ ਬਾਹਰ ਦੇ ਮੁਲਕਾਂ 'ਚ ਜਾ ਕੇ ਆਪਾਂ ਕੰਮ ਕਰਦੇ ਆ, ਮੈਨੂੰ ਪਤਾ ਕਾਫੀ % ਮੇਰੇ ਦੋਸਤ ਹੀ ਹੈ ਕਿ ਉੱਥੇ ਸਫਾਈ ਦਾ ਕੰਮ ਕਰਦੇ ਆ, ਤੇ ਪਰ ਇੱਥੇ ਜਦੋਂ ਕੋਈ ਬੰਦਾ ਕੰਮ ਕਰਦਾ ਤੇ ਆਪਾਂ ਨੂੰ ਉਹਨਾਂ ਨੂੰ ਪਤਾ ਨਹੀਂ ਹਰੀਜਨ ਕਹਿ ਦਿੰਦੇ ਜਾਂ ਕੋਈ ਹੋਰ ਕਹਿ ਦਿੰਦੇ, ਪਰ ਇਹ ਨਿੱਜਰ ਸਾਹਿਬ ਸਹੀ ਨਹੀਂ ਹੈ। ਬਿਲਕੁਲ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਜਦੋਂ ਉਹਨਾਂ ਨੇ ਅੰਮ੍ਰਿਤ ਛਕਾਇਆ, ਵੇਖੋ ਉਹਨਾਂ ਦੇ ਵਿੱਚ ਵੀ, ਔਰ ਉਹ ਉੱਥੇ ਕੋਈ ਜਾਤ ਪਾਤ ਨੂੰ ਖਤਮ ਕੀਤਾ ਸੀ, ਸਾਨੂੰ ਕੀ ਸੋਚ ਦਿੱਤੀ ਸੀ। ਪਰ ਸਾਨੂੰ ਤੁਹਾਨੂੰ ਪਤਾ ਹੈ ਇਹ ਜਿਹੜਾ ਅੰਮ੍ਰਿਤ ਛਕਾਉਣ ਦਾ ਔਰ ਲੰਗਰ ਤੇ ਪੰਗਤ ਦੀ ਸੰਸਥਾ ਚਲਾਉਣ ਦਾ ਕਾਰਨ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਚੀਜ਼ ਨੂੰ ਰਿਜੈਕਟ ਕੀਤਾ ਸੀ ਕਿ ਤੁਸੀਂ ਮੈਨੂੰ ਸੁਪੀਰੀਅਰ ਬਣਾਉਣਾ ਚਾਹੁੰਦੇ, ਜੋ ਮੇਰੇ ਗਲ 'ਚ ਧਾਗਾ ਪਾ ਕੇ, ਮੈਨੂੰ ਧਾਗਾ ਨਹੀਂ ਚਾਹੀਦਾ ਤੁਹਾਡਾ। ਕਬੀਰ ਜੀ ਕੀ ਕਰ ਰਹੇ ਆ, ਇਹ ਵੀ ਲੜ ਰਹੇ ਨੇ, ਇਕੱਲੇ ਲੜ ਰਹੇ ਨੇ ਬਨਾਰਸ ਦੇ ਨਾਲ। ਅਬ ਜਸਟ ਸੋਚੋ ਕਿ ਕਿਹੋ ਜਿਹਾ ਬੰਦਾ ਹੋਊਗਾ। ਆਖਰ ਤੇ ਇੰਨਾ ਵਿਦਰੋਹ, ਇੰਨਾ ਵੱਡਾ ਸਿਸਟਮ, ਔਰ ਇੱਕ ਇਨਸਾਨ ਖੜਾ ਹੋ ਕੇ, ਕਬੀਰ ਜੀ ਕਹਿੰਦੇ ਆ ਕਿ ਔਖੜ ਘਾਟੀ, ਕਿ ਉਹ ਵੀ ਕਹਿੰਦੇ ਕਿ ਔਖੀ ਘਾਟੀ ਤੇ ਮੈਂ ਚੜ ਰਿਹਾ, ਤੈ ਚੜ ਰਹੇ ਹੋ ਕਬੀਰ, ਕਿ ਇੱਥੇ ਮੈਂ ਮਾੜਾ ਜਿਹਾ ਇਹੋ ਕਹਿ ਦਿੱਤਾ ਕਿ ਸਾਰਿਆਂ 'ਚ ਪਰਮਾਤਮਾ ਵੱਸਦਾ ਹੈ। ਤੇ ਉਹ ਕਹਿੰਦੇ ਕਿੱਦਾਂ ਵੱਸਦਾ ਹੈ, ਅਸੀਂ ਤੇ ਬ੍ਰਾਹਮਣ ਹੈਗੇ ਆ, ਤੇ ਉਹ ਕਹਿੰਦੇ ਸ਼ੂਦਰ ਹੈਗੇ ਆ, ਤੇ ਉਹ ਉੱਥੇ ਰੌਲਾ ਪੈ ਗਿਆ। ਬਿਲਕੁਲ ਪੈ ਗਿਆ। ਪਰਮਾਤਮਾ ਤੇ ਸਾਰਿਆਂ 'ਚ ਸੇਮ ਹੀ ਵੱਸਦਾ ਹੈ। ਉਹਦੇ ਬੱਚਾ ਹੀ ਪੈਦਾ ਹੋਇਆ, ਉਹਦੇ ਤੇ ਕੋਈ ਲੇਬਲ ਨਹੀਂ ਲੱਗਾ। ਫਿਰ ਹਿੰਦੂ ਕੀ ਕਰਦਾ ਕਿ ਉਹ ਆਪਣਾ ਉਹਨੂੰ ਕਾਰੀਗਰਮ ਕਰਦਾ ਹੈ, ਤੇ ਮੁਸਲਮਾਨ ਜਿਹੜਾ ਉਹਨੂੰ ਆਪਣਾ ਕਰ ਦਿੰਦਾ, ਸਿੱਖ ਜਿਹੜਾ ਆਪਣਾ ਕਰ ਦਿੰਦਾ, ਤੇ ਬਾਅਦ ਦੇ ਵਿੱਚ ਉਹਦੀ ਆਇਡੈਂਟੀਟੀ ਆਪਾਂ ਚੇਂਜ ਕਰ ਦਿੰਦੇ। ਪਰ ਬੱਚਾ ਤੇ ਬੱਚਾ ਹੀ ਪੈਦਾ ਹੁੰਦਾ ਨਿੱਜਰ ਸਾਹਿਬ। कबीर जी अपने चीज समझा रहे हैं। हम आगे बोलो निजर साहब। जब हम एको एक कर जाने तब लोग काहे दुख मानिया, कहते मैं सारिਆਂ ਨੂੰ ਇੱਕ ਸਮਝਦਾ ਹਾਂ ਭਾਈ, ਤੇ ਲੋਕਾਂ ਨੂੰ ਕਿਉਂ ਪ੍ਰੋਬਲਮ ਆ ਰਹੀ ਹੈ ਭਾਈ? ਹਾਂ, ਲੋਕਾਂ ਨੂੰ ਇਸ ਕਰਕੇ ਪ੍ਰੋਬਲਮ ਆਉਂਦੀ ਹੈ ਕਿ ਲੋਕੀ ਜਿਹੜੇ ਨਾ ਆਪਣੇ ਮਗਰ ਸੱਜ ਬੰਨ ਕੇ ਬੈਠੇ ਸੀ ਕਿ ਅਸੀਂ ਬਹੁਤ ਸੁਪੀਰੀਅਰ ਹਾਂ, ਔਰ ਇਸ ਚੀਜ਼ ਦਾ ਆਪਨੇ ਦੇਖਣਾ ਹੋਵੇ ਤੇ ਅਜੇ ਵੀ ਕੁਝ ਟੈਂਪਲ ਹੈਗੇ ਆ, ਉੱਥੇ ਆਮ ਦੂਜੀ ਜਾਤਾਂ ਦੇ ਬੰਦੇ ਨਹੀਂ ਜਾ ਸਕਦੇ। ਬਿਲਕੁਲ ਨਹੀਂ ਜਾ ਸਕਦੇ। ਸਪੈਸ਼ਲ ਸਾਧ ਸੰਗਤ ਜੀ, ਇਹ ਦਰਬਾਰ ਸਾਹਿਬ ਬਣਾਇਆ ਗਿਆ, ਔਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਂਝੀ ਬਾਣੀ ਪਾਈ। ਅੱਜ ਇਹ ਵੀ ਆਪਣੇ ਧਰਮ 'ਚ ਇਹੋ ਹੀ ਨਲਾਇਕੀ ਆ ਚੁੱਕੀ ਆ
ਇਕੱਲਾ ਸਰਦਾਰ ਬੰਦਾ ਹੀ ਉਹਦੇ ਮਗਰ ਚੌਸਾਬ ਕਰ ਸਕਦਾ ਹੈ। ਆਪ ਜਸਟ ਸੋਚੋ, ਇਹ ਬੁਰਾ ਨਾ ਮੰਨਿਓ, ਮੈਂ ਨਹੀਂ ਕਹਿੰਦਾ ਕਿ ਗਲਤ ਆ ਜਾਂ ਸਹੀ ਆ, ਪਰ ਧਰਮ ਜਿਹੜਾ ਸਾਡਾ ਨਾ ਫਾਊਂਡੇਸ਼ਨ ਵੇਖੋ ਇਹਨਾਂ ਦੀ। ਟਾਈਮ ਮੀਰ ਕੋ ਨੀਰ ਖਾ ਰਹੇ ਨੇ। ਇਹ ਨਹੀਂ ਕਿਹਾ ਕਿ ਤੂੰ ਧਰਮ ਚੇਂਜ ਕਰ, ਸਾਡੇ ਵਰਗਾ ਬਣ ਜਾ। ਹਿੰਦੂਆਂ ਦੀ, ਮੁਸਲਮਾਨਾਂ ਦੀ, ਜਿਹੜੇ ਬਿਲਕੁਲ ਹੀ ਕਮਜ਼ੋਰ ਸਨ, ਜਿਨ੍ਹਾਂ ਨੂੰ ਕੋਈ ਉਹ ਉਸ ਟਾਈਮ ਤੇ ਕੋਈ ਕਦਰ ਨਹੀਂ ਸੀ, ਉਹਨਾਂ ਦੀ ਬਾਣੀ ਬ੍ਰਹਮ ਗਿਆਨੀਆਂ ਦੀ ਬਾਣੀ ਵਿੱਚ ਲਿਖੀ, ਜਿਹਦਾ ਕਾਰਨ ਸੀ ਸਾਡੀ ਵਿਜ਼ਨ ਉੱਚੀ ਕਰਨ ਦਾ। ਕਿਸੇ ਹੱਦ ਤੱਕ ਜਿਹੜੀ ਸਾਨੂੰ ਜਾਤ ਪਾਤ ਤੋਂ ਉੱਚਾ ਚੁੱਕਣਾ ਚਾਹੁੰਦੇ ਸੀ। ਕੱਲ ਵੇਖਿਆ ਨੰਬਰ 93 ਤੇ ਕਥਾ ਪਾਈ ਆ, ਵੇਖੋ ਸਾਰੀ ਦੇਖੋ। ਅੱਜ ਕੱਲ ਦੀ ਕਥਾ ਜਿਹੜੀ ਚੱਲੀ ਸੀ ਪਰਸੋਂ ਦੀ, 93 ਨੰਬਰ ਅੰਗ ਤੇ ਉਹਨਾਂ ਨੇ 92 ਨੰਬਰ ਤੇ ਉਹਨਾਂ ਦੀ ਅੰਕਿਤ ਕੀਤੀ ਹੈ ਪੈਣੀ ਕੀਤੀ ਬਾਣੀ। ਬਿਲਕੁਲ ਆਪਣੇ ਗੁਰੂਆਂ ਦੀ ਸੋਚ ਵੇਖੀ ਆਪਾਂ ਕਿੱਥੇ ਸਟੈਂਡ ਕਰਦੇ ਹਾਂ। ਜਸਟ ਸਾਡੇ ਲਈ ਇੱਕ ਬਹੁਤ ਵੱਡਾ ਠੀਕ ਹੈ। ਤੇ ਬਸ ਏਦਾਂ ਦੀਆਂ ਗੱਲਾਂ ਨੇ, ਪਲੀਜ਼ ਇਹਨਾਂ ਗੱਲਾਂ ਤੇ ਥੋੜਾ ਜਿਹਾ ਵਿਚਾਰ ਕਰਿਆ ਕਰੋ। ਤੇ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਇੱਕ ਕਮਜ਼ੋਰੀ ਹੈ। ਔਰ ਹੁਣ ਤੇ ਕਾਫੀ ਸੁਧਾਰ ਹੋ ਰਿਹਾ ਹੈ, ਕਿਉਂਕਿ ਹੁਣ ਤੇ ਜਦੋਂ ਕਹਿੰਦੇ ਕਿ ਜਿਹਦੇ ਘਰ ਦਾਣੀ ਉਹਦੇ ਕਮਲੇ ਵੀ ਸਿਆਣੇ। ਜਦੋਂ ਕਮਜ਼ੋਰ ਹੈ ਤੇ ਜਾਤਾਂ ਚ ਆਜ਼ਾਦ ਆ ਜਾਂਦੀਆਂ। ਜਦੋਂ ਅਗਰ ਅਗਲੇ ਬੰਦਾ ਤਕੜਾ ਹੁੰਦਾ ਨੀਚੇ ਤਾਂ ਫਿਰ ਜਾਤਾਂ ਜੋਤਾਂ ਨੂੰ ਕੀ ਕਹਿੰਦੇ ਕੀ ਲੋੜ ਪਈ ਹੈ। ਏਦਾਂ ਹੀ ਕਰਦੀ ਦੁਨੀਆ ਹਨਾ, ਸਮਝ ਨਾਲ ਹਿਸਾਬ ਬੰਦਾ ਆਪਣੇ ਨਾਲ ਵੇਖ ਲੈਂਦਾ। ਹਾਂਜੀ ਨੇਜਰ ਸਾਹਿਬ ਅੱਗੇ ਚੱਲੀਏ। ਹਮ ਅਪਤੈ ਆਪਣੀ ਪਤ ਖੋਈ, ਕਹਿੰਦੇ ਮੈਂ ਆਪਣੇ ਆਪ ਜਿਹੜਾ ਹੈਗਾ ਆਪਣੀ ਇੱਜ਼ਤ ਅਤੇ ਤੁਹਾਡੇ ਹਿਸਾਬ ਦੇ ਨਾਲ ਮੈਂ ਆਪਣੀ ਇੱਜ਼ਤ ਆਪ ਗਵਾ ਰਿਹਾ ਮੈਂ, ਕਿਉਂਕਿ ਤੁਹਾਨੂੰ ਨਹੀਂ ਪਤਾ ਮੇਰੀ ਇੱਜ਼ਤ ਮਾਲਕ ਦੇ ਦਰ ਤੇ ਬਣ ਰਹੀ ਹੈ। ਮੈਂ ਆਪਣੇ ਆਪ ਆਪਣੀ ਇੱਜ਼ਤ ਜਿਹੜਾ ਤੁਹਾਡੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਹੈਗਾ ਗਵਾ ਰਿਹਾ ਹੈ। ਮੇਰੀ ਮਰਜ਼ੀ ਹੈਗੀ ਭਾਈ। ਹਮ ਅਪਤੈ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ। ਕਹਿੰਦੇ ਮੈਂ ਤਾਂ ਇਸ ਤਰ੍ਹਾਂ ਹੀ ਦੇਖੂੰਗਾ ਸਾਰਿਆਂ ਦੇ ਵਿੱਚ ਪਰਮਾਤਮਾ ਦੇਖੂੰਗਾ। ਮੈਂ ਕੋਈ ਉੱਚੀ ਨੀਵੀਂ ਜਾਤ ਦਾ ਨਹੀਂ ਹੈਗਾ। ਮੇਰੀ ਜੋ ਸੋਚ ਹੈਗੀ, ਮੇਰੀ ਸੋਚ ਨੂੰ ਕੋਈ ਫਾਲੋ ਨਾ ਕਰੇ ਭਾਈ। ਮੇਰੇ ਖੋਜ ਤੇ ਨਾ ਆਓ ਕੋਈ, ਮੇਰੇ ਪਿੱਛੇ ਖੋਜ ਕਹਿੰਦੇ ਆ ਸਟੈਪ, ਮੇਰੇ ਸਟੈਪਸ ਦੇ ਉੱਤੇ ਨਾ ਕੋਈ ਆਓ, ਮੇਰੀ ਮੱਤ ਨੂੰ ਨਾ ਲਓ ਕੋਈ, ਰਹਾਓ। ਹਾਂਜੀ ਵੀਰ ਜੀ। ਹਾਂਜੀ ਬਸ ਇਹੋ ਗੱਲ ਕਹਿਤੀ ਉਹਨਾਂ ਨੇ। ਉਹ ਕਹਿੰਦੇ ਆ ਕਿ ਮੈਂ ਜਦੋਂ ਕਹਿਤਾ ਕਿ ਸਾਰਿਆਂ 'ਚ ਪਰਮਾਤਮਾ ਹੀ ਹੈ, ਕੋਈ ਜਾਤ ਪਾਤ ਨਹੀਂ ਹੈਗੀ, ਸਾਰੇ ਇੱਕ ਬਰਾਬਰ ਨੇ, ਕੋਈ ਵੀਰ ਨਹੀਂ ਆ, ਕੋਈ ਨੀਵਾਂ ਨਹੀਂ ਹੈ। ਤੇ ਫਿਰ ਇਹ ਗੱਲ ਕਹਿਣ ਦੇ ਨਾਲ ਕੀ ਹੋ ਗਿਆ ਕਿ ਇੱਜ਼ਤ ਘਟ ਗਈ ਕਿ ਜਿਹੜੇ ਦੂਜੇ ਸੀ ਉਹ ਕਹਿੰਦੇ ਕਿ ਬੰਦਾ ਸਹੀ ਨਹੀਂ। ਉਹਨਾਂ ਨੂੰ ਗੁੱਸਾ ਆ ਗਿਆ, ਉੱਪਰ ਹੀ ਕਹਿਤਾ ਨਾ ਉਹਨਾਂ ਨੇ, ਲੋਗਨ ਕਾਹੇ ਦੁੱਖ ਮਾਨਿਆ। ਉਹਨਾਂ ਨੂੰ ਦੁੱਖ ਦਾ ਮਤਲਬ ਹੈ ਉਹਨਾਂ ਨੂੰ ਗੁੱਸਾ ਆ ਗਿਆ। ਹਾਂ ਉਹ ਕਹਿੰਦੇ ਉਹਨਾਂ ਨੂੰ ਭੁੰਡੀ ਵਿੱਚ ਲੜ ਗਈ। ਜੇ ਭੁੰਡੀ ਵਿੱਚ ਲੜੀ ਤੇ ਫਿਰ ਵਾਹ ਇੱਜ਼ਤ ਹੀ ਮੇਰੀ, ਉਹ ਇੱਜ਼ਤ ਮੇਰੀ ਘਟ ਗਈ। ਉਹ ਚਾਹੁੰਦੇ ਸੀ ਕਿ ਸਾਨੂੰ ਵਧਾ, ਸਾਨੂੰ ਚੁੱਕ। ਪਰ ਉਹਨਾਂ ਨੇ ਕਹਿਤਾ ਕਿ ਇਹ ਕੋਈ ਸਪੈਸ਼ਲ ਕੋਈ ਨਹੀਂ ਹੈਗਾ, ਪਰਮਾਤਮਾ ਦੀ ਨਜ਼ਰ 'ਚ ਸਾਰੇ ਬਰਾਬਰ। ਔਰ ਬ੍ਰਹਮ ਗਿਆਨੀ ਆ। ਉਹ ਕੱਲ ਦੀ ਉਹ ਕਹਿੰਦੇ ਸੀ ਨਾ, ਇੱਕ ਸੈਕਿੰਡ ਉਹਨਾਂ ਨੇ ਮੈਨੂੰ ਨਾ ਭੇਜਿਆ ਸੀ ਕਿ ਉਹ ਜਿਹੜਾ ਨਾਮ ਸੀ ਨਾ ਨਿੱਜਰ ਸਾਹਿਬ, ਉਹਨਾਂ ਦਾ ਨਾਮ ਸੀ ਮਨਸੂਰ ਸੀ ਨਾਂ ਉਹਨਾਂ ਦਾ। ਤੇ ਜੁਨੇਦ ਜਿਹੜੇ ਸੀ, ਜੁਨੇਦ ਦਾ ਚੇਲਾ ਸੀ ਉਹ ਮਨਸੂਰ। ਜੁਨੇਦ ਨੇ ਹਜ਼ਰਤ ਜੁਨੇਦ ਸੀ ਨਾ, ਸੈਯਦ ਹਜ਼ਰਤ ਜੁਨੇਦ। ਤੇ ਉਹ ਫਕੀਰ ਸਨ ਤੇ ਉਹਨਾਂ ਦਾ ਜਿਹੜਾ ਚੇਲਾ ਸੀ ਮਨਸੂਰ ਸੀ। ਮਨਸੂਰ ਨੇ ਕਿਹਾ ਸੀ ਉਹ। ਤੇ ਫਿਰ ਮਨਸੂਰ ਨੂੰ ਜਦੋਂ ਉਹਨਾਂ ਨੇ ਸੰਘਾਰਨਾਥ ਦੀ ਸਜ਼ਾ ਦੇ ਦਿੱਤੀ ਸੀ ਕਿ ਇਹਨੂੰ ਪੱਥਰ ਮਾਰੋ, ਇਹਨੂੰ ਖਤਮ ਕਰ ਦੋ, ਤੇ ਫਿਰ ਉਹ ਕਹਿੰਦੇ ਸੀ ਕਿ ਪੱਥਰ ਤੇ ਮਾਰ ਦਿੱਤੇ, ਮੈਨੂੰ ਕੁਝ ਨਹੀਂ ਹੋਇਆ। ਪਰ ਜਦੋਂ ਤੂੰ ਫੁੱਲ ਮਾਰਿਆ ਨਾ, ਤੂੰ ਮੈਨੂੰ ਕਹਿੰਦਾ ਫੁੱਲ ਭੇਟ ਨਹੀਂ ਕੀਤਾ, ਤੂੰ ਮਾਰਿਆ ਹੈ। ਤੇ ਮਾਰ ਕੇ ਤੇ ਤੂੰ ਬਹੁਤ ਵੱਡੀ ਗੜਬੜ ਕੀਤੀ ਹੈ। ਇਹੋ ਸਿਚੁਏਸ਼ਨ ਕਬੀਰ ਸਾਹਿਬ ਜੀ ਦੇ ਸਾਹਮਣੇ ਆ ਚੁੱਕੀ ਹੈ। ਉਹ ਕਹਿੰਦੇ ਸਾਰੇ ਬਰਾਬਰ ਨੇ। ਮੈਂ ਇੰਨੀ ਗੱਲ ਕਹਿਤੀ ਆ ਤੇ ਇੰਝ ਲੱਗਦਾ ਕਿ ਭੂੰਡ ਲੜ ਗਏ ਲੋਕਾਂ ਨੂੰ। ਬਿਲਕੁਲ। ਤੇ ਸਾਰੇ ਮੇਰੇ ਬਰਖਲਾਫ ਹੋ ਗਏ, ਇੱਜ਼ਤ ਮੇਰੀ ਖੋ ਗਈ। ਪਰ ਕਹਿੰਦੇ ਆ ਕਿ ਇੱਜ਼ਤ ਤੁਹਾਡੇ ਸਾਹਮਣੇ ਹੋ ਗਈ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਦਰਗਾਹ ਦੇ ਵਿੱਚ ਸੱਚਾ। ਬਿਲਕੁਲ ਬਿਲਕੁਲ। ਦਰਬਾਰ 'ਚ ਵੈਲਿਊ ਹੈਗੀ ਹੈ। ਉਹ ਜਿਹੜਾ ਵਹਿੰਦਾ ਪਿਆ ਹੈ, ਉਹ ਜਿਹਨੂੰ ਕਾਇਮ ਰੱਖਣ ਦੇ ਲਈ ਮੈਂ ਬੈਠਾ ਹੈ। ਉਹ ਕਹਿੰਦਾ ਕਿ ਲੱਖ ਬੰਦਾ ਵੀ ਗੁਨਾਹਗਾਰ ਤੇਰੇ ਹੱਥੋਂ ਨਿਕਲ ਜਾਵੇ, ਕੋਈ ਗੱਲ ਨਹੀਂ। ਇੱਕ ਇਮਾਨਦਾਰ ਬੰਦੇ ਨੂੰ ਜੇ ਤੂੰ ਸਜ਼ਾ ਮਿਲ ਗਈ ਦੇ ਦਿੱਤੀ ਤੇ ਧਰਤੀ ਕੰਬ ਜੇਗੀ। ਉਹ ਕਹਿੰਦਾ ਕਿ ਮੈਂ ਐਸਾ ਕੋਈ ਕੰਮ ਨਹੀਂ ਕੀਤਾ। ਪਰਮਾਤਮਾ ਦੇ ਇੱਜ਼ਤ ਦਰ 'ਚ ਮੇਰੀ ਇੱਜ਼ਤ ਵਧੀ ਆ। ਭਾਵੇਂ ਲੋਕਾਂ ਨੂੰ ਨਹੀਂ ਚੰਗਾ ਲੱਗਾ, ਕਿਉਂਕਿ ਸੱਚ ਸੁਣਨਾ ਕੋਈ ਮਾਈ ਦਾ ਲਾਲ ਹੀ ਹੁੰਦਾ ਜਿਹੜਾ ਸੱਚ ਸੁਣ ਸਕਦਾ ਹੈ। ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ ਸੱਚ ਨੂੰ ਹਜਮ ਕਰ ਜਾਣ ਦੀ। ਡਾਈਜੈਸਟਿਵ ਸਿਸਟਮ ਬਹੁਤ ਸਟਰੋਂਗ ਚਾਹੀਦਾ, ਤੁਹਾਡਾ ਇਮਿਊਨ ਸਿਸਟਮ। ਸੱਚ ਨੂੰ ਪਹੁੰਚਾਉਣਾ ਬੜਾ ਔਖਾ। ਔਰ ਬਾਕੀ ਇਹ ਗੱਲ ਹੈਗੀ ਹੈ, ਜਿਹੜਾ ਬੰਦਾ ਸੱਚ ਨੂੰ ਪਹੁੰਚਾ ਗਿਆ ਨਾ, ਉਹ ਬੰਦਾ ਟੌਪ ਤੇ। ਹਾਂਜੀ ਨਿਜਰ ਸਾਹਿਬ।
ਹਾਂ ਕਹਿੰਦੇ ਕਿ ਹਮ ਮੰਦੇ ਮਨ ਮਾਹੀ। ਮੈਂ ਮੰਦਾ ਹੈਗਾ ਨਾ ਤੁਹਾਡੀ ਨਜ਼ਰ 'ਚ, ਠੀਕ ਹੈ, ਮੈਂ ਆਪਣੇ ਅੰਦਰ ਮੰਦਾ ਹੈਗਾ, ਤੁਹਾਨੂੰ ਤਾਂ ਨਹੀਂ ਕੁਛ ਕਹਿ ਰਿਹਾ। ਮੈਂ ਮੰਦਾ ਹੈ, ਆਪਣੇ ਅੰਦਰ ਮੰਦਾ ਹੈ। ਮੇਰੀ ਤੁਹਾਡੇ ਨਾਲ ਕਾਹਦੀ ਸਾਂਝ ਪਾਤ ਹੈ? ਨਾ ਕਰੋ ਮੇਰੇ ਨਾਲ ਸਾਂਝ ਪਾਤ ਕਾਹੋਂ ਸੇ ਨਹੀਂ ਮੇਰੀ, ਕਿਸੇ ਨਾਲ ਤੁਹਾਡੇ ਨਾਲ ਸਾਂਝ ਪਾਤ ਨਹੀਂ। ਤੁਹਾਨੂੰ ਨਹੀਂ ਮੇਰੇ ਨਾਲ ਚੰਗਾ ਲੱਗਦਾ, ਨਾ ਕਰੋ ਮੇਰੇ ਨਾਲ ਸਾਂਝ ਪਾਤ। ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇਗੋ ਕਾਜ। ਕਹਿੰਦੇ ਮੈਨੂੰ ਜਿਹੜੀ ਹੈ ਤੁਹਾਡੀ ਇੱਥੇ ਸੰਸਾਰ ਦੀ ਇੱਜ਼ਤ ਤੇ ਬੇਪਤੀ ਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਕੋਈ ਇਹਦੇ ਨਾਲ ਇਹ ਲੱਜਿਆ ਨਹੀਂ ਹੈ ਮੇਰੇ, ਮੈਂ ਆਈ ਡੋਂਟ ਕੇਅਰ। ਤਾਂ ਤੁਹਾਨੂੰ ਤਾਂ ਪਤਾ ਲੱਗਣਾ ਜਦ ਉੱਥੇ ਅੱਗੇ ਜਾ ਕੇ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਇਹ ਦਿਖਾਵਾ, ਜਿਹੜਾ ਸਾਰਾ ਉੱਚਾ ਨੀਵਾਂ, ਇਹ ਬ੍ਰਾਹਮਣ ਛਤਰੀ ਵੈਸ਼ ਸ਼ੂਦ ਆਹ ਸਾਰੇ ਜਿਹੜੇ ਹੈਗੇ ਆ, ਇਹਦਾ ਭਾਜ ਉਗੜ ਗਿਆ ਨਾ, ਜਦ ਉੱਥੇ ਬ੍ਰਾਹਮਣਾਂ ਨੂੰ ਲਾਈਨ ਚਲਾ ਲਿਆ ਤੇ ਸ਼ੂਦਰਾਂ ਨੂੰ ਜਿਹੜਾ ਉੱਪਰ ਚੱਕ ਲਿਆ ਮਾਲਕ ਪਰਮਾਤਮਾ ਨੇ, ਉਦੋਂ ਫਿਰ ਪਤਾ ਲੱਗਣਾ ਹੈ ਤੁਹਾਨੂੰ ਸਾਰਾ ਕੁਛ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਸੁਪੀਰੀਅਰ ਬਣਾਈ ਫਿਰਦੇ, ਹਾਂ, ਜਿਹੜਾ ਆਪਣੇ ਆਪ ਨੂੰ ਪੋਲਿਸ਼ ਕੀਤਾ ਹੈ ਬਾਹਰੋਂ ਦਿਖਾਵੀ ਤੌਰ ਤੇ, ਤੁਸੀਂ ਮਜ਼ਹਬੀ ਲੋਕ ਜੋ, ਬੜਾ ਤੁਸੀਂ ਨਮਾਜ਼ੀ ਜੋ, ਤੁਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਜੋ, ਪਾਠ ਪੜ੍ਹਦੇ ਜੋ, ਸਾਰਾ ਨਾਟਕ ਪੂਰਾ ਕਰਦੇ ਜੋ, ਪਰ ਇਹ ਨਾਟਕ ਜਿਹੜਾ ਇਹਦੀ ਕੋਈ ਵੈਲਿਊ ਨਹੀਂ ਹੈਗੀ। ਅੰਦਰੋਂ ਕੁਛ ਨਹੀਂ ਹੈਗਾ ਨਿਜਾ ਸਾਹਿਬ। ਬਿਲਕੁਲ। ਔਰ ਗੁਰਕੀ ਸਾਹਿਬ ਦੇਖੋ, ਮੈਂ ਕਹਿੰਦਾ ਕਮਾਲ ਆ ਗੁਰਕੀ ਸਾਹਿਬ। ਦੇਖੋ ਗੜ ਆ, ਗੜ ਜਿਹੜਾ ਸੈਂਟਰ ਹੈਗਾ ਇਹ ਬਨਾਰਸ ਜਿਹੜਾ ਹੈਗਾ ਇਹ ਬ੍ਰਾਹਮਣਵਾਦ ਦਾ ਸੈਂਟਰ ਹੈਗਾ। ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਨੇ ਆਹ ਗੱਲ ਕਹਿਣੀ ਉਹ ਮਾਇਨੇ ਰੱਖਦੀ ਆ। ਇਹਨੂੰ ਕਹਿੰਦੇ ਆ ਸੂਰਮਾ। ਇਹਨੂੰ ਨਿੱਜੇ ਸਾਹਿਬ ਉਹਦੀ ਗੱਲ ਹੈਗਾ, ਖੱਡਿਓ ਤਿੱਕੀ ਤੇ ਵਾਲੋ ਨਿੱਕੀ ਤਿੱਤ ਮਾਰਕ ਦੇ ਚੱਲਣਾ। ਜਦੋਂ ਬੰਦਾ ਚੱਲਦਾ ਹੈ ਇੱਥੇ ਲਾ ਲਓ ਆਪ ਸੰਗਤ ਜੀ, ਇੱਕ ਸੋਚੋ ਇੱਥੇ ਗੁਰਦੁਆਰਿਆਂ ਦੇ ਖਿਲਾਫ ਕੋਈ ਬੰਦਾ ਬੋਲਦੇ ਉਹਦਾ ਕੀ ਹਾਲ ਕਰਨਗੇ, ਜਸਟ ਸੋਚੋ। ਤੇ ਉਹ ਜ਼ਮਾਨਾ ਜਿਹੜਾ ਸੀ ਇੰਨਾ ਕੱਟੜ ਸੀ, ਜੇਕਰ ਕਬੀਰ ਜੀ ਬੋਲ ਰਹੇ ਸੀ ਸੱਚੀ ਮਾਂ ਦਾ ਦੁੱਧ ਪੀਤਾ ਹੈ ਬੰਦੇ ਨੇ। ਬਿਲਕੁਲ ਸਹੀ ਗੱਲ ਹੈ, ਗੱਲਾਂ ਹੀ ਗੱਲਾਂ ਨਹੀਂ। ਆਪ ਜਸਟ ਦੇਖੋ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਕਹਿੰਦੇ ਆ ਕਿ ਤੁਹਾਨੂੰ ਕੁੜੀਆਂ ਦੇ ਵਿਆਹ ਕਰਾ ਦਿੰਦੇ ਆ ਤੇ ਸਾਡੇ ਨਾਲ ਮਹਿਲਾਂ 'ਚ ਰਹੋ, ਤੇ ਉਹ ਕਹਿੰਦੇ ਠੋਕਰ ਮਾਰਦੇ ਹੋ ਤੇਰੇ ਧਰਮ ਨੂੰ ਯੂਜ਼ ਕਰਦੇ, ਟਿੱਕੀ ਰਹਿਣਾ ਵਾ, ਇਹਦੇ ਵੀ ਤੈਨੂੰ ਛੱਡ ਦਾਂਗੇ ਤੇ ਕੀ ਕਰੇਗਾ, ਕੀ ਕਰੋਗੇ? ਉਹ ਕਹਿੰਦੇ ਕੀ ਕਰਾਂਗੇ, ਅਸੀਂ ਜਾਵਾਂਗੇ ਫਿਰ ਫੌਜ ਤਿਆਰ ਕਰਾਂਗੇ, ਫਿਰ ਤੇਰੇ ਤੇ ਅਟੈਕ ਕਰਾਂਗੇ। ਦੇਖੋ ਜਦੋਂ ਝੂਠ ਨਹੀਂ ਬੋਲਣਾ, ਬਿਲਕੁਲ ਇਹੀ ਕੁਛ ਨਹੀਂ ਕਹਿੰਦੇ। ਤੇ ਮੈਨੂੰ ਕਹੋ ਮਾੜਾ ਜਿਹਾ ਏਦਾਂ ਦਬਕਾ ਮਾਰ ਕੇ ਚਰਜੀ ਕੀ ਕਰੇਗਾ, ਮੈਂ ਜਨਾਬ ਮੈਂ ਕੁਛ ਨਹੀਂ ਕਰਨਾ, ਮੈਂ ਤੇ ਛੱਡ ਦੂੰਗਾ ਰਾਜ। ਉਹ ਬੱਚੇ ਕਹਿੰਦੇ ਆ ਨਹੀਂ ਤੂੰ ਸਾਨੂੰ ਛੱਡੇਗਾ, ਅਸੀਂ ਕੀ ਕਰਾਂਗੇ, ਜਾਵਾਂਗੇ ਵਾਪਸ, ਫੌਜ ਤਿਆਰ ਕਰਾਂਗੇ, ਫੌਜ ਤਿਆਰ ਕਰਕੇ ਕਿੱਥੇ ਤੈਅ ਕਰਾਂਗੇ। ਸੱਚ ਬੋਲਣਾ ਵਾ, ਸੱਚ ਹੀ ਹੈਗਾ ਸਾਡੇ ਕੋਲ, ਅਸੀਂ ਸੱਚ ਹੀ ਬੋਲਣਾ ਵਾ। ਔਰ ਸਾਡੀ ਸੱਚ ਦੇ ਨਾਲ ਗੱਲ ਆ। ਬਾਕੀ ਧਰਮ ਦੀ ਗੱਲ ਕਰਦਾ ਤੂੰ, ਸਾਨੂੰ ਜੀਵਨ ਦੀ ਗੱਲ ਕਰਦਾ ਹੈ। ਨਹੀਂ ਜੀਵਨ ਚਾਹੀਦਾ ਸਾਨੂੰ, ਅਸੀਂ ਨਹੀਂ ਧਰਮ ਆਪਣਾ ਬਦਲਣਾ। ਆਪ ਜਸਟ ਦੇਖੋ ਛੋਟੇ ਛੋਟੇ ਬੱਚਿਆਂ ਦੇ ਕਿੰਨੇ ਹੌਸਲੇ ਹੋਣ, ਕਿੰਨੀ ਵੱਡੀ। ਤੇ ਅੱਜ ਵੇਖੋ ਲੋਕ ਆਮ ਹੀ ਬੰਦਾ ਮਾਮੂਲੀ ਜਿਹਾ ਬੰਦਾ ਮਾੜੀ ਜੀ ਗੱਲਾਂ ਸੁਣ ਕੇ ਤਾਂ ਆਪਣਾ ਧਰਮ ਚੇਂਜ ਕਰਦਾ। ਕੋਈ ਵੀ ਧਰਮ ਹੋਵੇ, ਚਾਹੇ ਤੁਸੀਂ ਹਿੰਦੂ ਜੋ, ਮੁਸਲਮਾਨ ਜੋ, ਸਿੱਖ ਜੋ, ਆਪਣਾ ਧਰਮ ਨਹੀਂ ਬਦਲਣਾ ਚਾਹੀਦਾ। ਤੇ ਮਾੜੀ ਚੀਜ਼ ਹੈ, ਧਰਮ ਕਿਸੇ ਦਾ ਹੀ ਹੁੰਦਾ ਹੈ, ਤੇ ਬੜਾ ਇੰਟਰਨਲ ਮੈਟਰ ਹੁੰਦਾ ਹੈ। ਔਰ ਆਪਣੇ ਧਰਮ ਦੀ ਬੰਦੇ ਨੂੰ ਰਿਸਪੈਕਟ ਕਰ। ਹਾਂਜੀ ਨਿੱਜਾ ਸਾਹਿਬ ਇੱਕ ਚੀਜ਼ ਹੈਗੀ ਗੋਰਖੀ ਸਾਹਿਬ, ਦੇਖੋ ਕਿਸੇ ਦੇ ਕਹਿਣ ਤੇ ਨਹੀਂ ਬਦਲਣਾ। ਜੇ ਆਪਣੇ ਆਪ ਜਿਹੜਾ ਅੰਦਰੋਂ ਇੱਛਾ ਲੱਗ ਰਹੀ ਹੈ, ਉਹ ਆਪਾਂ ਨੂੰ ਆਪਣਾ ਮਨ ਕਰ ਰਿਹਾ ਆ ਵੀ ਆਹ ਗੁਣ ਵਧੀਆ ਹੈਗੇ, ਉਹ ਗੁਣ ਲੈ ਲੈਣੇ ਚਾਹੀਦੇ ਭਾਈ, ਕਿਸੇ ਵੀ ਧਰਮ ਦੇ ਹੋਣ। ਬਸ ਹਾਂ ਨਿੱਜਾ ਸਾਹਿਬ ਧਰਮ ਤੇ ਹੋਣਾ ਵੀ ਨਹੀਂ। ਧਰਮ ਦਾ ਮਤਲਬ ਇਹ ਨਹੀਂ ਹੋਣਾ ਕਿ ਆਪਾਂ, ਮੈਂ ਕਹਿੰਦਾ ਮਜ਼ਹਬ ਨਹੀਂ ਬਦਲਣਾ ਚਾਹੀਦਾ। ਧਰਮ ਤੇ ਹਰ ਇੱਕ ਬੰਦੇ ਦਾ ਹੀ ਆਪਣਾ ਹੋ। ਬਸ ਧਰਮ ਤੁਹਾਡੇ ਧਰਮ ਤੇ ਸਾਨੂੰ ਚੁੱਕਣਾ ਚਾਹੁੰਦਾ। ਹਾਂ ਇੱਕੋ ਹੀ ਧਰਮ ਸਾਨੂੰ ਇਨਸਾਨੀਅਤ ਬਣਾਉਂਦਾ। ਇਨਸਾਨ ਹੈ ਧਰਮ। ਦੇਖੋ ਸਾਰੇ ਵੀ ਗ੍ਰੰਥਾਂ 'ਚ ਪੜ੍ਹੋ, ਉਹਨਾਂ ਨੇ ਕਿਤੇ ਵੀ ਇੱਕ ਕੌਮ ਦੀ ਗੱਲ ਤੇ ਕੀਤੀ ਨਹੀਂ ਕਿਤੇ, ਤੇ ਜੇ ਕੀਤੀ ਆ ਤੇ ਉਹ ਫਿਰ ਧਰਮ ਵੀ ਬਰਾਬਰ ਨਹੀਂ ਹੈਗਾ, ਉਹ ਗੜਬੜ ਆ ਉੱਥੇ। ਧਰਮ ਦਾ ਮਤਲਬ ਹੈ ਗੁਰੂ ਗ੍ਰੰਥਾਂ 'ਚ ਵੇਖੋ ਸਾਰਿਆਂ ਦੀ ਬਾਣੀ ਸ਼ਾਮਿਲ ਕੀਤੀ ਨਾ ਉਹਨਾਂ ਨੇ। ਪਤਾ ਲੱਗਦਾ ਕਿ ਕਿੱਥੇ ਬੈਠੇ ਨੇ, ਉਹਨਾਂ ਦੀ ਸੋਚਾਂ ਦੇ ਕਿ ਕਿੱਥੇ ਗੁਰਦੁਆਰਾ ਬਣਾਉਣਾ ਹੈ, ਤੇ ਸਾਈਂ ਮੀਆਂ ਮੀਰ ਜੀ ਨੂੰ ਸੱਦਿਆ। ਕਿੱਡਾ ਵੱਡਾ ਵਿਸ਼ਾਲ ਦਿਲ ਹੋਊਗਾ। ਅੱਜ ਵੀ ਆਪਾਂ ਕੋਈ ਮਾੜਾ ਮੋਟਾ ਮੁਸਲਮਾਨ ਵੇਖਿਆ ਤੇ ਸਾਡੇ ਦਿਮਾਗ 'ਚ ਉਹ ਅਸੀਂ ਸੋਚਦੇ ਹਾਂ ਕਿ ਅਸੀਂ ਇਹ ਸਾਰੇ ਮੁਸਲਮਾਨ ਉਦਾਂ ਦੇ ਮਾੜੇ ਲੋਕ ਹੈਗੇ ਨੇ। ਪਰ ਆਪ ਜਸਟ ਸੋਚੋ ਕਿ ਜਿਨ੍ਹਾਂ ਦੇ ਆਪਾਂ ਬੱਚੇ ਆ, ਉਹਨਾਂ ਦੀ ਸੋਚ ਕਿੱਥੋਂ ਦੀ, ਕਿੰਨਾ ਹਾਈ ਲੈਵਲ ਦਾ ਨਿੱਜਾ ਸਾਹਿਬ ਗਿਆਨ। ਹਾਂਜੀ ਨਿੱਜਾ ਸਾਹਿਬ ਅੱਗੇ ਚਲੇ। ਕਹੋ ਕਬੀਰ ਪਤ ਹਰ ਪਰਵਾਨ। ਕਬੀਰ ਜੀ ਕਹਿ ਰਹੇ ਭਾਈ, ਆਪਣੇ ਆਪ ਨੂੰ ਕਹਿ ਰਹੇ ਪਤ ਤਾਂ ਜਿਹੜੀ ਇੱਜ਼ਤ ਜਿਹੜੀ ਹੈ ਮਾਲਕ ਦੇ ਦਰ ਤੇ ਇੱਜ਼ਤ ਆ, ਉਹ ਪਰਵਾਨ ਆ ਇੱਜ਼ਤ ਭਾਈ, ਉਹਨੂੰ ਕਹਿੰਦੇ ਆ ਇੱਜ਼ਤ।
ਇਸ ਕਰਕੇ ਮੈਂ ਨਹੀਂ ਕੇਅਰ ਕਰਦਾ, ਕਹਿੰਦੇ ਤੁਹਾਡੀ ਇੱਜ਼ਤ ਬੇਇੱਜ਼ਤੀ ਦਾ। ਸਰਬ ਤਿਆਗ ਭਜ ਕੇਵਲ ਨਾਮ। ਆਪਣੇ ਆਪ ਨੂੰ, ਆਪਣੇ ਮਨ ਨੂੰ ਕਹਿ ਰਹੇ ਸਾਰਾ ਛੱਡ ਦੇ, ਇਹਨਾਂ ਦੀ ਇੱਜ਼ਤ ਬੇਇੱਜ਼ਤੀ, ਕਹਿੰਦੇ ਸਾਰਾ ਕੁਝ ਛੱਡ ਕੇ ਤੇ ਪਰਮੇਸ਼ਰ ਦਾ ਨਾਮ ਦਾ, ਪਰਮੇਸ਼ਰ ਦਾ ਭਜਨ ਕਰਨਾ ਸ਼ੁਰੂ ਕਰ ਦੇ। ਬਸ ਕੇਵਲ ਨਾਮ ਦੇ ਵਾਸਤੇ ਗਤੀ ਕਰ, ਕੇਵਲ ਨਾਮ ਦੇ ਵਾਸਤੇ ਗਤੀ ਕਰ। ਭਜ ਕੇਵਲ ਨਾਮ ਦਾ ਮਤਲਬ ਕੀ ਆ? ਵੀ ਆ ਚੇਤਾ ਰਹੇ ਤੈਨੂੰ ਵੀ ਮੈਂ ਜਿਹੜਾ ਹੈਗਾ ਨਾਮ ਪਾਉਣਾ ਹੈ ਭਾਈ, ਮੈਂ ਨਾਮ ਦੇ ਵਾਸਤੇ ਆਇਆ, ਮੈਂ ਅੰਮ੍ਰਿਤ ਦੇ ਵਾਸਤੇ ਆਇਆ, ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੱਥਰ ਹਟਾਉਣ ਦੇ ਵਾਸਤੇ ਆਇਆ। ਹਾਂਜੀ ਵੀ ਬਿਲਕੁਲ ਠੀਕ ਹੈ। ਕਹੇ ਕਬੀਰ ਪਤ ਹਰ ਪਰਵਾਨ ਪਰਵਾਨ, ਤੇ ਕਹਿੰਦੇ ਇੱਜ਼ਤ ਤੇ ਉਹ ਆ ਜਿਹੜੀ ਉਹਨੂੰ ਪ੍ਰਵਾਨ ਹੈ। ਇਹ ਲੋਕਾਂ ਦੇ ਤਕਮੇ, ਲੋਕਾਂ ਦੀਆਂ ਜਿਹੜੀਆਂ ਮੈਨੂੰ ਆ ਜਿਹੜੀਆਂ ਨਵਾਬੀਆਂ ਦਿੱਤੀਆਂ ਨੇ, ਇਹ ਤੇ ਬਕਵਾਸ ਹੋ ਗਈ, ਇਹਦੀ ਮੈਨੂੰ ਲੋੜ ਨਹੀਂ। ਦੇਖ ਲਓ ਮੈਂ ਕੋਈ ਵੀ ਕੰਮ ਕਰਦਾ ਤੇ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੰਮ ਕਰਦਾ ਹਾਂ। ਕਿਉਂਕਿ ਉੱਥੇ ਮੈਂ ਫਾਲਤ ਨਹੀਂ ਹੈਗਾ ਕਿ ਚਰਨਜੀਤ ਵਾਂਗੂ ਨਹੀਂ ਹੈ ਕਿ ਆਪਣਾ ਭੈਣ ਭਰਾ ਆ ਗਿਆ ਤੈਨੂੰ ਵਧੀਆ ਰੋਟੀ ਖਵਾਤੀ, ਸਪੈਸ਼ਲ ਰੋਟੀ ਕਿ ਆਮ ਬੰਦੇ ਨੂੰ ਦੇਤੀ, ਆਮ ਸਾਦੀ ਰੋਟੀ ਦੇਤੀ, ਔਰ ਹਰ ਥਾਂ ਤੇ ਬੰਦਾ ਵੇਖ ਕੇ ਉਹਦੀ ਸ਼ਕਲ ਵੇਖ ਕੇ ਮੈਂ ਉਹਨੂੰ ਆਈਟਮ ਦੇਣੀ ਹੈ। ਉਹ ਕਹਿੰਦੇ ਨਹੀਂ, ਮੈਂ ਤਾਂ ਕੋਈ ਕੰਮ ਕਰਦਾ ਹੀ ਨਹੀਂ ਫਿਰ। ਹਾਂ, ਮੈਂ ਉਹ ਕੰਮ ਕਰੂੰਗਾ ਤੇ ਮੇਰੇ ਭੈਣ ਭਰਾ ਤੇ ਬੜੇ ਖੁਸ਼ ਹੋ ਜਾਣਗੇ, ਪਰ ਉਹ ਪਰਮਾਤਮਾ ਨੂੰ ਚੰਗੇ ਨਹੀਂ ਲੱਗਦਾ ਕੰਮ। ਪਰਮਾਤਮਾ ਤੇ ਕਹਿੰਦੇ ਸਾਰਿਆਂ ਦੀ ਨਜ਼ਰ ਇੱਕ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਤੇਰਾ ਤੇਰਾ ਤੇਰਾ, ਸਾਰਿਆਂ ਨੂੰ ਤੇਰਾ ਤੇਰਾ ਕਰ। ਤੂੰ ਜੇ ਫਰਕ ਪਾਉਂਦੇ ਆ ਤੇ ਫਿਰ ਤੂੰ ਬੰਦਾ, ਤੂੰ ਧਾਰਮਿਕ ਬੰਦਾ ਨਹੀਂ ਆ, ਤੂੰ ਇੱਕ ਪਖੰਡੀ ਆ ਫਿਰ। ਤੇ ਉਹ ਪਖੰਡ ਤੇ ਉਹ ਕੀ ਕਹਿੰਦੇ ਅੰਗਰੇਜ਼ੀ ਕਾ ਵਰਡ ਹੈ ਹਿਪੋਕ੍ਰੇਸੀ। ਹਾਂ, ਤੂੰ ਹਿਪੋਕ੍ਰੇਸੀ ਹੈ, ਤੂੰ ਫਿਰ ਉਹ ਤੂੰ ਧਾਰਮਿਕ ਇਨਸਾਨ ਨਹੀਂ ਆ। ਪਰ ਜੇ ਤੂੰ ਏਦਾਂ ਕਰਮ ਕਰਦਾ ਹੈ ਤਾਂ ਪਰਮਾਤਮਾ ਤੈਨੂੰ ਪਸੰਦ ਨਹੀਂ ਕਰਦਾ। ਪਰ ਕਬੀਰ ਜੀ ਕਹਿੰਦੇ ਕਿ ਮੈਂ ਕੋਈ ਵੀ ਕੰਮ ਕਰਦਾ ਤੇ ਮੈਂ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਉਹਦੇ ਲਈ ਕੰਮ ਕਰਦਾ। ਮੈਂ ਇਨਸਾਨ ਨੂੰ ਖੁਸ਼ ਨਹੀਂ ਕਰਦਾ, ਮੈਂ ਇੱਕ ਮਜਲਿਸ ਨੂੰ ਖੁਸ਼ ਨਹੀਂ ਕਰਦਾ। ਇਹੋ ਹੀ ਵੱਡੀ ਗੱਲ। ਹਾਂਜੀ ਨਜਰ ਸਾਹਿਬ, ਆਪਣੇ ਵੀ ਗੋਰਖੀ ਸਾਹਿਬ ਦੇਖ ਲਓ, ਜਦ ਸਿੰਘ ਜਿਹੜੇ ਸੀਗੇ ਖੁਰਾਫਾਤ ਮਚਾ ਰਹੇ ਸੀ ਦਿੱਲੀ ਤੇ ਇੰਨਾ ਜ਼ਿਆਦਾ ਉਹਨਾਂ ਨੂੰ ਜਿਹੜਾ ਹੈਗਾ ਤਕਲੀਫ ਹੋ ਗਈ। ਕਹਿੰਦੇ ਇਹਨਾਂ ਨੂੰ ਉਹਨਾਂ ਨੇ ਡਿਸਾਈਡ ਕੀਤਾ, ਇਹਨਾਂ ਨੂੰ ਕਹਿੰਦੇ ਇਹ ਤਾਂ ਬੜੇ ਖੁਰਾਫਾਤੀ ਹੈਗੇ ਆ ਤੇ ਇਹਨਾਂ ਨੂੰ ਬਿਠਾ ਦਿਓ ਕਿਤੇ ਇੱਕ ਜਗ੍ਹਾ ਤੇ ਇਹਨਾਂ ਨੂੰ ਦੇ ਦਿਓ ਕੋਈ ਨਵਾਬੀ ਭੇਜੀ ਉਹਨਾਂ ਨੇ। ਔਰ ਉਹ ਨਵਾਬੀ ਜਿਹੜੀ ਹੈ ਜਦ ਸੰਗਤ ਸੀਗੀ ਉਹਦੇ ਵਿੱਚ ਜਿਹੜੀ ਹੈ ਨਵਾਬੀ ਫਿਰਦੀ ਬਈ ਇਹ ਉਹ ਦੂਜੇ ਨੂੰ ਅੱਗੇ ਕਰਦੇ, ਉਹ ਅੱਗੇ ਕਰਦੇ, ਉਹ ਅੱਗੇ ਕਰਦੇ, ਸਾਰੀ ਘੁੰਮ ਕੇ ਵਾਪਸ ਆ ਗਈ ਨਵਾਬੀ, ਕੋਈ ਲੈਣ ਨੂੰ ਤਿਆਰ ਨਹੀਂ ਸੀਗਾ। ਫਿਰ ਕਹਿੰਦੇ ਕਿ ਭਾਈ ਉਹਨੂੰ ਬੁਲਾਓ, ਉਹ ਕਪੂਰੇ ਨੂੰ ਬੁਲਾਓ, ਉਹ ਜਿਹੜਾ ਹੈਗਾ ਉਹਦੇ ਫੋੜਾ ਸੀਗਾ, ਘੋੜਿਆਂ ਦੀ ਲਿੱਦ ਸਾਫ਼ ਕਰ ਰਿਹਾ ਸੀਗਾ, ਕਹਿੰਦੇ ਇਹਨੂੰ ਦਿਓ ਨਵਾਬੀ। ਉਹ ਕਹਿੰਦਾ ਮੈਂ ਕਿਉਂ ਲਵਾਂ ਨਵਾਬੀ? ਕਹਿੰਦੇ ਲੈਣੀ ਪਊਗੀ। ਕਹਿੰਦੇ ਮੈਂ ਇੱਕ ਸ਼ਰਤ ਤੇ ਲਾਊਂਗਾ ਵੀ ਮੇਰੇ ਕੋਲ ਆਪ ਫੌੜਾ ਨਹੀਂ ਕੋਈ ਖਵਾਊਗਾ, ਫੌੜਾ ਮੈਂ ਇਸ ਤਰ੍ਹਾਂ ਹੀ ਚਲਾਊਂਗਾ। ਆਇਆ ਭਾਈ ਸਿੰਘਾਂ ਦਾ ਦੇਖ ਲਓ ਕਿਰਦਾਰ, ਕੰਟਰੀਬਿਊਸ਼ਨ ਵੇਖ ਲਓ। ਆਪ ਜਸਟ ਸੋਚੋ, ਇਹ ਹੁਣ ਤੇ ਬੰਦੇ ਨਲਾਇਕ ਆ ਗਏ ਨੇ ਧਰਮ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਕਹਿੰਦੇ ਸੀ ਉਹ ਕਿਸੇ ਨੇ ਚਨਾਇਆ ਸੀ ਚੰਦੋਆ ਜਿਹਾ। ਹਾਂਜੀ ਬਿਲਕੁਲ। ਉਹ ਆਪ ਜਸਟ ਦੇਖੋ ਸਿੰਘ ਸਾਹਿਬ ਜਿਹੜੇ ਹੁੰਦੇ ਸੀ ਉਹ ਕਿੱਥੋਂ ਦੀ ਗੱਲਾਂ ਹੁੰਦੀਆਂ ਵਾ। ਤੇ ਹੁਣ ਤੇ ਕਿਸੇ ਤੋਂ ਪਹਿਲੇ ਹੀ ਕੁਛ ਨਹੀਂ, ਵਿਚਾਰੇ ਕੋਤੇ ਗੁਲਾਮ ਹੈਗੇ ਨੇ, ਉਹਦੇ ਦਿਹਾੜੀ ਲਾਉਂਦੇ ਫਿਰਦੇ ਨੇ ਕਿ ਕੋਈ ਸਾਡੀ ਨੌਕਰੀ ਨਾ ਖੋਲੇ। ਪਰ ਕਹਿੰਦੇ ਕਿ ਉਹਨੂੰ ਕਾਣੇ ਨੂੰ ਫੜ ਕੇ ਲਿਆ, ਕਾਣੇ ਨੂੰ ਫੜ ਕੇ ਲਿਆ। ਤੂੰ ਆ ਕੀ ਚੜਾਈ ਹੋਏ? ਇੱਕ ਵਾਰੀ ਲਾਈ ਸੀ, ਇੱਕ ਕਮੈਂਟਰੀ ਲਾਈ ਸੀ, ਕਾਣਿਆ ਤੈਨੂੰ ਸਜ਼ਾ ਮਿਲਣੀ। ਜਦੋਂ ਦੇ ਕਹਿੰਦੇ ਉਹ ਕੋੜੇ ਵੱਜੇ, ਉਹਦੇ ਬਣੇ ਕੀ ਕੀਤਾ, ਜੋ ਵੀ ਕੀਤਾ, ਪਰ ਉਹਦਾ ਮਤਲਬ ਜਸਟ ਬੱਚੋ ਸਾਡੇ ਚ ਕੋਈ ਫਿਕਰੀ ਹੈਗੀ ਨਿੱਜਰ ਸਾਹਿਬ ਦੱਸੋ ਇੰਨੀ? ਬਿਲਕੁਲ, ਬਹੁਤ ਵਧੀਆ ਜੀ। ਤੇ ਆਪ ਜਸਟ ਸੋਚੋ ਕਿ ਸਾਡੀ ਕੌਮ ਚ ਕੈਸੇ ਲੋਕ ਉਹ ਪਰਦਾਦੇ ਥੋੜੀ ਉਹਨਾਂ ਦੀਆਂ ਗੱਲਾਂ ਉਹ ਦੱਸਾਂਗੇ ਤੇ ਰੌਲਾ ਪੈ ਜਾਊ। ਇਹ ਜਸਟ ਸਾਡੇ ਬਲੱਡ ਲਈ ਬਹੁਤ ਜ਼ਰੂਰੀ ਨੇ ਕਿ ਸਾਡਾ ਇਤਿਹਾਸ ਜਿਹੜਾ ਸਕੂਲਾਂ ਚ ਪੜਾਉਣਾ ਜ਼ਰੂਰੀ ਆ, ਤਾਂ ਜੋ ਸਾਡੇ ਅੰਦਰ ਅਣਖ ਬਣੀ ਰਹੇ। ਉਹ ਕੋਈ ਮਾਮੂਲੀ ਗੱਲ ਨਹੀਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ ਹੀ ਮਹਾਰਾਜਾ ਰਣਜੀਤ ਸਿੰਘ ਤੇ ਉਹਨੂੰ ਕਹਿੰਦੇ ਕਿ ਉਹਨੂੰ ਕਾਣੇ ਨੂੰ ਇੱਥੇ ਲਿਆਓ। ਉਹਨੇ ਗਲਤ ਕੰਮ, ਜਦ ਤੂੰ ਮਾੜਾ ਕੰਮ ਕੁਝ ਨਹੀਂ ਕੀਤਾ, ਪਰ ਉਹਨਾਂ ਦੀ ਨਜ਼ਰ ਚ ਹੈ ਕਿ ਭਾਵੇਂ ਇੱਕ ਵਾਰੀ ਉਹ ਚੜਾਇਆ ਚੰਦੋਆ, ਪਰ ਗਲਤ ਕੰਮ ਹੋ। ਹਾਂ, ਚੜਾਉਣਾ ਸੀ ਨਵਾਂ ਚੜਾ, ਫਰੈਸ਼। ਕੋਈ ਭਾਵੇਂ ਮਾੜਾ ਜਿਹਾ 5 ਮਿੰਟ ਲਈ ਟੰਗਿਆ, ਕਹਿੰਦੇ ਫਰੈਸ਼ ਨਹੀਂ ਰਹਿ ਗਿਆ। ਆਪ ਜਸਟ ਸੋਚੋ ਕਿ ਕਿਹੋ ਜਿਹਾ ਧਰਮ ਹੈ ਆਪਣਾ। ਹਾਂਜੀ ਨਿੱਜਰ ਸਾਹਿਬ ਅੱਗੇ ਹੁਣ ਕਬੀਰ ਜੀ ਜਿਹੜੇ ਬਨਾਰਸ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਦੇਖ ਲਓ ਪੂਰਾ ਜਿਹੜਾ ਕਰਮ ਕਾਂਡ ਜਿਹੜਾ ਹੈਗਾ, ਜੋ ਕਿ ਇਹਨਾਂ ਦਾ ਸੈਂਟਰਲ ਪੋਰਸ਼ਨ ਸੀਗਾ, ਉਹਨੂੰ ਜਿਹੜਾ ਹੈਗਾ ਉਹਨੂੰ ਦੇਖ ਲਓ ਕਿਸ ਤਰੀਕੇ ਦੇ ਨਾਲ ਉਹਨੂੰ ਡਿਫੈਕਟਿਵ ਦੱਸ ਰਹੇ ਆ। ਗੌੜੀ ਕਬੀਰ ਜੀ, ਨਗਨ ਫਿਰਤ ਜੋ ਪਾਈਏ ਜੋਗ,
बन का मिर्ग मुक्त सब होग। ਕਹਿੰਦੇ ਕਿੰਨੇ ਜੋਗੀ ਸੀ ਨਾਂਗੇ ਜੋਗੀ ਫਿਰਦੇ ਸੀ, ਲੰਗੋਟੀ ਵਾਲੇ ਜੋਗੀ ਫਿਰਦੇ ਸੀਗੇ, ਕਿੰਨੇ ਜਿਹੜੇ ਚੰਮ ਬੰਨਦੇ ਸੀਗੇ ਜਿਹੜੇ ਹੈਗੇ ਆ, ਔਰ ਸਾਰਾ ਨੰਗਾ ਰਹਿੰਦੇ ਸੀਗੇ। ਕਹਿੰਦੇ ਨੰਗੇ ਰਹਿਣ ਨਾਲ ਜੇ ਪਰਮਾਤਮਾ ਦੇ ਨਾਲ ਜੋੜ ਹੁੰਦਾ ਹੋਏ ਤੇ ਸਾਰੇ ਆ ਜਾਨਵਰ ਜਿਹੜੇ ਹੈਗੇ, ਮਿਰਗ ਜਿਹੜੇ ਹੈਗੇ, ਸਾਰੇ ਨੰਗੇ ਰਹਿੰਦੇ ਆ, ਸਾਰੇ ਫਿਰ ਇੱਥੇ ਨਹੀਂ ਹੋਣੇ ਚਾਹੀਦੇ ਸੀਗੇ, ਸਾਰੇ ਮੁਕਤ ਹੋਣੇ ਚਾਹੀਦੇ ਸੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇਹ ਸਾਧ ਸੰਗਤ ਜੀ, ਇਹਨਾਂ ਨੇ ਉਸ ਸਮੇਂ ਦੀ ਇੱਕ ਪ੍ਰਥਾ ਚੱਲੀ ਸੀ। ਨਾਂਗੇ ਸਾਧੂ ਆਪਣੇ ਵੀ ਹੁੰਦੇ ਨੇ ਤੇ ਉਸ ਟਾਈਮ ਤੇ ਉਹਨਾਂ ਨੂੰ ਟਾਰਗੇਟ ਕੀਤਾ ਸੀ, ਕਿਉਂਕਿ ਕੁੰਭ ਦਾ ਮੇਲਾ ਲੱਗਿਆ, ਵੇਖੋਗੇ ਉੱਥੇ ਬੜੇ ਜਾਂਦੇ ਨੇ। ਇੱਥੋਂ ਤੱਕ ਜੈਨੀਆਂ ਦੇ ਜਿਹੜੇ ਜੈਨੀ ਹੈਗੇ ਨਾ, ਜਿਹੜੇ ਇਹਨਾਂ ਦੇ ਸਭ ਤੋਂ ਵੱਡੇ ਦਿਗੰਬਰ ਹੁੰਦੇ ਨੇ, ਤੇ ਉਹ ਵੀ ਪਤਾ ਨੀ ਦਿਗੰਬਰ ਕੋਈ ਹੈਗੇ ਜਿਹੜੇ ਨੰਗੇ ਰਹਿੰਦੇ ਆ। ਦਿਗੰਬਰ ਹੀ ਹੈਗੇ ਜੀ, ਦਿਗੰਬਰ ਇਹਨਾਂ ਦਾ ਜਿਹੜਾ ਵੱਡਾ ਨਾ ਜਿਹੜਾ ਹੈਡ ਆ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ, ਆਪਾਂ ਚਲੋ ਜੈਨੀ ਆਪਾਂ ਕਹਿੰਦੇ ਮਾੜਾ ਨਹੀਂ ਕਰਦੇ, ਕਿ ਪਰਮਾਤਮਾ ਖੁਸ਼ ਹੋਊਗਾ ਮੈਂ ਨੰਗਾ ਤੁਰਿਆ ਫਿਰਾਂ ਬਾਜ਼ਾਰ ਚ? ਕੀ ਹੈ ਦੱਸੋ? ਚਲੋ ਮੰਨ ਲਓ ਫਿਰਦਾ ਵੀ ਆ, ਕੀ ਮੈਂ ਨੰਗਾ ਪੈਰੀ ਤੁਰਿਆ ਫਿਰਦਾ ਵਾਂ, ਉਹ ਪੈਰਾਂ ਚ ਮੇਰੇ ਕਿੱਲ ਵੱਜਣ ਦੇ ਆ, ਮੈਂ ਉੱਥੇ ਜੱਬ ਪਾਇਆ ਹੋਇਆ। ਹੁਣ ਆ ਜਿਹੜਾ ਇਹਨਾਂ ਦੇ ਦਿਗੰਬਰ ਜਾਂਦਾ, ਜਦੋਂ ਬੰਦਾ ਦਾ ਇਹਨਾਂ ਦਾ ਕਮੂਨੀ ਹੈਗਾ ਵਾ ਵਿੱਚ, ਜੇ ਆਪ ਦੀ ਅਦਾਲਤ ਚ ਉਹਨੂੰ ਸੱਦਿਆ ਸੀ ਤੇ ਉਹਨੂੰ ਆਉਣ ਦੇ ਲਈ ਮਹੀਨਾ ਲੱਗ ਗਿਆ ਸੀ। ਨਿੱਜਰ ਸਾਹਿਬ ਜਿੱਥੋਂ ਚੱਲਿਆ ਸੀ ਉਹ, ਹੁਣ ਮਹੀਨਾ ਲੱਗ ਗਿਆ। ਫਿਰ ਮਹੀਨਾ ਲੱਗਿਆ, ਫਿਰ ਉਹ ਬੰਦੇ ਦਾ ਕੀ ਅਸੂਲ ਆ, ਉਹਨੇ ਜੈਨੀਆਂ ਦੇ ਘਰੋਂ ਹੀ ਮੰਗਣਾ ਹੈ, ਤੇ ਇਸ ਕਰਕੇ ਉਹਦੇ ਲਈ 5 ਪਰਿਵਾਰ ਉਹਦੇ ਨਾਲ ਚੱਲਦੇ ਨੇ। ਉਹ 5 ਜਣਾ ਖਾਣਾ ਬਣਾਉਂਦੇ ਨੇ, ਥੋੜਾ ਖਾਣਾ ਉੱਥੋਂ ਮਿਲਦਾ ਹੈ। ਫਿਰ ਭੁੰਜੇ ਸੌਂਦਾ ਹੈ, ਸਰੀਰ ਨੂੰ ਕਸ਼ਟ ਦਿੰਦਾ ਹੈ। ਕੀ ਸਰੀਰ ਨੂੰ ਕਸ਼ਟ ਦੇਣ ਦੇ ਨਾਲ ਪਰਮਾਤਮਾ ਦਾ ਕਨੈਕਸ਼ਨ ਹੈ? ਕਿਤੇ ਬਿਊਰੋਕ੍ਰੇਸੀ ਕੀ ਕਹਿੰਦੇ ਨਾ, ਫਿਰ ਬੋਲਦੇ ਹੋ ਹਿਪੋਕ੍ਰੇਸੀ, ਪਖੰਡ, ਹਿਪੋਕ੍ਰੇਸੀ। ਹਾਂ, ਇੱਕ ਤੇ ਹਿਪੋਕ੍ਰੇਸੀ ਆ, ਪਖੰਡ ਆ। ਹੁਣ ਕਬੀਰ ਜੀ ਇੱਥੇ ਗੱਲ ਕਰਦੇ ਆ ਕਿ ਜੰਗਲੀ ਜਾਨਵਰ ਸਾਰੇ ਨੰਗੇ ਤੁਰੇ ਫਿਰਦੇ ਆ, ਇਹਦਾ ਮਤਲਬ ਤੋਂ ਸਾਰੇ ਬ੍ਰਹਮ ਗਿਆਨੀ ਹੋ ਜਾਣਗੇ। ਨਹਾਉਣ ਦੀ ਗੱਲ ਕੀਤੀ ਸੀ, ਉਹ ਕਹਿੰਦੇ ਟੱਟੂ ਮੱਛੀਆਂ ਰਹਿੰਦੇ ਪਾਣੀ ਚ, ਉਹ ਤੇ ਸਾਰੇ ਬ੍ਰਹਮ ਗਿਆਨੀ ਹੋ ਜਾਣੇ। ਹੁਣ ਕਹਿੰਦੇ ਕਿ ਤੂੰ ਹੀਕਾ ਲਾਉਣਾ, ਬੜਾ ਸੁਰ ਦੇ ਵਿੱਚ ਗਾਉਣਾ ਹੈ, ਤੇ ਕਹਿੰਦਾ ਖੋਤੇ ਦਾ ਸੁਰ ਬੜਾ ਵਧੀਆ ਵਾ, ਉਹ ਕਹਿੰਦੇ ਬ੍ਰਹਮ ਗਿਆਨੀ ਹੋ ਜਾਂਦਾ। ਕੋਇਲ ਹੋ ਜੇ, ਕੋਇਲ ਬਹੁਤ ਸੋਹਣੀ ਗਾਉਂਦੀ ਆ, ਕੋਇਲ ਹੋ ਜੇ, ਫਿਰ ਬ੍ਰਹਮ ਗਿਆਨੀ ਮੋਰ ਹੋ ਜੇ। ਇਹ ਕਿਹਨਾਂ ਚੀਜ਼ਾਂ ਤੋਂ ਸਾਨੂੰ ਮੁਕਤ ਕੀਤਾ। ਹਾਂਜੀ ਨਿੱਜਰ ਸਾਹਿਬ। ਹਾਂ, ਮੈਂ ਕਿਹਾ ਮੋਰ ਕਿੰਨਾ ਸੋਹਣਾ ਬੋਲਦਾ ਹੈ। ਕਰ ਦੋ ਗੱਲਾਂ ਕਿ ਕਹਿਣ ਤੋਂ ਭਾਵ ਹੈ ਕਿ ਇਹ ਅਗਿਆਨ ਤੋਂ, ਭਰਮ ਤੋਂ ਸਾਨੂੰ ਮੁਕਤ ਕੀਤਾ ਹੈ। ਔਰ ਅਸਲੀ ਉਹ ਕਹਿੰਦੇ ਆ ਕਿ ਇਹ ਪਖੰਡ ਨਾ ਕਰੋ, ਤੁਸੀਂ ਇੱਕ ਚੰਗਾ ਜੀਵਨ ਬਤੀਤ ਕਰੋ, ਇੱਕ ਧਾਰਮਿਕ ਇਨਸਾਨ ਬਣੋ, ਨਾ ਕਿ ਪਖੰਡੀ ਬਣੋ। ਹਿਪੋਕ੍ਰੇਸੀ ਨਹੀਂ ਬਣਨਾ, ਪਖੰਡ। ਔਰ ਇਹ ਆਪਣੇ ਧਰਮ ਚ ਬਹੁਤ ਜ਼ਿਆਦਾ ਇਹ ਵੀ ਆ ਚੁੱਕਿਆ, ਕਿਉਂਕਿ ਆਪਾਂ ਬਾਹਰੀ ਆਊਟਲੁੱਕ ਤੇ ਬਹੁਤ ਜ਼ਿਆਦਾ ਹੀ ਵਰਕ ਕਰ ਰਹੇ ਹਾਂ, ਅੰਦਰੋਂ ਤੇ ਕੁਛ ਹੈ ਨਹੀਂ। ਤੇ ਉਹ ਕਬੀਰ ਜੀ ਉਸੇ ਬਾਹਰਲੀ ਚੀਜ਼ ਨੂੰ ਫੜ ਰਹੇ ਨੇ। ਉਹ ਕਹਿੰਦੇ ਇਹ ਨੰਗੇ ਨੂੰਗੇ ਰਹਿਣ ਦੇ ਨਾਲ ਨਾ ਚੱਕਰਾਂ ਚ ਪੈ, ਤੂੰ ਇੱਕ ਇਨਸਾਨ ਨੂੰ ਧੋਖਾ ਦੇ ਸਕਦਾ ਹੈ, ਕਿਸੇ ਭੀੜ ਨੂੰ ਧੋਖਾ ਦੇ ਸਕਦਾ ਹੈ, ਤੂੰ ਸੰਤ ਬਣ ਕੇ ਜੋ ਮਰਜ਼ੀ ਪਖੰਡ ਕਰ ਰਿਹਾ, ਕੰਡਿਆਂ ਤੇ ਲੰਮਾ ਪਿਆ ਫਿਰਦਾ ਹੈ, ਪਰ ਪਰਮਾਤਮਾ ਨੂੰ ਧੋਖਾ ਨਹੀਂ ਦੇ ਸਕਦਾ। ਕਰਕੇ ਨਹੀਂ ਹੈ, ਔਰ ਇਹ ਪਖੰਡ ਮੈਂ ਨਹੀਂ ਕਰਨਾ, ਅਗਰ ਤੁਸੀਂ ਕਰਦੇ ਪਏ ਜੋ। ਇਸ ਕਰਕੇ ਸਾਰੇ ਲੋਕ ਮੇਰੇ ਤੋਂ ਅਗੇਂਸਟ ਹੋ ਗਏ ਨੇ। ਮੰਨ ਜੋ ਸਭ ਅੱਗੇ ਬੋਲੋ। ਅੱਗੇ ਕਹਿੰਦੇ ਕਿਆ ਨਾਂਗੇ ਕਿਆ ਬਾਂਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਇਹਦੇ ਵਿੱਚ ਸੈਂਟਰਲ ਆਈਡੀਆ ਦੇ ਰਿਹਾ ਭਾਈ, ਤੂੰ ਆਤਮਾ ਦੇ ਵਿੱਚ ਆਤਮ ਰਾਮ ਨੂੰ ਨਹੀਂ ਚੀਨਿਆ, ਤੇਰੀ ਸੁਰਤ ਆਤਮਾ ਦੇ ਵਿੱਚ ਨਹੀਂ ਸਮਾਈ, ਤੇਰੀ ਸੁਰਤ ਨੇ ਮਨ ਨੂੰ ਨਹੀਂ ਬਿੰਨਿਆ, ਤੇ ਕਹਿੰਦੇ ਉਹਦਾ ਕੀ ਫਾਇਦਾ? ਕਹਿੰਦੇ ਕੀ ਨੰਗਿਆ ਤੇ ਕੀ ਜਿਹੜਾ ਹੈਗਾ ਤੂੰ ਉਹ ਚੰਮ ਬੰਨ ਲਿਆ ਸ਼ਿਵ ਜੀ ਵਾਂਗੂ ਜਿਹੜਾ ਹੈਗਾ, ਕਹਿੰਦੇ ਉਹਦੇ ਨਾਲ ਕੀ ਹੋ ਜਾਣਾ? ਕਹਿੰਦੇ ਤੂੰ ਆਪਣੀ ਆਤਮਾ ਤੱਕ ਤਾਂ ਤੇਰੀ ਸੁਰਤ ਗਈ ਨਹੀਂ ਹੈ, ਤੇਰੀ ਸੁਰਤ ਤਾਂ ਬਾਹਰ ਫਿਰ ਰਹੀ ਹੈ, ਤੇਰੀ ਸੁਰਤ ਤਾਂ ਜਿਹੜੀਆਂ ਇੰਦਰੀਆਂ ਦੇ ਵਿੱਚ ਚੱਲ ਰਹੀ ਹੈ ਤੇਰੀ ਸੁਰਤ। ਰਹਾਓ। ਹਾਂਜੀ ਗੁਰਬੀ ਸਾਹਿਬ। ਬਿਲਕੁਲ ਗੱਲ ਕਲੀਅਰ ਕਰ ਰਹੇ ਨੇ ਕਿ ਕਹਿੰਦੇ ਆ ਕਿ ਇਹ ਜਿਹੜਾ ਤੂੰ ਠੇਕਣ ਕਰ, ਇੱਕ ਸੈਕਿੰਡ ਨਿੱਜਰ ਸਾਹਿਬ ਤੁਸੀਂ ਕਰੋ ਕਥਾ ਕਰੋ, ਇੱਕ ਸੈਕਿੰਡ ਮੈਂ ਬੈਕ ਕਰ ਲਾਂ। ਹਾਂਜੀ ਕੋਈ ਗੱਲ ਨਹੀਂ ਗੁਰਬੀ ਸਾਹਿਬ। ਕਿਆ ਨਾਂਗੇ ਕਿਆ ਬਾਂਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਜਦ ਤੱਕ ਕਹਿੰਦੇ ਆਪਣੀ ਆਤਮਾ ਤੱਕ ਨਹੀਂ ਯਾਤਰਾ ਕੀਤੀ, ਆਪਣੇ ਅੰਦਰ ਨਹੀਂ ਵੜਿਆ, ਆਪਣੇ ਵਿਚਾਰ ਨਹੀਂ ਬੰਦ ਕੀਤੇ, ਤੂੰ ਮਨ ਨੂੰ ਨਹੀਂ ਬਿੰਨਿਆ, ਮਨ ਨੂੰ ਨਹੀਂ ਤੂੰ ਜਿਹੜਾ ਹੈਗਾ ਆਪਣੇ ਮਨ ਦੇ ਹੱਥੋਂ ਜਿਹੜਾ ਚਾਰਜ ਨਹੀਂ ਲਿਆ,
ਜਿਹੜਾ ਮਨ ਦੇ ਦੋ ਪਾਰਟ ਹੈਗੇ, ਇੱਕ ਮਨ ਇੰਦਰੀਆਂ 'ਚ ਫਿਰਦਾ, ਇੱਕ ਮਨ ਜਿਹੜਾ ਹੈਗਾ ਆਤਮਾ ਦੇ ਵਿੱਚ ਫਿਰਦਾ। ਆਤਮਾ ਦੀ ਆਵਾਜ਼ ਆਉਂਦੀ ਹੈ ਜਦ ਉਹਦੇ ਕੋਲੋਂ ਇੰਦਰੀਆਂ ਵਾਲੇ ਮਨ ਕੋਲੋਂ ਉਸ ਪਾਰਟ ਤੋਂ ਚਾਰਜ ਲੈ ਕੇ ਆਤਮਾ ਵਾਲੇ ਮਨ ਨੂੰ ਨਹੀਂ ਦਿੱਤਾ, ਤੇ ਤਦ ਤੱਕ ਤਾਂ ਕਹਿੰਦੇ ਤੂੰ ਜਿਹੜਾ ਹੈਗਾ ਭਾਵੇਂ ਜਿਹੇ ਜੇ ਮਰਜੀ ਪਖੰਡ ਕਰ ਲਾ, ਸਰੀਰਿਕ ਬਾਹਰੀ, ਕਹਿੰਦੇ ਉਹਨਾਂ ਦੇ ਨਾਲ ਤਾਂ ਕੁਛ ਵੀ ਨਹੀਂ ਹੋਣਾ ਪਾਏ। ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਮੂੰਡ ਮੁੰਡਾਏ ਜਾਓ ਸਿੱਧ ਪਾਈ, ਮੁਕਤ ਭੇਡ ਨਾ ਗਈ ਆ ਕਾਈ। ਕਹਿੰਦੇ ਦੇਖ ਲਾ ਕਿਸ ਤਰ੍ਹਾਂ ਚਮਕਾਇਆ ਹੋਇਆ ਹੈ ਸਿਰ, ਜਿਹੜਾ ਕਿਵੇਂ ਟਿੰਡ ਕੱਢੀ ਹੋਈ ਆ, ਕਿਵੇਂ ਮੂੰਡ ਮੁੰਡਾਇਆ ਹੋਇਆ। ਕਹਿੰਦੇ ਇਹਦੇ ਨਾਲ ਜੇ ਸਿੱਧੀ ਪ੍ਰਾਪਤ ਹੁੰਦੀ ਹੋਏ, ਜੇ ਇਹਦੇ ਨਾਲ ਪਰਮਾਤਮਾ ਮਿਲਦਾ ਹੋਏ, ਤੇ ਫਿਰ ਤਾਂ ਸਾਰੀਆਂ ਜਿੰਨੀਆਂ ਭੇਡਾਂ ਹੈਗੀਆਂ, ਭੇਡਾਂ ਦੇਖ ਲਓ ਹਰ 6 ਮਹੀਨੇ ਬਾਅਦ, ਪਤਾ ਨਹੀਂ ਕਿੰਨੇ 3 ਮਹੀਨੇ ਬਾਅਦ 2 ਮਹੀਨੇ ਬਾਅਦ ਕਹਿੰਦੇ ਆ ਭੇਡਾਂ ਨੂੰ ਮੁੰਨ ਦਿੰਦੇ ਆ। ਕਹਿੰਦੇ ਸਾਰੀਆਂ ਭੇਡਾਂ ਤੇ ਇੱਥੇ ਤੁਰੀਆਂ ਫਿਰਦੀਆਂ, ਇੱਕ ਵੀ ਭੇਡ ਤਾਂ ਜਿਹੜੀ ਹੈਗੀ ਮੁਕਤੀ ਨਹੀਂ ਮਿਲੀ, ਇੱਕ ਵੀ ਭੇਡ ਨੂੰ। ਬਿੰਦ ਰਾਖ ਜੋ ਤਰੀ, ਭੇਡਾਂ ਦਾ ਮਤਲਬ ਹੈ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਕਰਮ ਕਾਂਡ ਕਰ ਰਹੇ, ਕਰਮ ਕਾਂਡ ਦੇ ਉੱਤੇ ਚੋਟ ਹੈਗੀ ਪਾਏ। ਜਿਹੜੇ ਕਰਮ ਕਾਂਡ ਨੂੰ ਸਮਝਦੇ ਆ ਇਹ ਭਗਤੀ ਹੈਗੀ ਆ, ਉਹਨਾਂ ਦੇ ਉੱਤੇ ਚੋਟ ਹੈਗੀ ਆ। ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਏ। ਕਹਿੰਦੇ ਜੇ ਬ੍ਰਹਮਚਾਰੀ ਰਹਿਣ ਦੇ ਨਾਲ, ਬਿੰਦ ਨੂੰ ਜਿਹੜਾ ਹੈਗਾ ਰੱਖਣ ਦੇ ਨਾਲ, ਜਿਹੜਾ ਹੈਗਾ ਜੇ ਕਾਮ ਵਾਸਨਾ ਨਹੀਂ ਪੂਰਤੀ ਕਰਨ ਦੇ ਨਾਲ, ਕਹਿੰਦੇ ਜੇ ਤੁਸੀਂ ਜਿਹੜਾ ਹੈਗਾ ਜੇ ਸੰਸਾਰ ਸਮੁੰਦਰ ਤੋਂ ਤਰ ਜਾਏ ਇਨਸਾਨ, ਤੇ ਫਿਰ ਖੁਸਰੇ ਤਾਂ ਸਾਰੇ ਜਿਹੜੇ ਹੈਗੇ ਉਹ ਤਾਂ ਮੁਕਤ ਹੋਣੇ ਚਾਹੀਦੇ ਆ। ਉਹ ਤਾਂ ਤਾੜੀਆਂ ਵਜਾਉਂਦੇ ਕਿਉਂ ਫਿਰਦੇ ਆ? ਹੁਣ ਘਰ ਜਿਹਦੇ ਬੱਚਾ ਜੰਮਦਾ ਹੈ ਤੇ ਕਿਉਂ ਖੁਸਰੇ ਜਾ ਕੇ ਉੱਥੇ ਜਿਹੜਾ ਹੈਗਾ ਮੰਗਦੇ ਫਿਰਦੇ ਆ? ਨਿੱਜਰ ਸਾਹਿਬ, ਹਾਂਜੀ ਸੌਰੀ ਮੈਂ ਆ ਗਿਆ, ਮੈਂ ਚੱਲ ਗਿਆ ਹਾਂ, ਕਿੱਦਾਂ ਦੀ ਕਾਲ ਆ ਗਈ। ਜੇ ਕੋਈ ਥੋੜਾ ਬੋਲਣ ਦੀ ਲੋੜ ਹੈ ਤੇ ਨਾਲ ਕਵਰ ਕਰ ਦਿਓ। ਸੌਰੀ ਨਹੀਂ ਕਰ ਦੋ ਗੋਰਖੀ ਸਾਹਿਬ, ਦੋ ਬੰਦ ਨਿਕਲ ਗਏ ਆ। ਮੂੰਡ ਮੁੰਡਾਏ, ਮੈਂ ਤੈਨੂੰ ਕਹਿ ਦਿੰਦਾ ਗੱਡੀ ਤੁਹਾਡੀ ਬਹੁਤ ਤੇਜ਼ ਹੈ, ਮੈਂ ਤਾਂ ਥੋੜਾ ਜਿਹਾ ਮੈਂ ਰੋਕਿਆ ਵਿੱਚੋਂ। ਹਾਂਜੀ ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤ ਭੇਡ ਨਾ ਗਈ ਆ ਕਾਈ। ਕਹਿੰਦੇ ਇੱਕ ਵੀ ਤਾਂ ਭੇਡ ਮੁਕਤ ਨਹੀਂ ਹੋਈ ਪਾਈ। ਜੇ ਭੇਡਾਂ ਤਾਂ ਕਿੰਨੀਆਂ ਮੁੰਨੀਆਂ ਜਾਂਦੀਆਂ। ਨਿੱਜਰ ਸਾਹਿਬ ਦੇਖੋ, ਆਪ ਜਸਟ ਸੋਚੋ, ਕਬੀਰ ਜੀ ਇੰਨਾ ਸਖਤ ਬੋਲੇ, ਗੁਰੂ ਨਾਨਕ ਪਾਤਸ਼ਾਹ ਜੀ ਇੰਨੇ ਸਖਤ ਬੋਲੇ, ਧੱਜੀਆਂ ਉਡਾ ਦਿੱਤੀਆਂ ਉਸ ਸਮੇਂ ਦੀਆਂ। ਔਰ ਐਸੇ ਤਰਕ ਬਿਲਕੁਲ ਸਾਹਮਣੇ, ਕੰਕਰੀਟ ਤਰਕ ਸਾਹਮਣੇ ਪ੍ਰਗਟ ਕੀਤੇ, ਲੋਕਾਂ ਨੂੰ ਅਗਿਆਨ ਤੋਂ, ਭਰਮ ਤੋਂ ਦੂਰ ਕੀਤਾ। ਸੱਚਾ ਸੌਦਾ ਵਾਲਾ ਹੀ ਜਾਂ ਰਾਮ ਰਹੀਮ, ਇਹਨੇ ਕਿੰਨੇ ਬੰਦਿਆਂ ਨੂੰ ਕਹਿੰਦੇ ਸੀ ਉਹ ਕਰਤਾ ਸੀ ਨਿੱਜਰ ਸਾਹਿਬ, ਉਹਨਾਂ ਦੀ ਨਸਬੰਦੀ ਕਰਾਤੀ। ਬਿਲਕੁਲ 400 ਜਸਟ 400 ਨਹੀਂ, ਜ਼ਿਆਦਾ ਹੋਣੇ ਨਿੱਜਰ ਸਾਹਿਬ। ਇਹ ਜਸਟ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਲੋਕ ਬੇਵਕੂਫ ਨੇ। ਔਰ ਚੀਜ਼ ਨੂੰ ਇਹ ਜਿਹੜੀ ਕਾਮ ਦੀ ਗੱਲ ਕਰਦੇ ਆ ਨਾ, ਕਾਮ ਤੁਸੀਂ ਕੇਵਲ 8-9 ਮਹੀਨੇ ਮੇਰੇ ਕਹਿ ਅਨੁਸਾਰ ਉਸ ਤਰੀਕੇ ਨਾਲ ਸਾਧਨਾ ਕਰਦੇ ਜਾਓ, ਤੁਹਾਡੇ ਸਰੀਰ ਦੇ ਵਿੱਚ ਇੰਦਰੀ ਹੈ ਜਾਂ ਨਹੀਂ ਹੈ ਤੁਹਾਨੂੰ ਪਤਾ ਨਹੀਂ ਲੱਗੂਗਾ। ਨਿੱਜਰ ਸਾਹਿਬ ਇੰਨਾ ਐਡੀ ਗੱਲ ਮੈਂ ਕਹਿੰਦਾ ਠੋਕ ਕੇ ਕਿ ਇਹ ਸੱਚੇ ਨੇ, ਗ੍ਰੰਥਾਂ ਦੇ ਵਿੱਚ ਲਿਖੇ ਨੇ। ਉਸ ਸਰੀਰ ਇਸ ਹੀ ਨਹੀਂ ਹੈਗਾ, ਇੰਝ ਲੱਗਦਾ ਕਿ ਹੱਥ ਆਓ ਆਪਣੇ ਸਰੀਰ ਦੀ ਇੰਦਰੀ ਆਪ ਦੇ। ਪਰਮਾਤਮਾ ਨੂੰ ਜਦੋਂ ਆਪਾਂ ਵਾਰਸ਼ਿਪ ਕਰਦੇ ਹਾਂ, ਪਰਮਾਤਮਾ ਇਹਨਾਂ ਚੀਜ਼ਾਂ ਤੋਂ ਸਾਨੂੰ ਮੁਕਤ ਕਰ ਦਿੰਦਾ ਹੈ। ਇਹ ਤੇ ਕੇਵਲ ਸਾਡੇ ਅੰਦਰ ਇੱਕ ਛੋਟਾ ਜਿਹਾ ਕਚਰਾ ਵਾ, ਔਰ ਉਹਦੇ ਥਰੂ ਆਪਾਂ ਵੇਖਦੇ ਹਾਂ। ਉਹ ਜਦੋਂ ਕਚਰਾ ਹੀ ਨਿਰਮਲ ਧਾਰਾ ਜਦੋਂ ਪਰਮਾਤਮਾ ਸਾਡੇ ਅੰਦਰ ਪ੍ਰਵੇਸ਼ ਕਰਦੀ, ਅੰਮ੍ਰਿਤ ਕਾਲ ਤੇ ਕਹਿੰਦੇ ਸੀ ਅੰਮ੍ਰਿਤ ਚ ਟਿਕਿਆ ਤੇ ਫਿਰ ਕਿਉਂ ਮਲੀਨਤਾ ਮੇਰੀ ਦੂਰ ਹੋ ਗਈ। ਇਹ ਜੇ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹ ਕੇਵਲ ਸਾਡੀ ਮੈਲ ਦੇ ਕਰਕੇ ਦਿਖਾਈ ਦਿੰਦੇ ਨੇ। ਦੇਖੋ ਜਦੋਂ ਮੈਲ ਨਿਕਲ ਜਾਂਦੀ ਹੈ ਤੇ ਫਿਰ ਤੇ ਪਵਿੱਤਰ ਹੀ ਹੈਗਾ। ਤੋਂ ਸਾਰੇ ਹੀ ਕਹਿੰਦੇ, ਕੋਈ ਕਹਿੰਦੇ ਕਿ ਜੱਟੀ ਪਰਮਾਤਮਾ ਦਾ ਹੀ ਰੂਪ ਹੈ, ਤੇ ਕੋਈ ਵੱਧ ਨਹੀਂ ਹੈ, ਕੋਈ ਉੱਚਾ ਕੋਈ ਨੀਵਾਂ ਨਹੀਂ। ਐਵਰੀਬਾਡੀ ਸੇਮ, ਚਾਹੇ ਰਾਜਾ ਹੈ ਕੋਈ, ਚਾਹੇ ਰੰਕ ਹੈ, ਉਹ ਕਹਿੰਦੇ ਸਾਰੇ ਪਰਮਾਤਮਾ ਦੀ ਜੋਤ ਆ। ਕਹਿਣ ਤੋਂ ਭਾਵ ਉਹ ਸਾਨੂੰ ਪਤਾ ਕੀ ਸਮਝਾ ਰਹੇ ਨੇ। ਕਹਿੰਦੇ ਚਰਨਜੀਤ, ਤੂੰ ਇਹ ਨਾ ਸੋਚੀ ਕਿ ਕਿਸੇ ਕੋਈ ਜ਼ਿਆਦਾ ਪੈਸੇ ਤੂੰ ਇਹਦੀ ਜ਼ਿਆਦਾ ਰਿਸਪੈਕਟ ਕਰੇ, ਕੋਈ ਮਾਮੂਲੀ ਜਿਹਾ ਬੰਦਾ ਤੇ ਤੂੰ ਕਵੇਂ ਕਿ ਕੁਝ ਵੀ ਨਹੀਂ ਹੈਗਾ। ਰੱਖੀ ਪਰਮਾਤਮਾ ਨੇ ਸੇਮ ਪੈਦਾ ਕੀਤੇ ਹੀ, ਕਿਤੇ ਨਾ ਹੈ ਕਿ ਤਕੜੀ ਲੈ ਕੇ ਘੁੰਮੀ ਤੇ ਜਿਹਦੇ ਕਰਕੇ ਤੈਨੂੰ ਮੁਸ਼ਕਲ ਆ ਜਾਏ। ਹਾਂਜੀ ਨਿੱਜਰ ਸਾਹਿਬ ਅੱਗੇ ਕਹਿੰਦੇ ਆ ਕਿ ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈ ਆ ਕਾਈ। ਉਹ ਕਹਿੰਦੇ ਭੇਡਾਂ ਬੱਕਰੀਆਂ ਵੇਖੋ ਸਾਲ ਮੁੰਨੀ ਜਾਂਦੇ ਆ। ਉਹ ਕਿੱਦਾਂ ਵੇਖਿਓ YouTube ਚ ਸਰਚ ਕਰਕੇ ਵੇਖੋ, ਕਿੱਦਾਂ ਬਿਲਕੁਲ ਹੀ ਰੜੇ ਮੈਦਾਨ ਕਰ ਦਿੰਦੇ ਆ। ਤੇ ਕਹਿੰਦਾ ਤੂੰ ਵੀ ਉਸ ਤਰ੍ਹਾਂ ਚ ਫਿਰਨਾ ਹੈ ਕਿ ਵਾਲ ਕਟਾਈ ਜਾਂਦੇ ਆ। ਇਹਦਾ ਕੀ ਕਨੈਕਟ ਅਧਿਆਤਮਿਕ ਦੇ ਨਾਲ ਕੀ ਕਰਦੇ ਕੀ ਕਰ ਰਹੇ ਆ? ਉਹ ਕਹਿੰਦੇ ਕਿ ਭੇਡਾਂ ਦੇ ਵੀ ਮੰਨੀ ਜਾਂਦੀ, ਫਿਰ ਭੇਡਾਂ ਤੋਂ ਨਹੀਂ ਬ੍ਰਹਮ ਗਿਆਨੀ ਬਣਦਾ। ਹਾਂਜੀ ਨਿੱਜਰ ਸਾਹਿਬ
ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਹੁਣ ਕਹਿੰਦੇ ਆ ਕਿ ਚਲੋ ਮੰਨ ਲਓ ਕਿ ਜੇ ਤੂੰ ਸੋਚਦਾ ਵਾ ਕਿ ਇਹ ਵੀਰ ਜੀ ਦੀ ਰੱਖਿਆ ਕਰਨੀ ਆ, ਔਰਤਾਂ ਨੂੰ ਵੀ ਸਮਝਾਇਆ ਗਿਆ ਹੈ ਕਿ ਕਾਮ ਦੇ ਵਿੱਚ ਗਤੀ ਕਾਮ ਨਹੀਂ ਦੀ ਗੱਲ ਕਰਦੇ ਹੋ, ਕਾਮ ਦੀ ਗੱਲ ਕਰਦੇ। ਕਈ ਲੋਕ ਪਤਾ ਕੀ ਕਰਦੇ ਨੇ, ਖਾਸ ਕਰਕੇ ਕਿ ਜਿੱਦਾਂ ਕ੍ਰਿਸਚੈਨਿਟੀ ਹੈ ਨਾ, ਉਹਦੇ ਵਿੱਚ ਮੇਲ ਤੇ ਫੀਮੇਲ ਉਹਨਾਂ ਦੇ ਹੈਗੇ ਨੇ, ਉਹ ਚਰਚ ਹੁੰਦੇ ਨੇ, ਨਨਸ ਹੁੰਦੀਆਂ ਨੇ, ਵਿਆਹ ਨਹੀਂ ਕਰਾਉਂਦੇ ਉਹ। ਉਸ ਤੋਂ ਬਾਅਦ ਜਿਹੜੇ ਬੁੱਧਿਸਟ ਨੇ, ਇਹਦੇ ਵਿੱਚ ਵੀ ਇਹੋ ਚੀਜ਼ ਹੈ। ਤੇ ਆਪ ਜੀ ਦਾ ਜਿਹੜਾ ਆਪਣਾ ਧਰਮ ਹੈ ਨਾ, ਸਭ ਤੋਂ ਟੌਪ ਮੋਸਟ ਐਡਵਾਂਸ ਧਰਮ ਕੀ ਹੈ ਜਿਹੜਾ ਸਿੱਖ ਧਰਮ, ਇਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਅਲਾਉੈਂਸ ਮਿਲੀ ਹੈ, ਨਕਲੀ ਨਹੀਂ, ਜੈਨੂਅਨ ਅਲਾਉੈਂਸ। ਕਿਉਂਕਿ ਸਾਡਾ ਜਿਹੜਾ ਮਾਰਗਦਰਸ਼ਨ ਬਾਣੀ ਕਰ ਰਹੀ ਹੈ, ਸਾਰੇ ਉੱਚ ਕੋਟੀ ਦੇ ਬ੍ਰਹਮ ਗਿਆਨੀ ਨੇ, ਬੜੇ ਤਗੜੇ ਬ੍ਰਹਮ ਗਿਆਨੀ। ਐਸੇ ਬ੍ਰਹਮ ਗਿਆਨੀ ਆਪ ਜਸਟ ਸੋਚੋ ਕਿ ਇੱਕ ਐਸਾ ਬੰਦਾ ਖੜਾ ਹੋ ਗਿਆ, ਕਬੀਰ ਸਾਰੇ ਬਨਾਰਸ ਨੂੰ ਹੱਥ ਖੜਾ ਕਰਕੇ ਚੈਲੰਜ ਕਰ ਰਿਹਾ, ਇੱਕ ਚੀਜ਼ ਦੇ ਬਾਰੇ ਬੋਲ ਰਿਹਾ, ਤੇ ਔਰ ਉਹ ਇੰਨਾ ਵਿਰੋਧ ਹੋਣ ਦੇ ਬਾਵਜੂਦ ਜੇਕਰ ਐਸਾ ਬੰਦਾ ਸਾਡਾ ਮਾਰਗਦਰਸ਼ਨ ਕਰ ਰਿਹਾ, ਅਸੀਂ ਉਹਨੂੰ ਛੱਡ ਕੇ ਤੇ ਇੱਧਰ ਤੁਰੇ ਫਿਰੀਏ ਤੇ ਕਿੰਨੀ ਸ਼ਰਮ ਵਾਲੀ ਗੱਲ ਹੈ ਨਾ। ਬਿਲਕੁਲ। ਦੇਖੋ, ਔਰ ਆਹ ਬਾਣੀ ਜਿਹੜੀ ਹੈਗੀ, ਮਹਾਰਾਜ ਨੇ ਆਹ ਬਾਣੀ ਪਾਈ ਹੈ ਕਬੀਰ ਜੀ ਦੀ। ਇਹ ਕਦੀ ਆਪਾਂ ਇਹਦਾ ਤਾਂ ਕਦੀ ਆਪਾਂ ਉਹ ਕਰਦੇ ਹੀ ਨਹੀਂ ਹੈ, ਕੀਰਤਨ ਜਾਂ ਕਦੀ ਵਿਆਖਿਆਨ ਜਾਂ ਕਦੀ ਕੁਛ ਕਦੀ। ਨਿੱਜਰ ਸਾਹਿਬ ਉਹਦੇ ਲਈ ਤੇ ਫਰੀ ਚਾਹੀਦੀ ਹੈ, ਫਰੀ ਨਹੀਂ ਹੈ ਨਹੀਂ ਕਿਸੇ ਦੀ। ਨਲਾਇਕ ਲੋਕ ਬੈਠੇ ਹੁੰਦੇ, ਉਹਤੇ ਦਿਹਾੜੀਆਂ ਲਾਉਂਦੇ ਆ ਉੱਥੇ ਕਰਕੇ। ਆਪ ਜਸਟ ਸੋਚੋ ਕਿ ਉਹ ਕਹਿੰਦੇ ਕਿ ਮਿੱਟੀ ਮੁਸਲਮਾਨ ਕੀ ਪੇੜੇ ਚੜੇ ਪਈ ਹਨਾ। ਹਾਂ ਬਿਲਕੁਲ। ਉਹ ਵੇਖੋ ਉੱਥੇ ਬੇਈਮਾਨ ਕਹਿਤਾ ਸੀ ਤੇ ਉਹ ਕਹਿੰਦੇ ਇਹਨੂੰ ਨੱਪੋ ਜਰਾ, ਇਹਨੂੰ ਇਹ ਗਲਤੀ ਕਰ ਰਿਹਾ ਤੇ ਬਾਣੀ ਚੇਂਜ ਕਰ ਰਿਹਾ। ਔਰ ਗੁਰਦੁਆਰਿਆਂ ਦੇ ਵਿੱਚ ਗੁਰਕੀ ਸਾਹਿਬ ਜਿਹੜੀ ਕਮੇਟੀ ਹੈਗੀ ਨਾ, ਬਿਲਕੁਲ ਜਿਹੜੀ ਹੈਗੀ ਆ, ਪ੍ਰਚਾਰਕ ਜਿਹੜੇ ਹੁੰਦੇ ਆ ਉਹਨਾਂ ਨੂੰ ਇੰਸਟਰਕਸ਼ਨ ਦਿੰਦੇ ਆ ਬਈ ਆਹ ਗੱਲ ਨਹੀਂ ਕਰਨੀ ਇੱਥੇ, ਇਹ ਜਿਹੜਾ ਹੈਗਾ ਵਾਹਿਗੁਰੂ ਨਹੀਂ ਕਰਨਾ ਇੱਥੇ, ਆਹ ਗੱਲ ਪਹਿਲਾਂ ਇੰਸਟਰਕਸ਼ਨ ਦਿੰਦੇ ਆ, ਭਾਈ ਤੂੰ ਜਿਹੜਾ ਹੈਗਾ ਬਾਣੀ ਜਿਹੜੀ ਹੈਗੀ ਉਹਨੂੰ ਜਿਹੜਾ ਹੈਗਾ ਗਾ, ਬਸ ਇੰਨਾ ਹੀ ਕੰਮ ਹੈਗਾ ਤੇਰਾ, ਨਹੀਂ ਤਾਂ ਜਿਹੜਾ ਹੈਗਾ ਜੇ ਸੱਚ ਦੱਸੇਗਾ। ਹਜੂਰ ਸਾਹਿਬ ਵੀ ਕਹਿੰਦੇ ਉੱਥੇ ਉਹ ਨਾਰਾ ਨਹੀਂ ਬੁਲਾਉਣ ਦਿੰਦੇ, ਆਗਿਆ ਭਈਆ ਕਾਲ ਕੀ ਕਭੀ ਚਲਾਇਓ ਬੰਦ। ਉਹ ਕਹਿੰਦੇ ਨਾ ਕਿ ਸਿੱਖਾਂ ਦੇ ਪਤਾ ਨਹੀਂ ਕਹਿੰਦੇ ਨੇ ਇੱਥੇ ਸਾਰੇ ਸਿੱਖਾਂ ਦਾ ਹੋਊਗਾ ਰਾਜ, ਉਹ ਵੀ ਕਿਹਾ ਵਾ ਨਾ, ਉਹ ਵੀ ਉਹ ਤੇ ਬੋਲਣ ਨਹੀਂ ਦਿੰਦੇ ਨਾ। ਹਜੂਰ ਸਾਹਿਬ ਕਿਹਾ ਵਾ, ਮੈਂ ਸੁਣਿਆ ਸੀ। ਜੇ ਤੁਕ ਨਹੀਂ ਆਉਂਦੀ ਆਪਣੀ, ਜਿਹੜਾ ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਕੋਏ। ਆਹੋ, ਤੇ ਉਹ ਵੀ ਜਾਤੀ ਆ। ਉਹ ਖਾਲਸਾ ਜਿਹੜਾ ਹੈ ਨਾ, ਐਕਚੁਅਲੀ ਜੱਬ ਦੀ ਗੱਲ ਕੁਝ ਨਹੀਂ ਆ। ਜਿੱਦੋਂ ਵੀ ਗਲਤ ਬੰਦੇ ਇਸ ਸ਼ਕਤੀ ਦੇ ਵਿੱਚ ਆਉਂਦੇ ਨੇ, ਉਹ ਫਿਰ ਕੀ ਕਰਦੇ ਆ, ਬਾਣੀ ਨੂੰ ਬੜਾ ਤੋੜਦੇ ਤੇ ਮੋੜਦੇ ਆ। ਇਸੇ ਕਰਕੇ ਦੇਖੋ, ਬਾਣੀ ਗੁਰੂਆਂ ਨੂੰ ਪਤਾ ਸੀ ਇਹ ਚੋਰ ਲੋਕ, ਇਹ ਠੱਗ ਲੋਕ ਉਦੋਂ ਵੀ ਏਦਾਂ ਹੀ ਕਰਨ ਡੈ ਪਏ ਸੀ। ਇਸ ਕਰਕੇ ਬਾਣੀ ਨੂੰ ਇੰਟਰਲੋਕ ਕੀਤਾ, ਕੋਈ ਨਕੇੜ ਨਾ ਕਰਦੇ, ਇਹਨੂੰ ਕੋਈ ਇਹਨੂੰ ਗੜਬੜ ਨਾ ਕਰਦੇ, ਕਿਉਂਕਿ ਤੁਰਕੀ ਆਈ ਬਾਣੀ ਤੈਨੂੰ ਸਗਲੀ ਚਮਤਾਈ। ਕਹਿੰਦੇ ਕਿ ਜੇ ਇਹ ਪਖੰਡ ਨੂੰ ਨਾ ਬੰਦ ਕੀਤਾ ਗਿਆ ਤੇ ਇਨਸਾਨ ਨੇ ਸੁਧਰਨਾ ਨਹੀਂ ਹੈ, ਤੇ ਪਖੰਡ ਤੇ ਉਦਾਂ ਹੀ ਰਿਹਾ। ਇਹਨਾਂ ਬਾਣੀ ਹਲਕੀ ਬਾਣੀ ਪੜ੍ਹਨੀ ਹੈ ਤੁਹਾਡੇ ਸਾਹਮਣੇ, ਜਿਹੜੀ ਤੁਹਾਡੀ ਬੇਹੋਸ਼ੀ ਨੂੰ ਹੋਰ ਬੇਹੋਸ਼ ਕਰੇ। ਇਹ ਬਾਣੀ ਨਹੀਂ ਸੁਣਾਉਣੀ ਤੁਹਾਨੂੰ, ਉਹਨਾਂ ਨੇ ਸੁਣਾਉਣਾ ਹੈ। ਗੁਰਕੀ ਸਾਹਿਬ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਇਹ ਨਿੱਜਰ ਸਾਹਿਬ, ਇਹ ਮੈਂ ਅੱਜ ਜਿਹੜਾ ਮੈਂ ਬੜੀ ਵਾਰੀ ਵੇਖਿਆ ਮੁੱਖ ਵਾਗ, ਬਾਰ ਉਹੀ ਮੁੱਖ ਵਾਗ, ਤੇ ਉਹ ਮਤਲਬ ਕਹਿਣ ਤੋਂ ਭਾਵ ਕਿ ਮੇਰੇ ਸਾਹਮਣੇ ਨਾ ਅੰਗ ਨੰਬਰ ਸੈੱਟ ਕੀਤੇ, ਉੱਥੋਂ ਗੱਡੀ ਜਾਂਦੇ। ਉਹ ਬਾਰ ਜਿਹੜੇ ਨਾ ਗੁਰਕੀ ਸਾਹਿਬ ਸੈਂਟਰ ਦੇ ਵਿੱਚ ਬਿਲਾਵਲ ਰਾਗ ਹੈਗਾ, ਉੱਥੇ ਹੀ ਪੰਨ ਪਿਆ ਹੁੰਦਾ, ਉੱਥੋਂ ਹੀ ਨਿਕਲਿਆ ਹੁੰਦਾ ਬਸ। ਉਹ ਨਿੱਜਰ ਸਾਹਿਬ ਪਤਾ ਕੀ ਕਰਦੇ ਆ, ਉਹ ਵੇਖੋ, ਤੁਹਾਨੂੰ ਤੁਸੀਂ ਖੁਦ ਜਾ ਕੇ ਵੇਖਿਓ ਕਿ 2-2.5 ਮਹੀਨੇ ਚ ਉਹੀ ਬਾਰ ਹੀ ਉਹੀ ਮੁੱਖ ਵਾਗ ਘੁੰਮੀ ਜਾਂਦੇ। ਉਹ ਅੱਗੋਂ ਛੇੜਦੇ ਨਹੀਂ ਆ। ਉਹ ਕਿਉਂ ਨਹੀਂ ਛੇੜਦੇ? ਉਹ ਮੁੱਖ ਵਾਗ ਬੜੇ ਖਤਰਨਾਕ ਆ। ਹੁਣ ਆਹ ਜਿਹੜਾ ਮੁੱਖ ਵਾਗ ਹੈ, ਇਹਦੀ ਕਥਾ ਲਾਓ ਉੱਥੇ ਵਿਆਖਿਆ ਚ ਰੌਲਾ ਨਹੀਂ ਪੈ ਜਾਣਾ। ਇਹਦੀ ਕਥਾ ਵਿਚਾਰੀ ਨੂੰ ਤੈਨੂੰ ਲਾਉਣੀ, ਜਿਹਨੂੰ ਕਮਾਈ ਖੋਲਣਾ, ਉਹਨਾਂ ਕਹਿਣਾ ਭਰਾ ਨਾ ਬੋਲ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਆਪਣੇ ਗੁਰੂਆਂ ਨੇ ਬੜੀਆਂ ਚੰਗੇ ਤਰੀਕੇ ਨਾਲ ਸਮਝਾਈਆਂ ਨੇ। ਇਹ ਆਪਾਂ ਲੋਕਾਂ ਦੀ ਗੱਲ ਨਹੀਂ ਕੀਤੀ, ਸਾਡੇ ਤੇ ਵੀ ਉਹਨਾਂ ਨੇ ਸਾਨੂੰ ਟਾਰਗੇਟ ਕੀਤਾ ਸੀ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ। ਹੁਣ ਇੱਥੇ ਪਤਾ ਕੀ ਉਹਨਾਂ ਨੇ ਕਿਹਾ ਕਿ ਜਿਹੜਾ ਖੁਸਰਾ ਹੈ, ਆਪ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਖੁਸਰਾ ਜਿਹੜਾ ਹੁੰਦਾ ਵਾ, ਉਹਦੇ ਅੰਦਰ ਉਹਦਾ ਜੀਵਨ ਦਾ ਜੋ ਵੀ ਉਹਦੇ ਹੁੰਦਾ ਵਾ, ਉਹਦਾ ਕਹਿ ਲਓ ਕਿ ਉਹ ਇਹ ਬੱਚੇ ਨੂੰ ਜਨਮ ਨਹੀਂ ਦੇ ਸਕਦਾ, ਠੀਕ ਹੈ, ਚਾਹੇ ਉਹ ਮੇਲ ਹੈ ਜਾਂ ਫੀਮੇਲ। ਪਰ ਕਹਿੰਦੇ ਕਿ ਜੇ ਤੁਸੀਂ ਸੋਚਦੇ ਹੋ ਕਿ ਵੀਰ ਜੀ ਨੂੰ ਅੰਦਰ ਸਾਬਣ ਦੇ ਨਾਲ ਤਾਂ ਵੀ ਧਰਮ ਦੇ ਵਿੱਚ ਉੱਚੇ ਹੋ ਜਾਓਗੇ, ਸੁਪੀਰੀਅਰ ਹੋ ਜਾਓਗੇ, ਇਹ ਬੇਵਕੂਫੀ ਹੈ। ਕਿਉਂਕਿ ਇਹ ਇੱਕ ਨੈਚੁਰਲ ਪ੍ਰੋਸੈਸ ਆ, ਇਹਦੇ ਨਾਲ ਪ੍ਰਕਿਰਤੀ ਚੱਲਦੀ।
ਰੋਟੀ ਆਪਾਂ ਖਾਂਦੇ ਹਾਂ, ਆਪਾਂ ਰੋਟੀ ਖਾਈਏ 1-2 ਖਾਈਏ ਕੋਈ ਪ੍ਰੋਬਲਮ। ਦੇਖੋ ਅਨੁਸ਼ਾਸਨ ਦੇ ਵਿੱਚ ਕੰਮ ਕੁਝ ਵੀ ਕਰੋਗੇ ਕੋਈ ਵੀ ਪ੍ਰੋਬਲਮ ਨਹੀਂ ਹੈ। ਜ਼ਰੂਰਤ ਨੂੰ ਪੂਰਾ ਕਰਨਾ ਤੇ ਭੋਗਣਾ ਬੜਾ ਅੰਤਰ। ਬਿਲਕੁਲ ਅੰਤਰ ਆ ਗੋਰਕੀ ਸਾਹਿਬ। ਨੀਡ ਦੇ ਵਿੱਚ ਰਵਾਂਗੇ ਨਾ ਤੇ ਤਦ ਤੱਕ ਕੋਈ ਪ੍ਰੋਬਲਮ ਨਹੀਂ ਹੈ। ਜੇ ਆਪਾਂ ਗਰੀਡ ਦੇ ਵਿੱਚ ਚਲੇ ਗਏ ਤੇ ਬਸ ਪ੍ਰੋਬਲਮ ਹੀ ਪ੍ਰੋਬਲਮ ਹੈ। ਥੋੜੇ ਜਿਹੇ ਤਰੀਕੇ ਨਾਲ ਖਾਲਾ, ਕਹਿੰਦਾ ਜ਼ਹਿਰ ਵੀ ਅੰਮ੍ਰਿਤ ਆ। ਪਰ ਕਹਿੰਦਾ ਜੇ ਤੂੰ ਸੱਜਣਾ ਦੇਸੀ ਘਿਓ ਵੇਖ ਕੇ ਲਾਲਚ ਚ 4-5 ਚਮਚੇ ਖਿੱਚ ਗਿਆ ਤੇ 2 ਮਹੀਨੇ ਚ ਤੇਰਾ ਕੰਮ ਹੋ ਜਾਣਾ। ਜ਼ਹਿਰ ਅੰਮ੍ਰਿਤ ਨੇ ਜ਼ਹਿਰ ਬਣ ਜਾਣੇ। ਬਿਲਕੁਲ। ਜੇ ਪਰ ਤੂੰ ਮਿਕਦਾਰ ਚ ਲੈਣਾ ਜ਼ਹਿਰ ਵੀ ਖਾ ਲੈਣਾ ਉਹ ਵੀ ਤੇਰਾ ਭਲਾ ਕਰ ਜਾਂਦਾ। ਤੋ ਇੱਥੇ ਆਪਾਂ ਨੂੰ ਬਾਣੀ ਇਹੋ ਸਮਝਾਇਆ ਉਹਨਾਂ ਨੇ। ਫਿਰ ਇਹ ਕੀ ਹੋਇਆ ਕਿ ਬੁੱਧਿਸਟ ਤੇ ਚਰਚਾਂ ਦੇ ਵਿੱਚ ਇੰਨਾ ਜ਼ਿਆਦਾ ਉਦੋਂ ਨਹੀਂ ਹੁਣ ਵੀ ਹੈਗਾ ਇਹ ਚੀਜ਼ਾਂ ਨੇ। ਫਿਰ ਕੀ ਹੋ ਗਿਆ ਕਿ ਇਹਨੇ ਫਿਰ ਹੋਮੋਸੈਕਸੁਅਲ ਇੱਕ ਬਿਮਾਰੀ ਹੈ ਉਹਨੂੰ ਜਨਮ ਦਿੱਤਾ ਤੇ ਗੁਰੂਆਂ ਨੇ ਉਦੋਂ ਮਨਾ ਕੀਤਾ। ਆਪ ਜਸਟ ਸੋਚੋ ਆਪਣੇ ਧਰਮ ਦੇ ਵਿੱਚ ਖਾਸ ਕਰਕੇ ਮਨਾਈ ਆ ਕਿ ਰਿਸ਼ਤੇਦਾਰਾਂ 'ਚ ਵਿਆਹ ਨਹੀਂ ਕਰਨਾ। ਆਪ ਜਸਟ ਸੋਚੋ ਕਿ ਰਿਸ਼ਤੇਦਾਰਾਂ 'ਚ ਵੇਖਿਆ ਨਾ ਕਿ ਰੰਧਾਵੇ ਨੇ ਵਿਆਹ ਨਹੀਂ ਕਰਨਾ ਐਰਾ ਵਗੈਰਾ ਮਨਾਹੀ ਕੀਤੀ। ਉਹਦਾ ਕਾਰਨ ਇਹੋ ਹੀ ਸੀ ਕਿਉਂਕਿ ਇਹ ਕਈ ਬਿਮਾਰੀਆਂ ਜਿਹੜੀਆਂ ਜੀਨਸ ਹੁੰਦੀਆਂ ਨੇ ਸਾਡੇ ਖਾਨਦਾਨ ਤੋਂ ਖਾਨਦਾਨ ਟਰਾਂਸਫਰ ਹੋ ਜਾਂਦੇ ਨੇ। ਔਰ ਖਾਸ ਕਰਕੇ ਤੁਸੀਂ ਦੇਖੋ ਮੁਸਲਮਾਨਾਂ ਦੇ ਬੱਚਿਆਂ ਦੇ ਵਿੱਚ ਚੀਜ਼ਾਂ ਹੋਈਆਂ ਨੇ। ਆਪਣੇ ਵੀ ਕਈ ਲੋਕ ਹੈਗੇ ਨੇ ਕਰਦੇ ਨੇ। ਬੇਸ਼ੱਕ ਮਨਾ ਕੀਤਾ ਸੀ ਉਹਦਾ ਕਾਰਨ ਇਹ ਸੀ ਵੇਖੋ ਗੁਰੂਆਂ ਦੀ ਦੂਰ ਦੇਸ਼ੀ ਵੇਖੋ ਕਿ ਆਪਣੀ ਕਿੰਨੀ ਉੱਚੀ ਸਮਝੇ ਨੇ ਜਦ ਇਸੇ ਕਰਕੇ ਫਿਰ ਇਹ ਕਹਿੰਦੇ ਕਿ ਬਿੰਦ ਜਿਹੜੇ ਰੱਖਦੇ ਨੇ ਉਹ ਕੀ ਏਦਾਂ ਰੱਖਣ ਦੇ ਨਾਲ ਫਿਰ ਪੁੱਤੇ ਕੋਈ ਨਹੀਂ ਬ੍ਰਹਮ ਗਿਆਨੀ ਉਹ ਤੇ ਤੇਰੇ ਮੰਗਦੇ ਤੇ ਗਲੀਆਂ ਦੇ ਵਿੱਚ ਹੈ। ਤੁਸੀਂ ਕਿਹਨੂੰ ਬੇਵਕੂਫ ਬਣਾਉਂਦੇ ਜੋ? ਉਹ ਤਰਕ ਐਸਾ ਸਾਹਮਣੇ ਰੱਖਿਆ ਔਰ ਇਹ ਤਰਕ ਦਾ ਕੋਈ ਜਵਾਬ ਨਹੀਂ ਹੈਗਾ। ਬਿਲਕੁਲ। ਆਖਰੀ ਦੇ ਵਿੱਚ ਹੁਣ ਦੱਸ ਰਹੇ ਭਾਈ, ਆਖਰੀ ਦੇ ਵਿੱਚ ਕਬੀਰ ਸਾਹਿਬ ਚੈਲੰਜ ਕਰ ਰਹੇ ਆ। ਕਹਿੰਦੇ ਕਹੋ ਕਬੀਰ ਸੁਣੋ ਨਰ ਭਾਈ। ਕਹਿੰਦੇ ਭਾਈ ਦੇਖੋ ਸੁਣ ਲਓ ਸਾਰੇ ਜਿਹੜੇ ਹੈਗੇ ਇਨਸਾਨ ਦੇ ਜਾਮੇ 'ਚ ਹੈਗੇ। ਕਹਿੰਦੇ ਆਹ ਗੱਲ ਮੇਰੀ ਧਿਆਨ ਨਾਲ ਸੁਣ ਲਓ। ਰਾਮ ਨਾਮ ਬਿਨ ਕਿਨ ਪਰਮ ਕਿਨ ਗਤ ਪਾਈ। ਕਹਿੰਦੇ ਰਾਮ ਤੇ ਪਰਮੇਸ਼ਰ ਦਾ ਧਿਆਨ ਸਿਮਰਨ ਦੇ ਬਗੈਰ ਅੱਜ ਤੱਕ ਦੱਸ ਦਿਓ ਕਿਸੇ ਕੋਈ ਮੁਕਤ ਹੋਇਆ ਹੋਇਆ, ਕਿਸੇ ਨੇ ਚੌਥੇ ਪਦ ਪ੍ਰਾਪਤ ਕੀਤਾ ਹੋਏ, ਕਿਸੇ ਨੇ ਪਰਮਗਤ ਪ੍ਰਾਪਤ ਕੀਤੇ, ਕਿਸੇ ਦੀ ਜਿਹੜੀ ਸੁਰਤ ਜਿਹੜੀ ਹੈਗੀ ਆਤਮਾ ਦੇ ਵਿੱਚ ਗਈ ਹੋਏ। ਅੱਜ ਤੱਕ ਮੈਨੂੰ ਦਿਖਾ ਦਿਓ ਰਾਮ ਨਾਮ ਦੇ ਬਗੈਰ, ਧਿਆਨ ਸਿਮਰਨ ਦੇ ਬਗੈਰ ਕੋਈ ਵੀ ਇੱਕ ਵੀ ਐਗਜ਼ਾਮਪਲ ਲੈ ਕੇ ਆਓ ਮੇਰੇ ਸਾਹਮਣੇ। ਹਾਂਜੀ ਵੀਰ। ਬਿਲਕੁਲ ਠੀਕ ਹੈ। ਉਹ ਕਹਿੰਦੇ ਕਿ ਇਹ ਪਖੰਡ ਜਿਹੜਾ ਬੰਦ ਕਰ ਦਿਓ। ਬਾਹਰੋਂ ਜਿਹੜੀ ਤੁਸੀਂ ਆਪਣੇ ਰੂਪ ਨੂੰ ਚੇਂਜ ਕਰ ਰਹੇ ਜੋ ਤੁਸੀਂ ਇੱਧਰ ਉੱਧਰ ਦੀਆਂ ਕਹਾਣੀਆਂ ਬਣਾ ਲਈਆਂ ਨੇ, ਸਸਤਾ ਗਿਆਨ, ਇਹਦੇ ਨਾਲ ਅੱਜ ਤੱਕ ਕੋਈ ਬੰਦਾ ਬ੍ਰਹਮ ਗਿਆਨੀ ਨਹੀਂ ਹੋਇਆ ਤੇ ਨਾ ਹੀ ਹੋਊਗਾ। ਜਿਹੜਾ ਤੁਸੀਂ ਬਾਹਰੀ ਟੇਕਣ ਕਰਦੇ ਪਏ ਜੋ ਨਾ ਜਿਹਦਾ ਕੋਈ ਮੁੱਲ ਨਹੀਂ। ਇਹ ਧਰਮ ਤੇ ਤੁਹਾਡਾ ਬੜਾ ਨਿੱਜੀ ਹੈ। ਤੁਸੀਂ ਬ੍ਰਹਮ ਗਿਆਨੀ ਜੋ ਤੁਹਾਨੂੰ ਕੋਈ ਜਾਣਦਾ ਹੀ ਨਹੀਂ ਹੋਣਾ। ਤੇ ਜੋ ਜਿਹੜੀ ਪਬਲਿਸਿਟੀ ਲੈ ਰਹੇ ਆ ਲੋਕਾਂ ਦੇ ਸਾਹਮਣੇ ਤੋਂ ਵੱਡਾ ਬਣ ਰਹੇ ਆ, ਸ਼ੋ ਕਰ ਰਹੇ ਆ, ਸ਼ੋ ਆਫ ਕਰ ਰਹੇ ਆ, ਉਹ ਚੀਜ਼ ਦੇ ਨਾਲ ਤੇ ਕੰਮ ਨਹੀਂ ਉਹ ਬਣਨਾ। ਕਹਿੰਦੇ ਕਿ ਰਾਮ ਦਾ ਨਾਮ ਜਿਹੜਾ ਨਾ ਇਸ ਤੋਂ ਬਿਨਾਂ ਗਤੀ ਨਹੀਂ ਹੈ। ਬਿਲਕੁਲ। ਬੜਾ ਨਿੱਜੀ ਬਿਜ਼ਨਸ ਆ। ਤੈਨੂੰ ਕੋਈ ਜਾਣਦਾ ਵੀ ਨਹੀਂ, ਤੈਨੂੰ ਕੀ ਗੁਆਂਢੀ ਨਹੀਂ ਜਾਣਦੇ ਹੋਣੇ। ਜੇ ਤੇਰਾ ਨਾਮ ਲੈਂਦਾ ਹੋਵੇਗਾ ਤੇ ਨਾਮ ਦਾ ਮਤਲਬ ਪਤਾ ਕਿੱਥੇ ਕਹਿੰਦੇ ਜੇ? ਕਹਿੰਦੇ ਭਗਤੀ ਕਰ ਘਰ ਜਾ ਕੇ ਅੰਦਰ। ਰਾਮ ਨਾਮ ਦਾ ਮਤਲਬ ਹੈ ਪਰਦੇ ਨਾਲ ਕਰੀ ਕੱਲਾ ਬਹਿ ਕੇ ਆਪਣੀ ਰਾਮ ਨਾਮ। ਗੋਰਖੀ ਸਾਹਿਬ ਜਿਹੜਾ ਹੈਗਾ ਆਪਾਂ ਅੰਮ੍ਰਿਤ ਰਸ ਦੇ ਵਾਸਤੇ ਭਗਤੀ ਕਰ ਰਹੇ ਹਾਂ। ਅੰਮ੍ਰਿਤ ਚਾਹੀਦਾ ਆਪਾਂ ਨੂੰ, ਅਮਰ ਹੋਣਾ ਚਾਹੁੰਦੇ ਹਾਂ ਆਪਾਂ। ਪਰਮੇਸ਼ਰ ਵਰਗਾ ਜਿਹੜਾ ਹੈਗਾ ਇਹ ਪ੍ਰਕਿਰਤੀ ਦੀ ਕੈਦ ਚੋਂ ਜਿਹੜਾ ਹੈਗਾ ਆਪਾਂ ਬਾਹਰ ਨਿਕਲਣਾ ਚਾਹੁੰਦੇ ਹਾਂ। ਅੰਮ੍ਰਿਤ ਦਾ ਮਤਲਬ ਹੈ ਅਮਰ ਹੋਣਾ। ਇਹ ਪ੍ਰਕਿਰਤੀ ਜਿਹੜੀ ਹੈਗੀ ਆਪਾਂ ਨੂੰ ਛੱਡਦਾ ਆ ਚਾਹੀਦਾ ਹੈ ਆਪਾਂ ਨੂੰ। ਔਰ ਇਹ ਜਿਹੜਾ ਹੈਗਾ ਇਹ ਮਿਲਣਾ ਨਹੀਂ ਜਦ ਤੱਕ ਆਪਾਂ ਭਗਤੀ ਨਹੀਂ ਕਰਦੇ। ਜਪ ਤਪ ਤੇ ਸੰਜਮ। ਬਿਲਕੁਲ। ਇਹ ਤਿੰਨ ਚੀਜ਼ਾਂ ਚਾਹੀਦੀਆਂ। ਸੰਜਮ ਦਾ ਮਤਲਬ ਕਿ ਥੋੜਾ ਅਨੁਸ਼ਾਸਨ ਤੇ ਤਪ ਦਾ ਮਤਲਬ ਇੰਦਰੀਆਂ ਤੇ ਆਪਣਾ ਸੰਜਮ। ਇੰਦਰੀਆਂ ਤੇ ਕਹਿੰਦੀਆਂ ਨੇ ਮੈਨੂੰ ਕਹਿੰਦੀਆਂ ਦੁਕਾਨ ਦੇ ਸਾਹਮਣੇ ਹੋ ਗਏ ਕਿੰਨੀਆਂ ਦੁਕਾਨਾਂ ਸਮਾਨ ਲੱਗਾ ਚੱਲ ਚਰਨਜੀਤ ਖਵਾ ਮੈਨੂੰ। ਬਿਲਕੁਲ। ਤੇ ਕਹਿੰਦੀਆਂ ਮੂੰਹ ਚ ਪਾਣੀ ਵੀ ਆ ਗਿਆ। ਪਰ ਨਹੀਂ ਸੰਜਮ ਕਹਿੰਦਾ ਨਹੀਂ ਕਰ ਏਦਾਂ ਦਾ ਕੰਮ ਨਹੀਂ ਕਰਨਾ। ਉੱਤੇ ਪੁਲਟੇ ਇਹ ਰਸਾਂ ਦੇ ਵਿੱਚ ਕੁਝ ਨਹੀਂ ਰੱਖਿਆ। 2 ਮਿੰਟ ਦਾ ਸਵਾਦ ਆ ਛੱਡ ਦੇ। ਸੰਜਮ ਰੋਕ ਤੱਕ ਸੰਜਮ ਹੁੰਦਾ ਵਿਵੇਕ। ਸਾਰੇ ਕੰਮ ਆਪਾਂ ਸਹੀ ਕਰਦੇ ਹਾਂ। ਕਈ ਕੰਮ ਆਪਣੇ ਕੋਲ ਵਿੱਚ ਪੈਸੇ ਨਹੀਂ ਅੱਗੇ ਚੁੱਕ ਕੇ ਬਹਿ ਹੀ ਜਾਈਦਾ। ਉਦੋਂ ਜੇ ਹੁਣ ਪੈਸੇ ਹੈਗੇ ਆ ਉਦੋਂ ਜਦੋਂ ਆਪਾਂ ਆਪਣੇ ਆਪ ਨੂੰ ਕੰਟਰੋਲ ਕਰ ਲੈਂਦੇ ਹਾਂ ਤੇ ਉਹੀ ਸੰਜਮ। ਸੰਜਮ ਦਾ ਮਤਲਬ ਕਿ ਚੀਜ਼ ਤਰੰਗ ਆ ਗਈ ਹੈ ਚਿੱਤ ਦੇ ਵਿੱਚ, ਕੋਈ ਔਗਣ ਪ੍ਰਗਟ ਹੋਣਾ ਚਾਹੁੰਦਾ ਉਸ ਟਾਈਮ ਤੇ ਚੁਕੰਨੀ ਹੋ ਜਾਓ
ਬਾਣੀ 'ਚ ਵੀ ਕਿਹਾ ਕਿ ਤੇਰੇ ਕੋਲ ਗਿਆਨ ਇੰਦਰੀ ਹੈਗੇ ਆ, ਪਰ ਤੂੰ ਇਹ ਨਾ ਸੋਚੀ ਕਿ ਗਿਆਨ ਇੰਦਰੀ ਦੇ ਨਾਲ ਤੂੰ ਬੜਾ ਸਿਆਣਾ ਤੇ ਬੜਾ ਚਤਰ ਹੈ, ਇਹਦੇ ਸਾਹਮਣੇ ਵੀ ਤੇਰੇ ਕੋਲ ਜਿਹੜਾ ਅੰਮ੍ਰਿਤ ਉਹਨੇ ਚੋਰੀ ਕਰ ਲਿਆ। ਤੂੰ ਸਿਆਣਾ ਬਣੀ ਤੇ ਧਿਆਨ ਸਿਮਰਨ ਕਰੀ ਜਾ ਤੇ ਬਾਕੀ ਆਪਣੇ ਆਪ ਹੀ ਕੰਮ ਹੋ ਜਾਊਗਾ। ਉਸ ਤੋਂ ਬਿਨਾਂ ਤਾਂ ਕੋਈ ਹੋ ਹੀ ਨਹੀਂ ਸਕਦਾ। ਔਰ ਧਿਆਨ ਸਿਮਰਨ ਵੀ ਏਦਾਂ ਦਾ ਕਰੀ ਕਿ ਇਕੱਲਾ ਆਪਣੇ ਨਾਲ ਕਰੀ, ਦਿਖਾਵੇ 'ਚ ਨਾ ਪੈ ਜਾਏ। ਦਿਖਾਵੇ 'ਚ ਫਿਰ ਤੁਹਾਨੂੰ ਜਿਹੜਾ ਹੈਗਾ ਪਖੰਡ 'ਚ ਚੱਲ। ਅੱਛਾ ਨਿੱਜਰ ਸਾਹਿਬ, ਜੇ ਟਾਈਮ ਆਪਾਂ ਘੱਟ ਨਾ ਕਰਦੇ ਕਰੀਏ, ਇੰਨਾ ਕਿ ਬੜਾ ਹੁੰਦਾ ਮੇਰੇ ਹਿਸਾਬ ਨਾਲ ਘੰਟਾ। ਠੀਕ ਹੈ ਗੁਰੂ ਸਾਹਿਬ, ਮੈਨੂੰ ਤਾਂ ਬਿਲਕੁਲ ਆਈ ਐਮ ਹੈਪੀ। ਕਾਫੀ ਗਿਆਨ ਹੈ। ਮੈਂ ਚਾਹੁੰਦਾ ਕਿ ਇਹਨੇ 'ਚ ਹੁੰਦਾ ਕਿ ਇੰਟਰਸਟ ਵੱਜਦਾ ਤੇ ਉਹ 'ਚ ਮੈਂ 7 ਮਿੰਟ ਵੱਧ ਲਾ ਜਾ ਕਰਾਂ ਸਾਧਨਾ 'ਚ। ਨਹੀਂ ਵਧੀਆ ਗੁਰੂ ਸਾਹਿਬ, ਬਿਲਕੁਲ ਵਧੀਆ। ਠੀਕ ਹੈ ਜੀ, ਮੈਂ ਕਾਫੀ ਫਾਸਟ ਬੋਲਿਆ ਨਿੱਜਰ ਸਾਹਿਬ, ਤੇ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਾਧ ਸੰਗਤ ਜੀ। ਤੇ ਵੈਸੇ ਵੀ ਪਹਿਲਾਂ ਵੀ ਫੀਡਬੈਕ ਆਈ ਆ ਕਿ ਥੋੜਾ ਜਿਹਾ ਟਾਈਮ ਘੱਟ ਕਰ ਦਈਏ ਤਾਂ ਜੋ ਸੰਗਤ ਦਾ ਇੰਟਰਸਟ ਬਣਿਆ ਰਹੇ। ਤੇ ਉਹ ਥੋੜੀ ਸਾਧਨਾ ਜ਼ਰੂਰੀ ਆ। ਤੁਸੀਂ ਸਾਧਨਾ ਇੰਪੋਰਟੈਂਟ ਜ਼ਰੂਰ ਆ, ਇਹ ਕਥਾ ਵੀ ਜ਼ਰੂਰੀ ਆ, ਪਰ ਮੈਂ ਚਾਹੁੰਦਾ ਕਿ ਥੋੜਾ ਜਿਹਾ ਤੁਹਾਨੂੰ ਮੈਂ 7 ਮਿੰਟ ਘੱਟੋ ਘੱਟ ਜਾਪ ਕਰਾ ਦਾਂ ਤੇ ਉਹਦੇ ਨਾਲ ਤੁਹਾਡਾ ਜਿਹੜਾ ਨਾ ਤੁਹਾਡਾ ਜੀਵਨ ਬੜਾ ਉੱਚਾ ਹੋ ਜਾਊ। ਬਹੁਤ ਹੀ ਜ਼ਬਰਦਸਤ ਜੀਵਨ ਮਿਲੂਗਾ। ਉਹਦਾ ਤੇ ਮੈਨੂੰ ਪਤਾ ਨਹੀਂ ਆ ਕਿ ਆਪ 2-4 ਕੋਠੀਆਂ ਬਣਾਓ ਜਾਂ ਨਾ ਬਣਾਓਗੇ, ਪਰ ਜਦੋਂ ਸੰਸਾਰ ਤੋਂ ਜਾਓਗੇ ਸੱਚੀ ਸੰਸਾਰ ਤੋਂ ਜਾਣ ਦਾ ਮਜ਼ਾ ਉਹ ਤੇ ਜਾਣਾ ਹੀ ਜਾਣਾ। ਉਸ ਤੋਂ ਇਲਾਵਾ ਇਹ ਜਿਹੜਾ ਜੀਵਨ ਆ ਇਹਦਾ ਵੀ ਇੱਕ ਅਸਰ ਕੁਝ ਦੁਖੀ ਨਹੀਂ ਹੈਗੀ ਤੇ ਤੁਹਾਡਾ ਜੀਵਨ ਰਾਜੇ ਮਹਾਰਾਜਾ ਵਰਗਾ। ਸਾਹਮਣੇ ਸਮੱਸਿਆਵਾਂ ਆਈਆਂ ਪਈਆਂ ਨੇ, ਪਿੱਛੇ ਵੱਜਣ ਦੀਆਂ ਨੇ। ਕਬੀਰ ਜੀ ਦੀ ਛਾਤੀ ਜਾ ਕੇ ਵੱਜੀਆਂ, ਇੰਨਾ ਬਨਾਰਸ ਨੂੰ ਉਹ ਚੈਲੰਜ ਕਰ ਰਹੇ ਨੇ ਤੇ ਕੀ ਕਬੀਰ ਜੀ ਘਬਰਾ ਕੇ ਕਹਿਣ ਦਫਾ ਕਰੋ, ਇਹਨਾਂ ਦੁਨੀਆ ਨੂੰ ਕੀ ਲੈਣਾ ਦੇਣਾ, ਇਹ ਪਿੰਡ ਪੁੜੀ ਜਾ ਕੇ ਰਹਿਣਾ ਮੈਂ। ਜੈ ਸਾਹਿਬ ਬ੍ਰਹਮ ਗਿਆਨੀ ਤੇ ਬਣ ਗਿਆ ਬਿਲਕੁਲ, ਪਰ ਉੱਥੇ ਕਹਿੰਦੇ ਕਿ ਕਬੀਰ ਏਦਾਂ ਕਰ ਨਹੀਂ ਸਕਦਾ। ਕਬੀਰ ਕਿੱਦਾਂ ਭੱਜੇ? ਫਿਰ ਆਖਰ ਤੇ ਉਹ ਮਗਹਰ ਗਏ ਨੇ ਤੇ ਮਗਹਰ ਜਾ ਕੇ ਉਹਦਾ ਕਾਰਨ ਇਹੋ ਹੀ ਸੀ ਕਿ ਕਹਿੰਦੇ ਜਿਹੜਾ ਬਨਾਰਸ ਵਿੱਚ ਬੰਦਾ ਮਰਦਾ ਹੈ ਸਵਰਗ ਚ ਜਾਂਦਾ ਹੈ, ਉਹ ਕਹਿੰਦੇ ਇਹ ਸਵਰਗ ਨਹੀਂ ਹੈ। ਆਪ ਜਸਟ ਸੋਚੋ ਕਬੀਰ ਤੇ ਕਿੰਨੇ ਇਲਜ਼ਾਮ ਲਾਏ ਸੀ ਉਹਨਾਂ ਲੋਕ। ਹਰਗੋਬਿੰਦ ਸਾਹਿਬ ਜੀ ਨੂੰ ਉਹ ਜਦੋਂ ਉਹ ਦੂਜੇ ਹੈਗੇ ਸੀ ਨਾ, ਕਹਿੰਦੇ ਮਜਬੂਰ ਕਰਤਾ ਸੀ ਉਹਨਾਂ ਨੇ ਜਾਣ ਨੂੰ। ਉਹ ਰਾਜਿਆਂ ਨਾਲ ਸੈਟਿੰਗ ਕਰਦੀ ਸੀ ਉਹਨਾਂ ਨੇ ਤੇ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਕਰ ਲਿਆ ਸੀ ਫਿਰ ਕਬਜ਼ਾ। ਫਿਰ ਉਹਨਾਂ ਨੂੰ ਜਾਣਾ ਪਿਆ। ਫਿਰ ਏਦਾਂ ਦਾ ਸਿਸਟਮ, ਕਿਉਂਕਿ ਸਰਕਾਰ ਦੀ ਸਪੋਰਟ ਲੈ ਲੈਂਦੇ ਤੇ ਕਬੀਰ ਜੀ ਦੇ ਟਾਈਮ ਤੇ ਵੀ ਪੰਗੇ ਪਏ। ਕਬੀਰ ਜੀ ਨਾਲ ਵੀ ਬੜਾ ਨਾ ਕੀਤਾ ਤੇ ਪਰ ਵੇਖ ਲਓ ਉਹਨਾਂ ਨੇ ਕਹਿੰਦੀ ਕਿ ਮੈਂ ਪਿੱਛੇ ਕਿਉਂ ਹੋ ਜਾ, ਕਿਉਂਕਿ ਜੇ ਪਿੱਛੇ ਹੁੰਦਾ ਤੇ ਪ੍ਰਮਾਤਮਾ ਦੇ ਸਾਹਮਣੇ ਫਿਰ ਅੱਗੇ ਮੈਂ ਕਿੱਦਾਂ ਖਲੋ ਸਕਦਾ। ਪੰਗਾ ਤੇ ਹੈ ਨਾ ਕਿ ਸੰਸਾਰ ਤੋਂ ਕहीं ਭੱਜ ਜਾਵਾਂਗੇ। ਉਹ ਵੀ ਕਹਿੰਦਾ ਪਿਆ ਮੇਰੇ ਸਾਹਮਣੇ, ਉਹਦੇ ਸਾਹਮਣੇ ਫਿਰ ਮੈਂ ਅੱਛਾ ਕਿੱਦਾਂ ਪਾਊਂਗਾ। ਰਾਜਵੀਰ ਜੀ, ਰਾਜਵੀਰ ਜੀ ਮਾਈਕ ਬੰਦ ਕਰ ਦਿਓ ਪਲੀਜ਼। ਮੈਂ ਹੀ ਕਰਦਾ ਜੀ। ਹੋ ਗਿਆ, ਕੁਝ ਕਰ ਦਿਓ। ਅੱਛਾ ਠੀਕ ਹੈ, ਸਾਧ ਸੰਗਤ ਜੀ ਅੱਜ ਦੀ ਵਿਚਾਰ ਇੱਥੇ ਸਮਾਪਤ।